ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਤੁਹਾਨੂੰ ਪਤਾ ਹੈ, ਅਸੀਂ ਪੰਜਾਬ ਫੋਕਸ ਵਿੱਚ ਤੁਹਾਡੇ ਨਾਲ ਮਿਲ ਕੇ ਉਹ ਜਿਹੜੇ ਮਸਲੇ ਡਿਸਕਸ ਕਰਦੇ ਹਾਂ ਜੋ ਪੰਜਾਬ ਵਿੱਚ ਵੀ ਵਾਪਰੇ ਨੇ ਤੇ ਬਾਹਰਲੇ ਦੇਸ਼ਾਂ ਵਿੱਚ ਵੀ। ਤੇ ਅੱਜ ਮੇਰੇ ਨਾਲ ਤਸ਼ਰੀਫ ਫਰਮਾਨ ਨੇ ਸੰਜੀਵ ਖੰਨਾ ਜੀ, ਔਰ ਖਾਸ ਤੌਰ ਤੇ ਅਸੀਂ ਉਹਨਾਂ ਮਸਲਿਆਂ ਨੂੰ ਟੱਚ ਕਰਦੇ ਹਾਂ ਜਿਹੜੇ ਮਸਲੇ ਪੰਜਾਬ ਵਿੱਚ ਖਾਸ ਤੌਰ ਤੇ ਉਹਨਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਨੇ ਤੇ ਬਾਹਰਲੇ ਦੇਸ਼ਾਂ 'ਚ ਬੈਠੇ ਸਾਡੇ ਪ੍ਰਵਾਸੀ ਭਾਰਤੀ ਵੀ ਉਸੇ ਉਡੀਕ 'ਚ ਹੁੰਦੇ ਆ। ਤੇ ਮੈਂ ਗੁਜ਼ਾਰਿਸ਼ ਕਰੂੰਗਾ ਕਿ ਸਾਨੂੰ ਅੱਜ ਉਹ ਮਸਲਾ ਦੱਸੋ ਜਿਹੜਾ ਪੰਜਾਬ ਵਿੱਚ ਹੋਇਆ ਵਾਪਰਿਆ ਵਾ ਤੇ ਲੋਕਾਂ ਦੀਆਂ ਨਜ਼ਰਾਂ ਉਹਦੇ 'ਚ ਉਸੇ ਤਰ੍ਹਾਂ ਹੀ ਲੱਗੀਆਂ। ਸਭ ਤੋਂ ਪਹਿਲਾਂ ਤਾਂ ਲੋਕਾਂ ਦੀਆਂ ਨਜ਼ਰਾਂ ਇੱਥੇ ਲੱਗੀਆਂ ਹੋਈਆਂ ਸੀ ਕਿ ਜਿਹੜੇ ਧਾਰਮਿਕ ਸਥਾਨ ਨੇ ਸਾਡੇ, ਸਰਾਵਾਂ ਨੇ ਸਾਡੀਆਂ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਸਰਾਂ ਦੇ ਉੱਤੇ GST ਲਗਾਇਆ ਗਿਆ ਜੀ, ਤੇ ਉਹ ਹੁਣ ਵਾਪਸ ਲੈ ਲਿਆ ਕੇਂਦਰ ਸਰਕਾਰ ਨੇ। ਕਿਉਂਕਿ ਜਿਹੜੀ ਐਡਵਾਈਜ਼ਰੀ ਕਮੇਟੀ ਬਣੀ ਹੈ ਉਹਦੇ ਜਿਹੜੇ ਚੀਫ ਬਣਾਏ ਗਏ ਨੇ ਰਾਘਵ ਚੱਡਾ, ਉਹ ਜਾ ਕੇ ਮਿਲੇ ਨੇ ਸੈਂਟਰਲ ਗਵਰਨਮੈਂਟ ਨੂੰ ਤੇ ਉਸ ਤੋਂ ਬਾਅਦ ਉਹ ਵਾਪਸ ਲੈ ਲਿਆ ਗਿਆ ਫੈਸਲਾ। ਇਹ ਸ਼ਲਾਘਾਯੋਗ ਕਦਮ ਹੈ। ਇਹ ਬਹੁਤ ਅੱਛੀ ਗੱਲ ਆ ਸੰਜੀਵ ਖੰਨਾ ਜੀ ਕਿ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਇਹ ਮਸਲਾ ਲਿਆ, ਕਿਉਂਕਿ ਮਸਲਾ ਇਸ ਤਰ੍ਹਾਂ ਦਾ ਸੀਗਾ ਕਿ ਲੋਕਾਂ ਵਿੱਚ ਇਹਦੀ ਬੜੀ ਸ਼ਰਧਾ ਭਾਵਨਾ ਵੀ ਸੀਗੀ। ਕਿਉਂਕਿ ਯਾਤਰੂ ਜਿਹੜੇ ਆਉਂਦੇ ਸੀਗੇ ਦਰਬਾਰ ਸਾਹਿਬ, ਸੱਚਖੰਡ ਦਰਬਾਰ ਸਾਹਿਬ ਮੱਥਾ ਟੇਕਣ ਲਈ, ਉੱਥੋਂ ਪਾਕਿਸਤਾਨ ਦੇ ਲੋਕ ਵੀ ਬਹੁਤ ਆਉਂਦੇ ਸੀ। ਉੱਧਰੋਂ ਵਾਇਆ ਵਾਹਗਾ ਬਾਰਡਰ, ਉੱਥੋਂ ਜਿਹੜੇ ਜੱਕੇ ਚੱਲਦੇ ਆ ਜਾਂ ਉਹਨਾਂ 'ਤੇ ਲੋਕ ਬੈਠ ਕੇ ਆ ਕੇ ਉੱਥੇ ਰਹਿੰਦੇ ਸੀ, ਮੱਥਾ ਟੇਕਦੇ ਸੀਗੇ, ਪ੍ਰਸ਼ਾਦ ਕਰਾਉਂਦੇ ਸੀ, ਔਰ ਅਜੇ ਵੀ ਉਹ ਆਉਂਦੇ ਰਹਿਣਗੇ ਕਿਉਂਕਿ ਉਹਦੇ 'ਚ ਥੋੜ੍ਹਾ ਜਿਹਾ ਬੋਝ ਤਾਂ ਪੈਂਦਾ ਸੀਗਾ। ਪਰ ਹੁਣ ਲੋਕ ਇਸ ਗੱਲ ਤੋਂ ਸੁਰਖਰੂ ਹੋ ਗਏ। ਔਰ NRI ਦੀ ਇੱਕ ਇਹਨਾਂ ਦੀ ਵੱਖਰੀ ਸਰਾਂ ਸੀਗੀ ਜਿਸ 'ਚ ਬਿਲਕੁਲ NRI ਨੂੰ ਉੱਥੋਂ ਬੁਕਿੰਗ ਹੋ ਜਾਂਦੀ ਸੀ ਉਹਨਾਂ ਦੀ ਔਨਲਾਈਨ ਹੀ, ਔਰ ਉਹ ਬੜੀ ਵੱਡੀ ਸੁਵਿਧਾ ਸੀ, ਬੜੀ ਵੱਡੀ ਸਹੂਲਤ ਸੀਗੀ। ਔਰ ਬਾਕੀ ਦੋ ਜਿਹੜੀਆਂ ਸਰਾਵਾਂ ਸੀਗੀਆਂ ਉਹਨਾਂ 'ਚ ਰਹਿਣ ਲਈ, ਜਿਨ੍ਹਾਂ 'ਚ ਬੱਚੇ, ਬੁੱਢੇ, ਔਰਤਾਂ ਰਹਿਣ ਦਾ ਯੋਗ ਸਥਾਨ ਸੀਗਾ, ਉਹ ਵੀ ਉੱਥੋਂ ਬੁਕਿੰਗ ਹੁੰਦੀ ਸੀ। ਤੇ ਹੁਣ ਇਹਦੇ ਲਈ ਜਿੱਦਾਂ ਤੁਸੀਂ ਦੱਸਿਆ ਕਿ ਰਾਘਵ ਚੱਡਾ ਤੇ ਉਹਨਾਂ ਦੀ ਇੱਕ ਐਡਵਾਈਜ਼ਰੀ ਕਮੇਟੀ ਨੇ ਡਿਸੀਜਨ ਲਿਆ ਔਰ ਰਾਜ ਸਭਾ ਵਿੱਚੋਂ ਤੇ ਇਹ ਮਿਲੇ ਆ ਮੈਡਮ ਸੀਤਾਰਮਨ ਜਿਹੜੇ ਫਾਈਨੈਂਸ ਮਿਨਿਸਟਰ ਸਾਡੇ, ਔਰ ਉਹਨਾਂ ਨੇ ਵੀ ਖੜੇ ਮੱਥੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਔਰ ਉਹ ਕੈਬਨਿਟ ਮੰਤਰੀ ਵੀ ਆ। ਔਰ ਉਹਦੇ 'ਤੇ ਇਹ ਸਿਰਫ ਪੰਜਾਬ ਦੇ ਲੋਕ ਹੀ ਖੁਸ਼ ਨਹੀਂ ਗਏ, ਪੂਰਾ ਹਿੰਦੁਸਤਾਨ ਦੇ ਪ੍ਰਵਾਸੀ ਭਾਰਤੀ ਇਸ ਗੱਲ 'ਤੇ ਜਿਹੜੇ ਬਹੁਤ ਖੁਸ਼ ਨੇ ਔਰ ਉਹਨਾਂ ਨੇ ਵੀ ਪੂਰੇ ਫੁੱਲ ਚੜ੍ਹਾ ਦਿੱਤੇ ਆ। ਪਰ ਇੱਕ ਗੱਲ ਹੋਰ ਰਹੀ ਇਹਦੇ 'ਚ ਜਿਹੜੀ ਮੈਨੂੰ ਗੱਲ ਹੈ ਕਿ ਇਹਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਇਹ ਮੁੱਦਾ ਕਿਉਂ ਰੱਖਿਆ ਗਿਆ ਕਿ ਗੋਲਡਨ ਟੈਂਪਲ ਦੇ ਨਾਲ ਲੱਗਦੀਆਂ ਸਰਾਵਾਂ ਜਿਹੜੀਆਂ ਤਿੰਨ, ਉਹਨਾਂ 'ਤੇ ਇਹਨਾਂ ਨੇ ਇਹ GST ਲਾਗੂ ਕਰ ਦਿੱਤਾ 12%, ਜਦੋਂ ਕਿ ਦੂਜੀਆਂ ਹੋਰ ਜਿਹੜੀਆਂ ਧਾਰਮਿਕ ਸਥਾਨ ਨੇ ਉੱਥੇ ਇਹਦਾ ਕੋਈ ਇਸ ਤਰ੍ਹਾਂ ਦਾ ਨਹੀਂ ਪਤਾ ਲੱਗਾ ਕਿ ਕੀਤਾ ਜਾਂ ਨਹੀਂ ਕੀਤਾ। ਪਰ ਜਦੋਂ ਤੇ ਨਾ ਚੱਲ ਵਾਪਸ ਚੱਲ ਲਿਆ, ਹੁਣ ਤਾਂ ਗੱਲ ਠੀਕ ਹੈ, ਹੁਣ ਤਾਂ ਇਹ ਡਿਸਕਸ ਨਹੀਂ ਕਰਨ ਵਾਲਾ। ਪਰ ਫਿਰ ਵੀ ਇਹਦੇ ਵਿੱਚ ਇੱਕ ਜਿਹੜਾ ਗੁੱਝਾ ਭੇਦ ਆ ਕਿ ਦਰਬਾਰ ਸਾਹਿਬ 'ਚ ਇੰਨੇ ਯਾਤਰੂ ਆਉਂਦੇ ਆ, ਇੰਨੇ ਲੋਕ ਉੱਥੇ ਬਹਿ ਕੇ ਪ੍ਰਸ਼ਾਦਾ ਛਕਦੇ ਆ ਔਰ ਇੰਨਾ ਉੱਥੇ ਖਰਚ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਵੀ ਆ, ਲੋਕ ਵੀ ਕਰ ਰਹੇ ਆ, ਜਨਤਾ ਵੀ ਕਰ ਰਹੀ ਹੈ, ਸ਼ਰਧਾਲੂ ਵੀ ਕਰ ਰਹੇ ਆ, ਪ੍ਰਵਾਸੀ ਭਾਰਤੀ ਵੀ ਕਰ ਰਹੇ ਆ। ਤੁਸੀਂ ਗਏ ਹੋਗੇ, ਤੁਸੀਂ ਦੇਖਿਆ ਹੋਣਾ, ਜਸਟਨ ਟਰੂਡੋ ਆਪ ਖੁਦ ਗਿਆ ਉਹਦੇ ਅੰਦਰ ਜਾ ਕੇ, ਉਹਨਾਂ ਨੇ ਰੋਟੀ ਪਕਾਈ ਵੀ ਆ ਲੰਗਰ 'ਚ ਜਾ ਕੇ ਔਰ ਫੁਲਕੇ ਉੱਥੇ ਲਿਆ ਵੀ ਹੈ, ਲੰਗਰ ਛਕਿਆ ਵੀ ਹੈ ਬੈਠ ਕੇ, ਔਰ ਉਹਦੀ ਵਾਈਫ ਵੀ ਨਾਲ ਆ, ਸਾਰੇ ਬੱਚੇ ਵੀ ਉਹਦੇ ਨਾਲ ਆ। ਔਰ ਇਹ ਇੱਕ ਐਸੀ ਸ਼ਰਧਾ ਭਾਵਨਾ ਵਾਲਾ ਸਥਾਨ ਆ ਜਿੱਥੇ ਲੋਕ ਵੱਡੀ ਤੋਂ ਵੱਡੀ ਪਦਵੀਆਂ ਉਪਾਧੀਆਂ ਵਾਲੇ ਆਉਂਦੇ ਆ। ਜਿਸ ਤਰ੍ਹਾਂ ਤੁਸੀਂ ਸੁਣਿਆ ਹੋਗਾ ਕਿ ਗੋਇੰਦਵਾਲ ਸਾਹਿਬ ਅਕਬਰ ਨੇ ਆਪ ਬਹਿ ਕੇ ਜ਼ਮੀਨ 'ਤੇ ਲੰਗਰ ਛਕਿਆ ਸੀ ਤੇ ਫਿਰ ਉਹਨੇ ਕਿਹਾ ਸੀ ਗੁਰੂ ਅਮਰਦਾਸ ਜੀ ਨੂੰ, ਤੀਜੇ ਪਾਤਸ਼ਾਹ ਨੂੰ, ਕਿ ਅਸੀਂ ਇਹਨਾਂ ਦੇ ਲੰਗਰ ਦੇ ਨਾਂ 'ਤੇ ਅਸੀਂ ਕੁਛ ਲਾਵਾਂਗੇ ਜ਼ਮੀਨ ਔਰ ਉਹਦੇ 'ਚੋਂ ਲੰਗਰ ਦਾ ਜਿਹੜਾ ਸਾਰੀ ਪ੍ਰਥਾ ਚਾਲੂ ਹੋ ਗਈ। ਗੁਰੂ ਸਾਹਿਬ ਨੇ ਕਿਹਾ ਨਹੀਂ, ਇਹ ਸਾਰਾ ਦਸਵੰਧ ਹੈ, ਲੋਕਾਂ ਦੀ ਸੇਵਾ ਵਾ ਔਰ ਉਹਦੇ ਨਾਲ ਚੱਲੂਗਾ। ਔਰ ਅਕਬਰ ਨੇ ਕਿਹਾ ਸੀ, ਹਿਸਟਰੀ ਬੋਲਦੀ ਹੈ ਕਿ ਉਹਨੇ ਕਿਹਾ ਮੈਨੂੰ 14 ਤਬਕਾਂ ਦੀ ਲੋਅ ਹੋ ਗਈ ਸੀ ਬੈਠ ਕੇ। ਇਟ ਮੀਨਸ ਕਿ ਉਹ ਇੱਕ ਤਖਤ ਦਾ ਬਾਦਸ਼ਾਹ ਜਿੱਥੇ ਬੈਠਾ ਸੀ, ਜਦੋਂ ਸ਼ਰਧਾ ਨਾਲ ਬਹਿ ਕੇ ਪੰਗਤ 'ਚ ਸੰਗਤ 'ਚ ਬੈਠਾ ਵਾ, ਉਹਨੂੰ ਲੋਅ ਲੱਗ ਗਈ ਦੁਨੀਆ ਦੀ ਕਿ ਆਹ ਵਾ ਧਰਤੀ, ਆਹ ਲੋਕ ਨੇ, ਆਹ ਸ਼ਰਧਾ ਪੂਰਵਕ ਸਥਾਨ ਹੈ। ਔਰ ਇਹ ਬੜੀ ਵੱਡੀ ਹਿਸਟਰੀ ਆ, ਉੱਥੇ ਅਕਬਰ ਖੁਦ ਆਇਆ ਸੀ। ਦੇਖੋ ਗੱਲ ਇਹ ਹੈ ਕਿ ਜੀ ਮਤਲਬ ਇਹ ਗੱਲ ਕਈ ਵਾਰ ਵਿਚਾਰ 'ਚ ਆਉਂਦੀ ਆ ਕਿ ਪਹਿਲਾਂ ਨਹੀਂ ਪਤਾ ਸੀਗਾ ਕਿ ਤੁਸੀਂ ਇਦਾਂ ਦਾ ਕਦਮ ਚੁੱਕੋਗੇ ਤਾਂ ਇਹ ਕਦਮ ਕਿਸੇ ਪਾਸਿਓਂ ਵੀ ਠੀਕ ਨਹੀਂ ਹੈ। ਸੋਚਣਾ ਚਾਹੀਦਾ, ਪਹਿਲਾਂ ਤੁਸੀਂ ਕਦਮ ਲਿੱਤਾ, ਹੁਣ ਤੁਸੀਂ ਕਦਮ ਵਾਪਸ ਲਿੱਤਾ। ਮਤਲਬ ਇਹ ਹੈ ਕਿ ਜਿਹੜੇ ਇਹ ਸਾਰੇ ਧਾਰਮਿਕ ਸਥਾਨ ਨੇ ਜਿੱਥੇ ਲੋਕਾਂ ਦਾ ਵਿਸ਼ਵਾਸ ਵੀ ਜੁੜਿਆ ਹੋਇਆ ਔਰ ਜਿਹਦੀ ਪਿਛੋਕੜ ਹੈ, ਪੂਰਾ ਇਤਿਹਾਸ ਹੈ, ਸਹੀ ਗੱਲ, ਤੁਸੀਂ ਕਮ ਸੇ ਕਮ ਉਹਦੇ ਲਈ ਤੇ ਇਦਾਂ ਦੇ ਫੈਸਲੇ ਨਾ ਲਵੋ ਕਿ ਬਾਅਦ ਵਿੱਚ ਤੁਹਾਨੂੰ ਵਾਪਸ ਲੈਣਾ। ਕੇਂਦਰ ਸਰਕਾਰ ਆਪਣੀ ਸਰਕਾਰ ਹੈ, ਇਹ ਤਾਂ ਗੌਰਮੈਂਟ, ਪਾਕਿਸਤਾਨ ਦੀ ਗੌਰਮੈਂਟ ਵੀ ਨਹੀਂ ਇਦਾਂ ਦੀ ਕਰੂਗੀ। ਕਿਉਂਕਿ ਕਰਤਾਰਪੁਰ ਸਾਹਿਬ ਜਿੱਥੇ ਇਸ ਵੇਲੇ ਇੰਨੀ ਵੱਡੀ ਸੇਵਾ ਚੱਲ ਰਹੀ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਹਲ ਵਾਇਆ, ਜਿੱਥੇ ਬਾਗ ਬਗੀਚੇ ਨੇ ਗੁਰੂ ਸਾਹਿਬ ਦੇ, ਔਰ ਜਿੰਨੀ ਜ਼ਮੀਨ ਆ ਉਹ ਤੋਂ ਜੋ ਉਪਜ ਹੁੰਦੀ ਹੈ ਉਹ ਲੰਗਰ 'ਤੇ ਲਾਉਂਦੇ ਆ। ਔਰ ਉਹ ਜਿਹੜੀ ਸਥਾਨ ਹੈ, ਧਾਰਮਿਕ ਸਥਾਨ ਵੇਖਣ ਯੋਗ ਹੈਗਾ।
ਔਰ ਉਹਦੇ ਤੇ ਕੁਝ ਉਹਨਾਂ ਨੇ ਲਾਇਆ ਸੀ, ਕੁਝ ਡਾਲਰ ਐਂਟਰੀ ਦਾ, ਉਹ ਸ਼ਾਇਦ ਉਹ ਵੀ ਉਹਨਾਂ ਨੇ ਹੁਣ ਬਿਲਕੁਲ ਸਹੀ ਆ। ਚੁੱਕ ਲਿਆ। ਦੇਖੋ ਕਿੱਥੋਂ ਕਿੱਥੋਂ ਦੂਰ ਚੱਲ ਕੇ ਆਉਂਦੇ ਆ ਲੋਕ ਔਰ ਉੱਥੇ ਸ਼ਰਧਾ ਭਾਵਨਾ ਨਾਲ ਸਿਜਦਾ ਕਰਦੇ ਆ ਗੁਰੂ ਸਾਹਿਬ ਦੀ ਉਸ ਧਰਤੀ। ਔਰ ਗੱਲ ਇਹੀ ਹੈ ਨਾ, ਇਹ ਟੈਸਟ ਕਰਦੇ ਨੇ ਆਹ ਸਹੀ ਗੱਲ। ਪਹਿਲਾਂ ਲਗਾ ਕੇ ਦੇਖੋ, ਜਿੱਦਾਂ ਚੁੱਪ ਕਰ ਗਏ ਤਾਂ ਚੱਲ ਪਿਆ, ਜੇ ਨਾ ਚੁੱਪ ਜੇ ਬੋਲ ਪਏ ਤੇ ਫਿਰ ਨਹੀਂ ਚੱਲਿਆ, ਫਿਰ ਵਾਪਸ ਲੈ ਲਾਂਗੇ। ਹਾਂ ਗੱਲ ਠੀਕ ਹੈ ਨਾ, ਇਹ ਟੈਸਟਿੰਗ ਮੋਡ ਤੇ ਰੱਖਦੇ ਨੇ ਪੰਜਾਬ ਨੂੰ ਕਿ ਪੰਜਾਬ ਕੀ ਕਰਦਾ। ਪੰਜਾਬ ਨੇ ਕੀ ਕਰਨਾ? ਪੰਜਾਬ ਤਾਂ ਸਿੱਧੀ ਸਾਦੀ ਭਾਸ਼ਾ ਜਾਣਦਾ, ਸਿੱਧਾ ਸਾਦਾ ਪੰਜਾਬ, ਸਿੱਧੀਆਂ ਸਾਦੀਆਂ ਗੱਲਾਂ ਕਰਦਾ, ਸ਼ੁਰੂ ਤੋਂ ਹੀ ਸਿੱਧੀਆਂ ਸਾਦੀਆਂ ਗੱਲਾਂ ਕਰਦਾ ਤੇ ਸ਼ੁਰੂ ਤੋਂ ਹੀ ਸਿਆਸਤ ਇਹਦੇ ਮਗਰ ਪਈ ਹੋਈ ਹੈ। ਔਰ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਕਹੋ ਨਿਕਲ ਆਉਂਦਾ ਉਹਦੇ ਚੋਂ, ਮਾਲਿਕ ਦੀ ਮਿਹਰ ਆ। ਯਾਦ ਆਇਆ ਇੱਕ ਜਦੋਂ ਮੁਗਲਾਂ ਦੀ ਸਰਕਾਰ ਸੀ, ਮੁਗਲ ਸੀ ਇੱਥੇ ਆਉਂਦੇ ਹੈ ਨਾ ਜੀ, ਉਹਨਾਂ ਨੇ ਪਤਾ ਕੀ ਕੀਤਾ ਸੀਗਾ ਕਿ ਉਹਨਾਂ ਨੇ ਜਜ਼ੀਆ ਟੈਕਸ ਲਾਇਆ ਸੀਗਾ, ਜਿਹੜਾ ਮੋਸਟਲੀ ਹਿੰਦੂਆਂ ਤੇ ਲੱਗਦਾ ਸੀਗਾ। ਉਹਨਾਂ ਦੀ ਜਿਹੜੀ ਜਾਂਦੇ ਨੇ ਹੱਜ ਕਰਨ, ਉਹਨਾਂ ਤੇ ਨਹੀਂ ਲੱਗਦਾ ਸੀ ਨਾ, ਮੁਸਲਮਾਨਾਂ ਤੇ ਨਹੀਂ ਸੀ ਲੱਗਦਾ, ਨਹੀਂ, ਨਾਨ ਮੁਸਲਮਾਨ ਜਿਹੜੇ ਦੂਸਰੇ ਨੇ ਧਾਰਮਿਕ ਸਥਾਨਾਂ ਤੇ ਲੱਗਦਾ ਸੀ। ਔਰ ਜਜ਼ੀਆ ਟੈਕਸ ਸੀਗਾ ਔਰ ਉਹ ਪੂਰੇ ਤਰੀਕੇ ਨਾਲ ਲਿਆ ਜਾਂਦਾ ਸੀਗਾ। ਉਹਦੇ ਤੇ ਜਿਹੜੇ ਉਹਨਾਂ ਦੇ ਸੂਬੇਦਾਰ ਜਾਂ ਜਿਹੜੇ ਅਹਿਲਕਾਰ ਸੀ ਉਹ ਲਿਆ ਕੇ ਇਕੱਠਾ ਕਰਦੇ ਸੀਗਾ ਔਰ ਇਹ ਧਰਮ ਨਾਲ ਲੱਗਦਾ ਸੀ ਹਿੰਦੂਆਂ ਤੇ। ਔਰ ਇਸ ਤੋਂ ਵੀ ਇੱਕ ਗੱਲ ਲੱਗਦੀ ਹੈ ਕਿ ਇੱਕ ਖਾਸ ਕਮਿਊਨਿਟੀ ਤੇ ਕਿਉਂ ਲਾਇਆ ਗਿਆ ਤੇ ਦੂਜਿਆਂ ਤੇ ਕਿਉਂ ਨਹੀਂ ਲੱਗਾ। ਲੋਕਾਂ ਦੀ ਚਰਚਾ ਹੈ, ਆਪਾਂ ਨਹੀਂ ਕਹਿ ਰਹੇ। ਇਹ ਜਿਹੜੇ ਲੋਕ ਨੇ ਜਾਂ ਸ਼ਰਧਾਲੂ ਨੇ ਜਾਂ ਜਿਹੜੇ ਲੋਕ ਬਾਹਰ ਬੈਠੇ ਨੇ, ਉਹਨਾਂ ਦੀ ਇਸ ਵੱਲੋਂ ਗੱਲ ਆਈ ਹੈ ਕਿ ਖਾਸ ਤੌਰ ਤੇ ਇਹ ਇੱਥੇ ਕਿਉਂ ਲਾਇਆ ਗਿਆ, ਬਾਕੀ ਭੁੱਲ ਗਏ ਸੀ ਲਾਉਣ ਦਾ। ਤੇ ਤੁਹਾਡੀ ਵਾਲੀ ਗੱਲ ਸਹੀ ਹੈ ਕਿ ਪਹਿਲਾਂ ਲਾ ਲੈਂਦੇ ਆ, ਮੁੜ ਕਹਿੰਦੇ ਨਹੀਂ ਜੀ ਨਹੀਂ ਛੱਡ ਦਿਓ। ਟੈਸਟ ਕਰਦੇ ਆ ਨਾ ਕਿ ਜੇ ਚੁੱਪ ਰਹਿ ਗਏ ਫਿਰ ਤਾਂ ਚੱਲਣ ਦੇਾਂਗੇ, ਹਾਂ ਜੇ ਬੋਲ ਪਏ ਤਾਂ ਫਿਰ ਵਾਪਸ ਲੈ ਲਾਂਗੇ। ਖੇਤੀ ਕਾਨੂੰਨਾਂ ਵੇਲੇ ਵੀ ਇਦਾਂ ਹੀ ਹੋਇਆ ਕਿ ਜੇ ਚੁੱਪ ਰਹਿ ਗਏ ਤਾਂ ਫਿਰ ਲਾਗੂ, ਉਹ ਨਹੀਂ ਚੁੱਪ ਕੀਤੇ ਟੈਸਟਿੰਗ ਮੋਡ ਤੇ ਰਹੇ। ਆਫਟਰ ਆਲ ਉਹ ਪੂਰਾ ਵਿਸ਼ਵ ਇਕੱਠਾ ਹੋ ਗਿਆ ਤੇ ਵਾਪਸ ਲੈ ਲਏ। ਮਤਲਬ ਪੰਜਾਬ ਨੂੰ ਟੈਸਟਿੰਗ ਵਾਟਰਸ ਦੇ ਵਿੱਚ ਹਮੇਸ਼ਾ ਹੀ ਰੱਖਦੇ ਨੇ, ਪਤਾ ਨਹੀਂ ਇਹ ਕਿਉਂ ਰੱਖਿਆ ਜਾਂਦਾ। ਸਿੱਧੀ ਸਾਦੀ ਗੱਲ ਹੈ, ਚੱਲਣ ਦਿਓ ਸਿੱਧੀ ਨਾਲ ਸਾਰਾ ਸਿਸਟਮ, ਕਿਉਂ ਜਾਣਬੁੱਝ ਕੇ ਵਿੱਚ ਕੋਈ ਨਾ ਕੋਈ ਐਵੇਂ ਹੀ ਸ਼ਗੂਫਾ ਖੜਾ ਕਰ ਦੇਣਾ, ਫਿਰ ਬਾਅਦ ਵਿੱਚ ਉਸ ਨੂੰ ਵਾਪਸ ਲੈਣਾ। ਮਤਲਬ ਹੁਣ ਆਪਾਂ ਇਹਦੇ ਉੱਤੇ ਕੀ ਗੱਲ ਕਰੀਏ, ਬੜੇ ਸਮਝਦਾਰ, ਬੜੇ ਵੱਡੇ ਪੜ੍ਹੇ ਲਿਖੇ ਲੋਕ ਬੈਠੇ ਨੇ ਵੱਡੇ ਵੱਡੇ ਅਹੁਦਿਆਂ ਤੇ, ਉਹ ਜਾਣਦੇ ਨੇ ਕੀ ਕਰਨਾ ਚਾਹੀਦਾ। ਨਾਲੇ ਗੋਲਡਨ ਟੈਂਪਲ ਦੀ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਅਹਿਮੀਅਤ ਆ, ਜੋ ਸ਼ਰਧਾ ਹੈਗੀ ਆ, ਜੋ ਇਸ ਜਗ੍ਹਾ ਦਾ ਲੋਕਾਂ ਦੇ ਮਨਾਂ 'ਚ ਹੈਗਾ ਸਤਿਕਾਰ ਹੈ, ਉਹ ਸਾਰਿਆਂ ਨੂੰ ਪਤਾ। ਇਹ ਸਿਰਫ ਇਹ ਨਹੀਂ ਕਿ ਵੀ ਸੀਤਾਰਮਨ ਮੈਡਮ ਉਹਨਾਂ ਨੂੰ ਨਹੀਂ ਪਤਾ ਜਾਂ ਮੋਦੀ ਸਰਕਾਰ ਦੇ ਕਿਸੇ ਮੰਤਰੀ ਨੂੰ ਨਹੀਂ ਪਤਾ। ਜੇ ਜਸਟਨ ਟਰੂਡੋ ਜਾਂ ਜਿੱਥੇ ਉੱਥੇ ਮੰਤਰੀ ਨੇ, ਉਹਦੀ ਕੈਬਨਿਟ ਆ, ਅਮਰੀਕਾ ਦੇ ਬਾਈਡਨ ਹੋਰੀ, ਉਹ ਸਾਰੇ ਜਿਹੜੇ ਸਤਿਕਾਰਯੋਗ ਹਸਤੀਆਂ ਨੇ, ਉਹਨਾਂ ਨੂੰ ਪਤਾ ਹੈਗਾ। ਤੇ ਸਾਡੀ ਲੋਕਲ ਸਰਕਾਰ ਜਿਹੜੀ ਸਾਡੀ ਸੈਂਟਰ 'ਚ ਦਿੱਲੀ ਬੈਠੀ, ਉਹਨਾਂ ਨੂੰ ਨਹੀਂ ਪਤਾ ਹੈਗਾ ਕੌਣ ਹੈਗਾ। ਆਪਣੇ ਦੇਸ਼ ਦਾ ਤੇ ਪਤਾ ਹੀ ਕਾਬਲ ਖੰਡਾਰ ਤੋਂ ਲੈ ਕੇ ਦੁਨੀਆ ਦੇ ਪੂਰੇ ਦੁਨੀਆ ਤੱਕ ਜਿਹੜੇ ਇੱਥੇ ਸਿਜਦਾ ਕਰਦੇ ਆ, ਮੱਥਾ ਟੇਕਦੇ ਆ, ਸਤਿਕਾਰ ਨਾਲ ਆਉਂਦੇ ਆ। ਤੇ ਦੱਸੋ ਇਹਦੇ ਨਾਲ ਇਹਨੇ ਟੈਕਸ ਨਾਲ ਕਿੰਨਾ ਦਾ ਖਜ਼ਾਨਾ ਭਰ ਜਾਣਾ ਸੀ। ਚਲੋ ਆਪਾਂ ਅੱਗੇ ਵਧੀਏ ਜੀ, ਜੋ ਹੋ ਗਿਆ ਠੀਕ ਹੋ ਗਿਆ ਕਿ ਵਾਪਸ ਹੋ ਗਿਆ, ਬਹੁਤ ਵਧੀਆ। ਵੈਸੇ ਇਹ ਅੱਛੀ ਗੱਲ ਹੈ, ਸਤਿਕਾਰ ਤੇ ਭਾਵਨਾ ਨਾਲ ਇਹਨਾਂ ਨੇ ਵਾਪਸ ਲੈ ਲਿਆ ਤੇ ਲੋਕ ਖੁਸ਼ ਹੋ ਗਏ। ਉਹ ਇੱਕ ਅੰਗਰੇਜ਼ੀ 'ਚ ਕਹਾਵਤ ਹੈ ਨਾ, ਆਲ ਇਜ਼ ਵੈਲ ਦੈਟ ਐਂਡਸ ਵੈਲ। ਬਸ ਜਿਸ ਦਾ ਨਤੀਜਾ ਵਧੀਆ ਉਹ ਸਭ ਵਧੀਆ, ਬਸ ਠੀਕ ਹੋ ਗਿਆ। ਅੱਗੇ ਵੱਧਦੇ ਆ ਜੀ। ਬਿਜਲੀ ਸੋਧ ਬਿੱਲ ਸੂਬਿਆਂ ਦੀ ਸਹਿਮਤੀ ਤੋਂ ਬਿਨਾਂ ਸੰਸਦ ਵਿੱਚ ਪੇਸ਼। ਹੁਣ ਫਿਰ ਤੋਂ ਉਹੀ ਗੱਲ, ਕਿਉਂਕਿ ਉੱਥੇ ਮੈਜੋਰਿਟੀ ਹੈਗੀ ਆ, ਕਿਸੇ ਦੀ ਸਹਿਮਤੀ ਦੀ ਲੋੜ ਨਹੀਂ, ਕਿਸੇ ਨਾਲ ਗੱਲ ਕਰਨ ਦੀ ਲੋੜ ਨਹੀਂ, ਸਿੱਧਾ ਠਾ ਪਾਸ, ਕਿਉਂਕਿ ਅਸੀਂ ਬਹੁਮਤ ਦੇ ਵਿੱਚ ਹੈਗੇ ਆ। ਬਾਅਦ ਵਿੱਚ ਫਿਰ ਜਦੋਂ ਪ੍ਰੈਸ਼ਰ ਪਏਗਾ, ਹੁਣ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਣਾ। ਸ਼ਾਇਦ ਆਪਾਂ ਫਿਰ ਇਸ ਪ੍ਰੋਗਰਾਮ 'ਚ ਫਿਰ ਡਿਸਕਸ ਹੋਵੇ ਕਿ ਹੁਣ ਉਹ ਵੀ ਵਾਪਸ ਲੈ ਲਿਆ ਜਾਂ ਉਹਦੇ 'ਚ ਕੋਈ ਸੋਧ ਕੀਤੀ ਜਾਂ ਉਹਦੇ 'ਚ ਕੁਝ ਹੋਰ ਹੋਇਆ। ਜਿੱਦਾਂ ਉਹ ਜੋ ਮੈਂ ਸ਼ਬਦ ਕਹੇ ਨੇ ਫਿਰ ਉਹ ਸ਼ਬਦ ਵਾਪਸ ਲੈਣਾ, ਪਤਾ ਨਹੀਂ ਉਹ ਕਹੇ ਹੋਏ ਸ਼ਬਦ ਕਿਵੇਂ ਵਾਪਸ ਲੈ ਲੈਂਦੇ ਨੇ। ਉਸ ਤਰ੍ਹਾਂ ਦੀ ਕੰਮ, ਉਸ ਤਰ੍ਹਾਂ ਦੀ ਗੱਲਾਂ ਸਭ ਕੁਝ ਹੋ ਰਹੀਆਂ। ਸੋ ਇਹਦੇ 'ਚ ਵੀ ਉਹੀ ਹੈ ਕਿ ਸੰਸਦ ਵਿੱਚ ਬਿਨਾਂ ਸੋਧ ਤੋਂ ਜਿਹੜਾ ਸੂਬਿਆਂ ਦਾ ਬਿੱਲ ਹੈ, ਬਿਨਾਂ ਸੂਬਿਆਂ ਦੀ ਸਹਿਮਤੀ ਤੋਂ ਪੇਸ਼ ਕੀਤਾ ਗਿਆ। ਪੰਜਾਬੀ 'ਚ ਨਿਰੰਕੁਸ਼ ਭਾਵਨਾ ਜਾਂ ਤਾਨਾਸ਼ਾਹੀ ਜਿਹੜੇ ਆ ਸੋਚ ਆ ਉਹਗਾ, ਕਿ ਜਿਹਦੇ ਵਿੱਚ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਜਮਹੂਰੀਅਤ ਦੀ ਗੱਲ ਕਰਦੇ ਹਾਂ, ਵੀ ਲੋਕਾਂ ਦੀ ਸਰਕਾਰ ਹੈ, ਲੋਕਾਂ ਨੂੰ ਪੁੱਛਣਾ ਜ਼ਰੂਰੀ ਹੈ। ਜੇ ਸੂਬੇ ਦੇ, ਹਰ ਸੂਬੇ ਦੇ ਜਿਹੜੇ ਨੁਮਾਇੰਦਾ ਕਰਦੇ ਮੁੱਖ ਮੰਤਰੀ ਨੇ ਜਾਂ ਉੱਥੋਂ ਦੇ ਬਿਜਲੀ ਮੰਤਰੀ ਆ, ਉਹਨਾਂ ਨੂੰ ਤਾਂ ਪਤਾ ਹੋਊਗਾ ਕਿ ਕੀ ਸਮੱਸਿਆ ਹੈਗੀ ਹੈ। ਨਾ ਕੇਵਲ ਪੰਜਾਬ ਆ, ਬਾਕੀ ਵੀ ਜਿਹੜੇ 23 ਸਟੇਟਸ ਜਾਂ ਬਾਕੀ ਹੈਗੇ ਆ, ਉਹ ਕਿੱਥੇ ਕਿੱਥੇ ਬੈਠੇ ਆ। ਝਾਰਖੰਡ ਵਰਗੇ ਆ, ਉੱਤਰਾਖੰਡ ਹੈਗਾ ਹੈ ਨਾ, ਬਿਹਾਰ, ਯੂਪੀ ਆ, ਜਿੱਥੇ ਲੋਕ ਵਿਚਾਰੇ ਗਰੀਬ ਵੀ ਆ ਔਰ ਉਹਨਾਂ ਨੂੰ ਸਹੂਲਤਾਂ ਚਾਹੁੰਦੇ ਨੇ, ਕਿਉਂਕਿ ਇਹ ਰੋਜ਼ਮਰਰਾ ਦੀ ਵਰਤਣ ਵਾਲੀ ਚੀਜ਼ ਹੈ ਬਿਜਲੀ। ਪਰ ਇਹਨੂੰ ਕੌਣ ਦੱਸੂਗਾ? ਉੱਥੋਂ ਦਾ ਨੁਮਾਇੰਦਾ ਜਿਹੜਾ ਚੁਣਿਆ ਲੋਕਾਂ ਨੇ, ਉਹਨੂੰ ਪਤਾ ਹੋਊਗਾ। ਜਿਸ ਤਰ੍ਹਾਂ ਹੁਣ ਆਪਣੇ 300 ਯੂਨਿਟ ਮਾਫ ਕੀਤੇ 1 ਮਹੀਨੇ ਜਾਂ 600 ਯੂਨਿਟ ਹੈਗੇ ਆ, 2 ਕੈਟਾਗਰੀ ਬਣਾਤੀਆਂ, ਜਨਰਲ ਤੇ ਦੂਸਰੀ ਰਿਜ਼ਰਵ ਕੈਟਾਗਰੀ, ਜਿੱਥੇ ਸੁਤੰਤਰਤਾ ਸੈਨਾਨੀ ਆ। ਇਹ ਲੋਕਲ ਕੌਣ ਜਾਣਦਾ ਵਾ? ਜਿੱਥੋਂ ਮੁੱਖ ਮੰਤਰੀ ਆ ਜਾਂ ਬਿਜਲੀ ਮੰਤਰੀ ਆ ਜਾਂ ਇੱਥੋਂ ਦੇ ਉਹ ਜਾਂ ਇੱਥੋਂ ਦਾ ਬੋਰਡ ਆ ਜਿਹੜਾ ਬਿਜਲੀ ਬੋਰਡ ਆ, PPSL। ਪਰ ਉਹਦੇ ਨਾਲ ਇਹ ਹੁਣ ਜਿਹੜੇ ਸੈਂਟਰ 'ਚ ਬੈਠੇ ਆ, ਇਹ ਤਾਂ ਬਹਿ ਕੇ ਡਰਾਇੰਗ ਰੂਮ 'ਚ ਜਾਂ ਸੰਸਦ ਦੇ ਵਿੱਚ ਹੀ ਲੈ ਕੇ ਤੇ ਡਿਸੀਜਨ ਲੈ ਲੈਂਦੇ ਆ।
ਹੁਣ ਜਿਹੜਾ ਇਹਨਾਂ ਨੇ ਆਪ ਮੁਹਾਰੇ ਆਪ ਹੀ ਬਿੱਲ ਪੇਸ਼ ਕਰ ਦਿੱਤਾ, ਅੱਜ ਹੋ ਜਾਣਾ ਹੈ ਬਿੱਲ ਮੰਡੇ ਦੀ ਜਿਹੜੇ ਸੰਸਦ ਦਾ ਸੈਸ਼ਨ ਉਹ 'ਚ ਹੋ ਜਾਊਗਾ ਲੋਕ ਸਭਾ 'ਚ। ਜੇ ਇਹਨਾਂ ਦੋਵਾਂ ਸਦਨਾਂ ਨੇ ਪਾਸ ਕਰ ਦਿੱਤਾ ਤੇ ਰਾਸ਼ਟਰਪਤੀ ਕੋ ਆ ਗਿਆ ਸਾਈਨ ਹੋ ਗਏ ਤੇ ਇਹ ਬਿੱਲ ਬਣ ਜਾਣਾ। ਫਿਰ ਕਿਹਦੇ ਤੇ ਆ ਕੇ ਡਿੱਗੂਗਾ ਸਾਰੀ ਗੱਜ? ਇਹ ਸਾਰੀ ਗੱਜ ਪੈਸੇ ਦੀ ਲੋਕਾਂ ਦੇ ਆ ਕੇ ਡਿੱਗੂਗਾ ਤੇ ਲੋਕਾਂ ਨੇ ਬਲੀ ਦਾ ਬੱਕਰਾ ਬਣਨਾ ਹੁੰਦਾ, ਹੋਰ ਕਿਹਨੇ ਬਣਨਾ? ਬਸ ਉਹੀ ਹੈ। ਤੇ ਫਿਰ ਇਹਦੇ 'ਚ ਕਿੱਥੇ ਜਿਹੜਾ ਇਹ ਘਾਟ ਆ, ਕਿਹਦਾ ਨੁਕਸਾਨ ਹੋ ਰਿਹਾ ਜ਼ਿਆਦਾ? ਦੇਖੋ ਸਰ, ਸਿੰਪਲ ਜੀ ਗੱਲ ਇਹ ਹੈ ਬਲਕਾਰ ਜੀ ਕਿ ਜਦੋਂ ਨੀਅਤ ਸਾਫ਼ ਨਾ ਹੋਵੇ ਤਾਂ ਨੀਤੀਆਂ ਸਾਫ਼ ਨਹੀਂ ਬਣਦੀਆਂ। ਬਿਲਕੁਲ, ਜੇ ਨੀਅਤ ਵਿੱਚ ਖੋਟ ਹੈ ਤਾਂ ਨੀਤੀਆਂ ਦੇ ਵਿੱਚ ਆਪਣੇ ਆਪ ਖੋਟ ਆਏਗਾ। ਮਤਲਬ ਇਹ ਹੈ ਕਿ ਜਦੋਂ ਇੱਕ ਸਿੰਪਲ ਜੀ ਗੱਲ, ਕਿਉਂਕਿ ਹਰ ਮਸਲੇ ਦੇ ਮੂਲ ਦੇ ਵਿੱਚ, ਹਰ ਮਸਲੇ ਦੀ ਜੜ ਦੇ ਵਿੱਚ ਇਹੀ ਬੈਠਾ ਹੈ ਕਿ ਨੀਅਤ ਸਾਫ਼ ਹੈ ਕਿ ਨਹੀਂ ਹੈ। ਬਿਲਕੁਲ, ਕਿਉਂਕਿ ਹਰ ਨੀਤੀ ਇਦਾਂ ਬਣਦੀ ਪਈ ਹੈ ਜਿਸ ਤਰ੍ਹਾਂ ਇਹਨਾਂ ਦੇ ਆਪਣੇ ਪੋਲੀਟੀਕਲ ਕੈਰੀਅਰ ਨੂੰ ਫਾਇਦਾ, ਪੋਲੀਟੀਕਲ ਮਾਈਲੇਜ ਮਿਲਦੀ ਹੈ, ਇਹਨਾਂ ਦੀ ਪਾਰਟੀ ਨੂੰ ਫਾਇਦਾ ਹੈ, ਪਾਵਰ 'ਚ ਬਣੇ ਰਹਿਣ ਵਾਸਤੇ ਕੀ ਕੁਝ ਚਾਹੀਦਾ, ਉਹ ਸਾਰੇ ਜੁਗਾੜ ਕਰਕੇ ਉੱਦਾਂ ਦੀ ਪਾਲਿਸੀ ਬਣਾ ਲਈ ਜਾਂਦੀ ਹੈ। ਕਿਉਂਕਿ ਫਿਰ ਉਹਨਾਂ ਕਾਰਪੋਰੇਟ ਸੈਕਟਰਸ ਨੂੰ, ਉਹਨਾਂ ਬਿਜ਼ਨਸ ਹਾਊਸਿਸ ਨੂੰ ਵੀ ਫਾਇਦਾ ਦੇਣਾ, ਜਿਹੜੇ ਇਹਨਾਂ ਦੀ ਫੰਡਿੰਗ ਕਰਦੇ ਨੇ, ਇਲੈਕਟੋਰਲ ਫੰਡਿੰਗ, ਇਲੈਕਸ਼ਨਸ ਨੂੰ ਫੰਡ ਕਰਦੇ ਨੇ, ਸਾਰਾ ਕੁਝ ਅਸੀਂ ਜਾਣਦੇ ਹਾਂ ਜੋ ਕੁਝ ਹੁੰਦਾ। ਸੋ ਪਰ ਇਹ ਕਹਿੰਦੇ ਜਿਹੜੀ ਪਿਛਲੇ ਬਣੀ ਬਿਜਲੀ ਦੀ ਸਾਰਾ ਇਹ ਮੁੱਦਾ ਬਣਿਆ, ਮਸਲਾ ਆਇਆ ਜਿਹੜਾ, ਉਹਦੇ ਤੇ ਇਹ ਪਿਛਲੀ ਵਾਰ ਤਾਂ ਮੀਟਿੰਗ ਹੋਈ ਹੈ, ਸੂਬਿਆਂ ਨੂੰ ਪੁੱਛਿਆ ਗਿਆ, ਉਹਨਾਂ ਨੇ ਦੱਸਿਆ, ਆਪਣੀ ਸਹਿਮਤੀ ਦੱਸੀ ਹੈ, ਉਹਦੇ ਤੇ ਵੋਟਿੰਗ ਹੋਈ ਹੈ। ਔਰ ਐਤਕੀ ਜਿਹੜਾ ਇਹ ਡਿਸੀਜਨ ਜਿਹੜਾ ਇਹ ਕੀਤਾ ਇਹਨਾਂ ਨੇ ਆਲ ਐਂਡ ਆਲ ਸੈਂਟਰ ਨੇ, ਉਹਨਾਂ ਨੇ ਆਪ ਹੀ ਦੇਖਿਆ। ਉਹਨਾਂ ਦਾ ਜਿਹੜਾ ਬਿਜਲੀ ਮੰਤਰੀ, ਕੇਂਦਰੀ ਮੰਤਰੀ ਆ, ਉਹਨਾਂ ਨੇ ਆਪ ਡਿਸੀਜਨ ਲੈ ਕੇ ਉਹਦਾ ਮਸੌਦਾ ਬਣਾ ਲਿਆ, ਉਹਨਾਂ ਬਣਾ ਕੇ ਉੱਤੇ ਸਾਈਨ ਕਰਕੇ ਇੱਕ ਸਿਲੈਕਸ਼ਨ ਕਮੇਟੀ ਬਣਾ ਕੇ ਉਹਦੇ ਤੋਂ ਬਾਅਦ ਉਹਨਾਂ ਨੇ ਲੋਕ ਸਭਾ 'ਚ ਪੇਸ਼ ਕਰਕੇ ਰਾਜ ਸਭਾ 'ਚ ਸਾਈਨ ਕਰਾ ਕੇ। ਹੁਣ ਰਹੀ ਗੱਲ ਜਿਹਦੇ ਵਿੱਚ ਜਿਸ ਤਰ੍ਹਾਂ ਰਾਘਵ ਚੱਡਾ ਜੀ ਤੇ ਬਾਕੀ ਸਾਡੇ ਸੀਚੇਵਾਲ ਸਾਹਿਬ ਨੇ, ਹਰਭਜਨ ਭੱਜੀ ਜੀ ਹੈਗੇ ਉੱਥੇ ਜਿਹੜੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਆ, ਅਸ਼ੋਕ ਮਿੱਤਲ ਤੇ ਹੋਰ ਬੈਠੇ ਆ, ਉਹਨਾਂ ਨੂੰ ਹੁਣ ਇਹ ਚਾਹੀਦਾ ਹੈਗਾ ਕਿ ਰਾਜ ਸਭਾ ਦੇ ਵਿੱਚ ਜਦੋਂ ਇਹ ਬਿੱਲ ਆਉਂਦਾ ਤਾਂ ਉਹਨਾਂ ਨੂੰ ਇਹਦੀ ਮੁਖਾਲਫਤ ਕਰਨੀ ਚਾਹੀਦੀ ਹੈ, ਆਲੋਚਨਾ ਕਰਨੀ ਚਾਹੀਦੀ ਹੈ ਕਿ ਕੀ ਸਾਡੇ ਉੱਥੋਂ ਦੇ ਜਿਹੜੇ ਲੋਕ ਨੇ ਜਾਂ ਸਾਡੇ ਮੁੱਖ ਮੰਤਰੀ ਆ ਭਗਵੰਤ ਮਾਨ ਆ ਜਾਂ ਬਿਜਲੀ ਮੰਤਰੀ ਆ ਜਿਹੜੇ, ਉਹਨਾਂ ਦੀ ਕੋਈ ਸਲਾਹ ਲੈ ਲਈ ਆ ਜਾਂ ਬਾਕੀ ਸੂਬਿਆਂ ਦੇ ਲੋਕਾਂ ਨੂੰ ਪੁੱਛ ਲਿਆ। ਜੇ ਰਾਜ ਸਭਾ ਦੇ ਬਾਕੀ ਨੁਮਾਇੰਦੇ ਆ ਪੰਜਾਬ ਦੇ ਨਹੀਂ ਸਾਰਿਆਂ ਦੇ ਜਿਹੜੇ ਹੈਗੇ ਜੇ ਗੱਲ ਕਰਨਗੇ ਤੇ ਫਿਰ ਇਹ ਰੁਕ ਸਕਦਾ ਕੰਮ। ਬਿਲਕੁਲ ਰੁਕ ਸਕਦਾ, ਪਰ ਪੁੱਛਣਾ ਥੋੜਾ ਹੈ, ਸਲਾਹ ਥੋੜਾ ਲੈਣੀ ਹੈ, ਪੁੱਛਣਾ ਨਹੀਂ ਨਾ, ਆਪਣੀ ਮਰਜ਼ੀ ਕਰਨੀ ਹੈ, ਸਾਨੂੰ ਸਭ ਕੁਝ ਪਤਾ ਹੈ। ਠੀਕ ਹੈ, ਆਪਣੀ ਮਰਜ਼ੀ ਕਰਨੀ ਹੈ ਇਹਨਾਂ ਨੇ। ਦੇਖੋ ਗੱਲ ਇਹ ਹੈ, ਕਿਤੇ ਗੱਲ ਚੱਲਦੀ ਹੈ ਬਿਜਲੀ ਨੂੰ ਸਾਰਾ ਮਹਿਕਮਾ ਹੀ ਪ੍ਰਾਈਵੇਟ ਕਰ ਦੇਣਾ, ਪ੍ਰਾਈਵੇਟ ਕੰਪਨੀਆਂ ਬਿਜਲੀ ਸਪਲਾਈ ਕਰਨਗੀਆਂ। ਕਦੀ ਗੱਲ ਕੀਤੀ ਜਾਂਦੀ ਹੈ ਮੀਟਰ ਪਹਿਲਾਂ ਚਾਰਜ ਕਰਵਾਉਣਾ ਪਏਗਾ, ਜਿਵੇਂ ਮੋਬਾਈਲ ਚਾਰਜ ਕਰਵਾਈਦਾ ਇਦਾਂ ਮੀਟਰ ਚਾਰਜ ਕਰਵਾ ਬਿਜਲੀ ਦਾ। ਦਿੱਲੀ 'ਚ ਹੋ ਗਿਆ ਹੈ, ਚਿਪ ਪੈ ਗਈ ਉਹਦੇ 'ਚ, ਕਰ ਰਹੇ ਆ। ਔਰ ਪੰਜਾਬ 'ਚ ਇਹਨਾਂ ਲਾਉਣਾ ਹੈ ਕਿ ਉਹਨਾਂ ਨੇ ਵਿਰੋਧਤਾ ਕੀਤੀ, ਕਿਸਾਨ ਪੈ ਗਏ ਉੱਤੇ ਜਿਨ੍ਹਾਂ ਨੂੰ ਅਸਲ 'ਚ ਤੁਹਾਡੀ ਗੱਲ ਸੀ, ਇਹ 'ਚ ਇੱਕ ਏਜੰਸੀ ਆ, ਜਿੱਦਾਂ ਇੱਕ ਪ੍ਰਾਈਵੇਟ ਏਜੰਸੀ ਆ, ਉਹਨਾਂ ਨੇ ਰਿਲਾਇੰਸ ਵਰਗੀਆਂ ਜਿਹੜੀਆਂ ਏਜੰਸੀਆਂ ਉਹ ਇਹਦੇ ਪਿੱਛੇ ਹੈਗੀਆਂ, ਉਹਨਾਂ ਨੇ ਉਹ ਕਰਕੇ ਉਹਨਾਂ ਨੇ ਆਰਡਰ ਦੇ ਦਿੱਤਾ ਵੀ ਇੰਨੇ ਮੀਟਰ ਚਾਹੀਦੇ ਆ, ਉਹ ਆਪ ਹੀ ਇੰਸਟਾਲ ਕਰ ਰਹੇ ਆ, ਆਪ ਹੀ ਬਣਾ ਰਹੇ ਆ। ਔਰ ਇਹ 'ਚ ਸਰਕਾਰ ਜਿਹੜੀ ਉਹ ਕਮਿਸ਼ਨ ਲੈ ਰਹੀ ਹੈ, ਇਹਦੇ ਵਿੱਚ ਸੈਂਟਰਲ ਨੂੰ ਆ ਰਹੇ, ਉਹਦੇ 'ਚ ਪੰਜਾਬ ਗੌਰਮੈਂਟ ਦਾ ਨਹੀਂ ਮਤਲਬ ਕੋਈ ਵੀ ਹੈਗਾ। ਹੁਣ ਉਹ ਪੰਜਾਬ 'ਚ ਲਾਉਣਾ ਹੈ ਕਿ ਇਹਨਾਂ ਨੇ ਤੋੜ ਭੰਨ ਕੀਤੀ, ਨਹੀਂ ਲਾਏ, ਰੁਕ ਗਿਆ ਕੰਮ। ਦੇਖੋ ਗੱਲ ਇਹ ਹੈ, ਪਤਾ ਨਹੀਂ ਕਿਉਂ ਹਰ ਪਾਸਿਓਂ ਪੈਸਾ ਖਿੱਚਣ ਲੱਗੇ ਪਏ ਆ, ਹਰ ਪਾਸਿਓਂ ਪੈਸਾ। ਠੀਕ ਹੈ, ਗੌਰਮੈਂਟ ਵੀ ਚਲਾਣੀ, ਖਜ਼ਾਨਾ ਵੀ ਭਰਨਾ, ਪਰ ਕੁਝ ਮਤਲਬ ਜਿਹੜੇ ਬਿਜ਼ਨਸ ਹਾਊਸਿਸ ਨੇ ਫਿਰ ਉਹ ਉਧਰ ਆ ਜਾਂਦੇ ਨੇ ਕਿ ਇੱਦਾਂ ਨੂੰ ਫੰਡਿੰਗ ਕਿਵੇਂ ਕਰਨੀ। ਮਤਲਬ ਟੋਟਲ ਮਿਲ ਕੇ ਇੱਦਾਂ ਹੈ ਕਿ ਹਰ ਬੰਦਾ ਮਨੀ ਸੱਕ ਕਰ ਰਿਹਾ, ਮਨੀ ਖਿੱਚਦਾ ਪਿਆ, ਸਮਾਜ ਨੂੰ ਦਿੰਦਾ ਕੁਝ ਨਹੀਂ ਪਿਆ। ਸਮਾਜ ਤੋਂ ਖਿੱਚ ਲਵੋ, ਕਿੰਨਾ ਖਿੱਚੋਗੇ? ਸਮਾਜ ਕੋਲ ਕਿੰਨਾ ਕੁ ਹੈਗਾ? ਇੱਕ ਦਿਨ ਤੁਸੀਂ ਦੇਖੋਗੇ ਸਮਾਜ ਕਹੇਗਾ ਬਸ ਯਾਰ ਮਰਨ ਕਿਨਾਰੇ ਆ ਗਏ, ਹੋਰ ਨਾ ਖਿੱਚੋ, ਸਾਹ ਲੈਣ ਜੋਗਾ ਛੱਡ ਦਿਓ। ਜਿੱਦਾਂ ਦੇ ਵਿੱਚ GST ਸਾਹ ਨਹੀਂ ਲੱਗੀ, ਬਾਕੀ ਲੱਗ ਚੁੱਕੀ ਹੈ ਨਾ। ਇਹ ਕਿਹਾ ਪੰਜਾਬ ਦੇ ਕਿਸੇ ਨੁਮਾਇੰਦੇ ਨੇ। ਮਤਲਬ ਇਹ ਹੈ ਕਿ ਅਜੀਬ ਜੀ ਸਿਚੁਏਸ਼ਨ ਬਣੀ ਹੋਈ ਹੈ। ਇਹ ਮਤਲਬ ਜਿਵੇਂ ਨਾ ਹਰ ਰੋਜ਼ ਇਹੀ ਪਲਾਨ ਕਰਨਾ ਕਿ ਅੱਜ ਕੀ ਵੇਚਣਾ ਹੈ, ਕੀ ਵੇਚ ਕੇ ਕੀ ਖੱਟਣਾ ਹੈ। ਮਤਲਬ ਹਰ ਰੋਜ਼ ਜਿਵੇਂ ਇਹੀ ਪਲੈਨਿੰਗ ਹੁੰਦੀ ਹੈ, ਸਭ ਤੋਂ ਵੱਡੀ ਪਲੈਨਿੰਗ ਇਹ ਹੈ। ਜਿੱਦਾਂ ਰੇਹੜੀ ਵਾਲੇ ਆਉਂਦੇ ਨੇ, ਲੈ ਲਓ ਗੋਭੀ, ਲੈ ਲਓ ਆਲੂ, ਲੈ ਲਓ ਮਟਰ, ਲੈ ਲਓ ਧਨੀਆ, ਹੈ ਨਾ। ਇਹ ਉਹ ਹੋਗਾ ਹੋਕਾ ਦੇਣ ਵਾਲੀ ਗੱਲ ਹੋ ਗਈ ਵੀ ਜਿਹੜੇ ਲੈਣਗੇ ਉਹਨਾਂ 'ਤੇ ਟੈਕਸ ਲੈ ਲਓ, ਟੈਕਸ ਲੱਗੂਗਾ ਅਤੇ ਮੁੜ ਕੇ ਸਾਡਾ ਖਜ਼ਾਨਾ ਭਰੂਗਾ। ਅਤੇ ਉਹ ਵਿਚਾਰੇ ਘਰ ਜਾ ਕੇ ਭਾਵੇਂ ਲੂਣ ਮਿਰਚ ਨਾਲ ਰੋਟੀ ਖਾਣ, ਹੈ ਨਾ, ਲੱਸੀ ਘੋਟ ਕੇ ਅਤੇ ਹਰੀ ਮਿਰਚਾਂ ਘੋਟ ਕੇ ਖਾਣ, ਉਹਨਾਂ ਦਾ ਨਹੀਂ। ਜੇ ਸਾਰਾ ਕੁਝ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਚਲਾਉਣ ਵਾਸਤੇ, ਤੇ ਫਿਰ ਗਵਰਨਮੈਂਟ ਵੀ ਪ੍ਰਾਈਵੇਟ ਬਣਾ ਲੈਂਦੇ ਆ। ਗਵਰਨਮੈਂਟ ਦੀ ਲੋੜ ਹੀ ਨਹੀਂ ਹੈਗੀ, ਹੈ ਨਾ। ਬੋਰਡ ਆਫ ਡਾਇਰੈਕਟਰਸ ਬਣਾ ਦਿੰਦੇ ਆ, CEO ਦਾ ਫਿਕਸ ਕਰ ਦਿੰਦੇ ਆ, ਤੇ ਕੰਪਨੀ ਵਾਕਨ ਆਪਣੇ ਦੇਸ਼ ਨੂੰ ਚਲਾਉਂਦੇ ਆ, ਕੰਪਨੀ ਵਾਕਨ ਸਟੇਟਸ ਨੂੰ ਚਲਾਉਂਦੇ ਆ। ਬੈਲੈਂਸ ਸ਼ੀਟ ਤਾਂ ਬਣਦੀ ਹੋਈ ਹੈ ਬਜਟ ਦੀ, ਇਸ ਪੂਰਾ ਸਟਰਕਚਰ ਹੀ ਆਪਾਂ ਕਾਰਪੋਰੇਟ ਕਰ ਦਿੰਦੇ ਆ ਔਰ ਉਹਦੇ ਮੁਤਾਬਿਕ ਚੱਲੇਗਾ। ਫਿਰ ਫੈਡਰਲ ਸਟਰਕਚਰ ਦੀ ਤੇ ਲੋੜ ਹੀ ਨਹੀਂ ਹੈ। ਕਨਸਟੀਟਿਊਸ਼ਨ ਵੀ ਫਿਰ ਤੁਸੀਂ ਕਹੋਗੇ ਚੈਲੰਜ ਕਰ ਦਿੰਦੇ ਆ ਅਸੀਂ। ਗਵਰਨਮੈਂਟ ਦਾ ਮਤਲਬ ਹੈਗਾ ਕਿ ਲੋਕਾਂ ਨੂੰ ਸਹੂਲਤਾਂ ਪ੍ਰੋਵਾਈਡ ਕਰਨੀਆਂ, ਉਹਨਾਂ ਨੂੰ ਫੈਸਿਲਿਟੀ ਦੇਣੀ। ਇਹ ਹੁਣ ਗਵਰਨਮੈਂਟਾਂ ਇਹ ਬਣ ਰਹੀ ਕਿ ਪਿਛਲੀਆਂ ਸਹੂਲਤਾਂ ਤੋੜ ਦਿਓ ਤੇ ਅਗਲੀਆਂ ਖਿੱਚ ਲਓ, ਹੈ ਨਹੀਂ। ਤੇ ਸਹੂਲਤਾਂ ਦਾ ਜਿਹੜਾ ਉਹਨਾਂ ਕੋਲ ਜ਼ਿਆਦਾ ਬਣਿਆ ਲਿਸਟ ਬਣੀ ਉਹ ਤੋਂ ਡਿਲੀਟ ਕਰ ਦਿਓ। ਇਹ ਹੈ ਬਲਕਾਰ ਜੀ ਕਿ ਵਿਦ ਆਲ ਡਿਊ ਰਿਸਪੈਕਟ ਅਸੀਂ ਕਨਸਟੀਟਿਊਸ਼ਨ ਦੀ ਮਰਿਆਦਾ ਦੇ ਮੁਤਾਬਿਕ, ਕਨਸਟੀਟਿਊਸ਼ਨ ਦੇ ਫਰੇਮਵਰਕ ਦੇ ਮੁਤਾਬਿਕ ਸਵਾਲ ਚੁੱਕਦੇ ਹਾਂ
ਕਿਉਂਕਿ ਸਾਡਾ ਸਵਾਲ ਚੁੱਕਣਾ ਸਾਡਾ ਹੱਕ ਹੈ, ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਹੈ, ਬੋਲਣਾ ਹੱਕ ਹੈ, ਬੋਲਣਾ ਹੱਕ ਹੈ ਕਿ ਤੁਸੀਂ ਇਹ ਦੇਸ਼ ਜਿੰਨਾ ਤੁਹਾਡਾ ਉਹਨਾਂ ਸਾਡਾ ਵੀ ਹੈ। ਅਸੀਂ ਜਦੋਂ ਦੇਖਦੇ ਹਾਂ ਕਿ ਦੇਸ਼ ਨੂੰ ਲੁੱਟਣ ਵਾਲੇ ਬੈਠੇ ਨੇ ਤੇ ਫਿਰ ਅਸੀਂ ਗੱਲ ਤਾਂ ਕਰਨੀ ਹੋਈ ਹੈ ਕਿ ਲੁੱਟ ਕੇ ਕਿੱਥੇ ਲੈ ਕੇ ਜਾਓਗੇ, ਕੀ ਕਰੋਗੇ, ਕੀ ਇੰਨਾ। ਮੀਡੀਆ ਲੋਕਾਂ ਦੀ ਆਵਾਜ਼ ਹੈ, ਬਿਲਕੁਲ ਲੋਕਾਂ ਦੀ ਆਵਾਜ਼। ਪਿੰਡਾਂ ਦੇ ਪਿੰਡ ਲੋਕ ਆ ਕੇ ਰੌਲਾ ਪਾਉਣਗੇ, ਫਿਰ ਕਹਿਣਗੇ ਪ੍ਰਦਰਸ਼ਨੀ ਕਰਦੇ ਰੌਲਾ। ਮੀਡੀਆ ਜਿਹੜਾ ਹੈਗਾ ਬੋਲਣ ਦਾ ਪਿਲਰ ਹੈ, ਲੋਕਾਂ ਦਾ ਥੰਮ ਹੈਗਾ। ਬਿਲਕੁਲ ਜੀ, ਇਲੈਕਟ੍ਰੋਨਿਕਸ ਵੀ ਆ। ਗਵਰਨਮੈਂਟ ਤੇ ਪਬਲਿਕ ਦੇ ਵਿੱਚ ਇੱਕ ਪੁਲ ਦਾ ਕੰਮ ਕਰਦਾ ਹੈ ਮੀਡੀਆ। ਹੁਣ ਜੇ ਪੁਲ ਗਾਇਬ ਕਰ ਦੋਗੇ ਤਾਂ ਕਮਿਊਨੀਕੇਸ਼ਨ ਗੈਪ ਹੋ ਜਾਏਗਾ। ਸਰਕਾਰਾਂ ਨੂੰ ਪਬਲਿਕ ਦੀ ਸਪੋਰਟ ਨਹੀਂ ਮਿਲਣੀ, ਪਬਲਿਕ ਨੂੰ ਸਰਕਾਰਾਂ ਦੀ ਸਪੋਰਟ ਨਹੀਂ ਮਿਲਣੀ, ਤੇ ਲੋਕਤੰਤਰ ਕਿਵੇਂ ਬਚਣਾ, ਫੈਡਰਲ ਸਟਰਕਚਰ ਕਿਵੇਂ ਬਚਣਾ, ਇਹ ਤੁਸੀਂ ਆਪ ਵਿਚਾਰ ਕਰ ਸਕਦੇ ਹੋ। ਇਹ ਲੋਕਾਂ ਦੀ ਸਹੂਲਤਾਂ ਜਿਹੜੀ ਬਰਕਰਾਰ ਰਹਿਣਗੇ ਤੇ ਲੋਕ ਨਹੀਂ ਬੋਲਣਗੇ। ਜਦੋਂ ਸਹੂਲਤਾਂ ਖੋਹੀਆਂ ਗਈਆਂ, ਉਹਨਾਂ ਤੇ ਥੋਪੀਆਂ ਗਈਆਂ, ਜੋ ਉਹਨਾਂ ਨੂੰ ਚਾਹੀਦਾ ਹੈਗਾ ਬਿਜਲੀ ਪਾਣੀ ਹੈ ਕਿ ਨਹੀਂ, ਤੇ ਫਿਰ ਉਹਨਾਂ ਦੀਆਂ ਸੜਕਾਂ ਆਉਣ ਜਾਣ ਦੇ ਰਾਹ ਵਹੀਕਲ, ਇਹ ਤਾਂ ਉਹਨਾਂ ਨੂੰ ਚਾਹੀਦੀ ਹੈ। ਜੇ ਨਹੀਂ ਹੋਣਗੇ ਤਾਂ ਫਿਰ ਸਰਕਾਰ ਦਾ ਕੀ ਕੰਮ, ਕੀ ਬਾਤ, ਵੈਲਫੇਅਰ ਆਫ ਸਟੇਟ ਕਿੱਥੇ ਗਿਆ, ਕਨਸੈਪਟ ਕਿੱਥੇ ਗਿਆ। ਬੇਸਿਕ ਕਮਿਊਨਿਟੀ ਨਹੀਂ ਹੈਗੀ ਤੇ ਫਿਰ ਉਹਨਾਂ ਨੇ ਕੀ ਕਰਨਾ, ਕੀ ਸਰਕਾਰ ਕੋਲ ਲੱਭਣਗੇ ਤੇ ਕੀ ਖਾਣਗੇ। ਐਗਜ਼ੈਕਟਲੀ। ਸੋ ਅੱਗੇ ਵਧਦੇ ਆਪਾਂ। ਭਗਵੰਤ ਮਾਨ ਨੇ MSP ਸਣੇ ਪੰਜਾਬ ਦੀਆਂ ਹੋਰ ਮੰਗਾਂ ਮੋਦੀ ਸਾਹਿਬ ਨੂੰ ਮਿਲ ਕੇ ਉਠਾਈਆਂ ਨੇ। MSP ਦਾ ਮਸਲਾ ਹੈ, ਪਾਣੀ ਦਾ ਮਸਲਾ ਹੀ ਮਸਲੇ ਨੇ ਪੰਜਾਬ ਦੇ, ਮਸਲੇ ਹੀ ਕਰਨੇ। ਫਿਰ ਉਹਨਾਂ ਨਾਲ ਗੱਲ, ਹੁਣ ਉਹਨਾਂ ਨੇ ਹੱਥ ਮਿਲਾਉਣਾ ਇਹ ਤਾਂ ਨਹੀਂ ਕਿ ਅੱਗੇ ਗਏ ਕਿ ਫੁਲਕਾਰੀ ਲੈ ਕੇ ਗਏ, ਚਰਖਾ ਲੈ ਕੇ ਗਏ, ਉਹ ਤਾਂ ਖੁਸ਼ੀ ਨਾਲ ਪਹਿਲੀ ਵਾਰ ਮਿਲੇ। ਐਤਕੀ ਇਹਨਾਂ ਨੇ ਪਹਿਲਾਂ ਸਮੱਸਿਆਵਾਂ ਦੇ ਪ੍ਰੋਜੈਕਟਸ ਲੈ ਕੇ ਗਏ, 50 ਫਾਈਲਾਂ ਲਓ ਸਮੱਸਿਆਵਾਂ ਦੀਆਂ। ਪਰ ਹੁਣ ਇਹਨਾਂ ਨੇ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ, ਨੀਤੀ ਆਯੋਗ ਦੀ ਮੀਟਿੰਗ ਸੀ, ਉਹਦੇ ਵਿੱਚ ਗਏ ਆ। ਜੀ। ਪਰ ਉਹਦੇ 'ਚ ਇਹ ਵੀ ਪਤਾ ਲੱਗਾ ਕਿ ਨੀਤੀ ਆਯੋਗ ਦੀ ਜਿਹੜੀ ਮੀਟਿੰਗ ਉਹਦੇ 'ਚ ਪਹਿਲੋਂ ਤਾਂ ਕੋਈ ਮੁੱਖ ਮੰਤਰੀ ਪੰਜਾਬ ਦਾ ਗਿਆ ਨਹੀਂਗਾ। ਸੱਦੇ ਵੀ ਆਉਂਦੇ ਆ ਪਰ ਉਹ ਅਜੇ ਤੱਕ ਨਹੀਂ ਗਏ, ਨਾ ਤਾਂ ਕਾਂਗਰਸ ਤੋਂ ਕੋਈ ਨੁਮਾਇੰਦਾ ਗਿਆ, ਨਾ ਅਕਾਲੀ ਦਲ ਤੋਂ ਗਿਆ। ਪਹਿਲੀ ਵਾਰੀ ਭਗਵੰਤ ਮਾਨ ਨੇ ਥੋੜ੍ਹਾ ਜਿਹਾ ਇਹ ਗੱਲ ਅੱਗੇ ਸ਼ੁਰੂ ਕੀਤੀ ਹੈ, ਚੰਗਾ ਸਟੈਪ ਲਿਆ। ਪਰ ਪਰਸਨਲੀ ਉਹ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਆ। ਉਹਨਾਂ ਨੇ MSP ਦਾ ਜਿਹੜਾ ਘੱਟੋ ਘੱਟ ਸਮਰਥਨ ਬੋਲਾ ਉਹਦੇ ਤੇ ਗੱਲ, ਮੁੱਲ ਤੇ ਗੱਲ ਕੀਤੀ, ਜਿਸ 'ਚ ਮੂੰਗੀ ਦਾ ਮੁੱਦਾ ਸੀਗਾ ਵੀ ਉਹ ਘੱਟ ਰੇਟ ਤੇ ਆ। ਕਣਕ ਦਾ ਜਿਹੜਾ ਸੀਗਾ ਕਿ ਉਹ ਹੈਗਾ, ਗੰਨੇ ਦਾ ਰੇਟ ਦਾ ਪਤਾ ਕੀਤਾ ਉਹਨਾਂ ਨੇ, ਘੱਟ ਹੈਗਾ। ਇੱਕ ਉਹਨਾਂ ਨੇ ਇਹ ਮਨਾਇਆ ਕਿ ਸਾਲ 'ਚ 50,000 ਕਰੋੜ ਜਿਹੜਾ ਹੈਗਾ ਇਹ ਸਾਡੀ ਕਿਸਾਨੀ ਲਈ, ਲੋਕਾਂ ਦੀਆਂ ਸਹੂਲਤਾਂ ਲਈ ਜਿਹੜਾ ਸੈਂਟਰਲ ਨੂੰ ਫੰਡ ਆਉਣਾ ਚਾਹੀਦਾ। ਮੋਦੀ ਸਾਹਿਬ ਨੇ ਕਹਿਤਾ ਕਿ ਇਹ ਜ਼ਰੂਰ ਹੋਊਗਾ, ਕੰਟੀਨਿਊਸਲੀ 2 ਸਾਲ ਜਿਹੜੇ ਹੋਣ ਦੇਣਗੇ। ਇਹਦਾ ਮਤਲਬ ਜਿਹੜਾ ਇਸ ਸਾਲ ਦਾ ਰਹਿੰਦਾ ਹੈਗਾ, ਮਤਲਬ 22 ਦਾ ਤੇ 23 'ਚ ਤਾਂ ਮਿਲ ਜੂਗਾ। 24 ਤੇ ਫਿਰ ਇਲੈਕਸ਼ਨ ਆ ਗਈ, 24 ਤੇ ਇਹਨਾਂ ਨੇ ਦੇਣਾ ਹੀ ਦੇਣਾ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਵੋਟਿੰਗ ਵੀ ਲੈਣੀ ਆ, ਸਾਰਾ ਕੁਝ ਹੈਗਾ, ਲੋਕਾਂ ਨੂੰ ਖੁਸ਼ ਕਰਨਾ ਪੈਣਾ। 24 'ਚ ਤਾਂ ਫਿਰ ਮਿਲੇਗਾ। ਪਰ ਰਹਿੰਦੇ 2 ਸਾਲ 'ਚ ਇਹਨਾਂ ਨੇ ਉਹਨਾਂ ਨੂੰ ਮਨਾਇਆ, ਉਹਨਾਂ 'ਚ ਇਹ ਕਿਹਾ। ਪਰ ਉਹਨਾਂ ਨੇ ਕਿਹਾ ਕਿ ਸਾਡੇ ਕਿਸਾਨ, ਸਾਡੇ ਖੇਤ ਮਜ਼ਦੂਰ ਤੇ ਸਾਡੇ ਜਿਹੜੇ ਨੌਜਵਾਨ ਹੈ ਇਹ ਬੜੇ ਤੰਗ ਆ, ਕਿਉਂਕਿ ਬੇਰੁਜ਼ਗਾਰੀ ਵੀ ਇੱਥੇ ਹੈਗੀ ਆ। ਪਰ ਉਹਦੇ 'ਤੇ ਜਿਹੜੀ ਆ ਇਸ ਵੇਲੇ ਲੋਕਾਂ ਦੇ ਜਿਹੜੇ ਖਰਚੇ ਨੇ ਉਹ ਘਟ ਗਏ ਆ, ਤੇ ਮਹਿੰਗਾਈ ਨੇ ਬੁਰਾ ਹਾਲ ਕਰ ਦਿੱਤਾ। ਉਹਨਾਂ ਨੇ ਪਰਸਨਲੀ ਉਹਨਾਂ ਨਾਲ ਗੱਲ ਕੀਤੀ ਆ। ਪਰ ਉੱਧਰੋਂ ਜਵਾਬ ਇਹ ਆਇਆ ਕਿ ਪੰਜਾਬ 'ਚ ਮਹਿੰਗਾਈ ਜ਼ਿਆਦਾ ਨਹੀਂ ਹੈਗੀ, ਓਵਰਆਲ ਤਾਂ ਸਾਰੇ ਹਿੰਦੁਸਤਾਨ 'ਚ ਹੀ ਹੈ। ਪਰ ਕੈਪੀਟਲ ਇਨਕਮ ਜਿਹੜੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਬਿਹਤਰ ਹੈਗੀ ਆ। ਫਿਰ ਇਹਨਾਂ ਨੇ ਉੱਥੇ ਗੱਲ ਕਹੀ ਆ ਕਿ ਜੇ ਪਰ ਕੈਪੀਟਲ ਇਨਕਮ ਜ਼ਿਆਦਾ ਹੈ ਤਾਂ ਫਿਰ ਉਹ ਟੈਕਸ ਲਾ ਦੇ, ਪੰਜਾਬ ਦੇ ਤਾਂ ਅੱਗੇ ਬਹੁਤ ਲੱਗੇ। ਗੱਲ ਇਹ ਹੈ ਕਿ ਅੰਕੜਿਆਂ ਦੇ ਉੱਤੇ ਚੱਲਦੇ ਪਏ ਨੇ, ਸਟੈਟਿਸਟਿਕਸ ਦੇ ਮੁਤਾਬਿਕ ਗੱਲਾਂ ਕਰਦੇ ਨੇ। ਉਹਨੂੰ ਪੁੱਛੋ ਜਿਹਨੂੰ ਰੋਟੀ ਨਹੀਂ ਮਿਲੀ ਖਾਣ ਨੂੰ, ਜਿਹਦਾ ਢਿੱਡ ਭੁੱਖਾ ਹੈ, ਉਹਨੂੰ ਪੁੱਛੋ। ਇਹ ਗੱਲਾਂ ਨੇ। ਉਧਰੋਂ ਗੱਲਾਂ ਹੋ ਰਹੀਆਂ ਨੇ ਕਿ ਜਦੋਂ ਆਪਾਂ ਨੈਸ਼ਨਲ ਲੈਵਲ ਤੇ ਗੱਲ ਕਰਦੇ ਹਾਂ, ਕਰੰਸੀ ਦੀ ਗੱਲ ਕਰਦੇ ਹਾਂ, ਕਿ ਡਾਲਰ ਦੇ ਮੁਕਾਬਲੇ ਦੇ ਵਿੱਚ ਰੁਪੀ ਟੁੱਟਦਾ ਪਿਆ ਹੈ, ਆਲ ਟਾਈਮ ਡਾਊਨ, ਬਹੁਤ ਥੱਲੇ ਡਿੱਗ ਪਿਆ। ਸੋ ਉਹ ਕਿਉਂ ਹੈ, ਉਹਦੇ ਬਾਰੇ ਗੱਲਬਾਤ ਕਰਨ ਵਾਸਤੇ ਫਿਰ ਗੋਲ ਗੱਲਾਂ ਕਰੀ ਜਾਂਦੇ ਨੇ ਕਿ ਬਾਕੀ ਦੇਸ਼ਾਂ ਦੀ ਕਰੰਸੀ ਇੰਨੀ ਨਹੀਂ ਟੁੱਟੀ, ਜ਼ਿਆਦਾ ਟੁੱਟ ਗਈ ਹੈ, ਭਾਰਤ ਦੀ ਘੱਟ ਟੁੱਟੀ ਹੈ, ਇਸ ਕਰਕੇ ਅਸੀਂ ਸਟਰੋਂਗ ਆ। ਮੈਂ ਕਿਹਾ ਇਹ ਕੀ ਗੱਲ ਹੋਈ ਕਿ ਫਲਾਣੀ ਕੰਟਰੀ ਦੀ ਘੱਟ ਜ਼ਿਆਦਾ ਟੁੱਟੀ, ਫਲਾਣੀ ਕੰਟਰੀ ਦੀ ਜ਼ਿਆਦਾ ਟੁੱਟੀ। ਅਸੀਂ ਆਪਣਾ ਦੇਖੀਏ ਨਾ ਕਿ ਸਾਡੀ ਕੰਟਰੀ ਦੀ ਕਿੰਨੀ ਟੁੱਟੀ ਹੈ ਤੇ ਉਹਨਾਂ ਲੋਕਾਂ ਦਾ ਕੀ ਨੁਕਸਾਨ ਹੋ ਰਿਹਾ। ਤੁਹਾਡੇ ਵਾਲੀ ਗੱਲ ਇਹ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਹਿਤਾ ਕਿ ਇਹਦਾ ਡਿੱਗਣ ਦਾ ਮਸਲਾ ਪਤਾ ਕੀ ਹੈਗਾ, ਮਹਿੰਗਾਈ ਦਾ ਤੇ ਡਾਲਰ ਦਾ ਉੱਪਰ ਚੜ੍ਹਨ ਦਾ। ਇਹ ਯੂਕਰੇਨ ਤੇ ਰਸ਼ੀਆ ਦੀ ਲੜਾਈ ਦਾ। ਹਰ ਜਦੋਂ ਕੋਈ ਲੜਾਈ ਲੱਗ ਜੇ ਨਾ, ਉਹ ਤੁਹਾਨੂੰ ਉਹ ਕਹਿਣਗੇ ਨਹੀਂ ਯਾਰ ਪਿਆਜ਼ ਮਹਿੰਗੇ ਇਸ ਕਰਕੇ ਹੋ ਗਿਆ ਕਿ ਇਸ ਵੇਲੇ ਲੜਾਈ ਲੱਗੀ ਹੈ, ਕਣਕ ਮਹਿੰਗੀ ਹੋ ਗਿਆ ਯਾਰ ਲੜਾਈ ਲੱਗੀ। ਦੱਸ ਉੱਥੋਂ ਆ ਕੇ ਉਹ ਸੈਨਿਕ ਇੱਥੇ ਆ ਕੇ ਖਾਂਦੇ ਤੁਹਾਡੇ ਕੋਲ, ਜਾਂ ਪਿਆਜ਼ ਉੱਥੇ ਭੇਜਦੇ ਹੋ ਕਿ ਬੰਬਾਂ ਦੀ ਥਾਂ ਤੇ ਪਿਆਜ਼ ਪਾ ਕੇ ਤੋਪ ਦੇ ਵਿੱਚ ਫਾਇਰ ਮਾਰਦੇ ਨੇ। ਗ੍ਰਨੇਡ ਨੂੰ ਚੱਲਦੇ ਪਿਆਜ਼ ਉੱਥੇ, ਨਿੰਬੂ ਮਹਿੰਗੇ ਹੋ ਗਏ, ਉੱਥੇ ਚਲਾਏ ਗਏ ਲੋਕਾਂ ਦੇ, ਕਿਸਾਨਾਂ ਤੇ, ਉਹਨਾਂ ਤੇ, ਸੈਨਿਕਾਂ ਤੇ। ਮਤਲਬ ਇਧਰੋਂ ਉਧਰੋਂ ਗੱਲਾਂ ਕਰਕੇ ਵਿੱਚੋਂ ਗੱਲ ਉਹ ਕਰਨੀ ਹੈ ਜਿਹੜੀ ਤੁਹਾਨੂੰ ਸੂਟ ਕਰਦੀ ਹੈ, ਔਰ ਇਹ ਸਾਰੀ ਕਵਰ ਅਪ ਕਰਨ ਵਾਸਤੇ ਸਾਰੀ ਸਟੋਰੀ ਬਣਾ ਲਓ। ਕਈ ਗੱਲਾਂ ਹਾਸ ਹੋ ਜਾਣੀਆਂ, ਬਹੁਤ ਅਜੀਬ ਜਿਹੀਆਂ ਗੱਲਾਂ ਨੇ। ਮਤਲਬ ਇਹ ਗੱਲਾਂ ਹਜ਼ਮ ਨਹੀਂ ਹੁੰਦੀਆਂ, ਹਾਸਾ ਹੁੰਦਾ ਵੀ ਇਹ ਕੀ ਗੱਲਾਂ ਨੇ। ਪਤਾ ਲੋਕਾਂ ਨੂੰ ਕੀ ਗੱਲ, ਲੋਕਾਂ ਨੂੰ ਸਭ ਕੁਝ ਪਤਾ। ਪੈਦਾਵਾਰ ਉਦੋਂ ਹੀ ਉਹੀ ਉਨੀ ਆ, ਉਹਨਾਂ ਹੀ ਪਿਆਜ਼ ਹੁੰਦਾ, ਉਨੀ ਕਣਕ ਹੁੰਦੀ ਆ, ਉਹਨਾਂ ਝੋਨਾ ਹੁੰਦਾ, ਉਨੀ ਬਾਸਮਤੀ ਆ, ਉਹਨਾਂ ਹੀ ਸਾਰਾ ਕੁਝ ਹੈਗਾ। ਮੱਕੀ ਵੇਖੋ ਤੁਸੀਂ, ਖੇਤਾਂ ਦੇ ਖੇਤ ਲਹਿਰਾ ਰਹੇ ਆ ਪੰਜਾਬ, ਪਰ ਜਦੋਂ ਚੁੱਕੀ ਗਈ ਮੱਕੀ ਇੱਥੋਂ ਗਈ, ਉਹ ਤੋਂ ਬਾਅਦ ਜਦੋਂ ਉਹਦੇ ਤੋਂ ਕੋਈ ਪ੍ਰੋਡਕਟ ਬਣ ਰਹੀਆਂ, ਜਦੋਂ ਸਾਰਾ ਕੁਝ ਬਣਨਾ, ਉਹ ਮਹਿੰਗਾ ਹੋਊਗਾ। ਜਦੋਂ ਬੋਰੀਆਂ ਦੀਆਂ ਬੋਰੀਆਂ, ਟਨਾਂ ਦੇ ਟਨ ਖੇਤਾਂ ਤੋਂ ਲੈ ਕੇ ਮੰਡੀ 'ਚ ਚਲੇ ਗਈ, ਜਦੋਂ ਆ ਗਈ ਵਪਾਰੀਆਂ ਦੇ ਹੱਥ 'ਚ, ਜਦੋਂ ਆੜ੍ਹਤੀਆਂ ਦੇ ਹੱਥ 'ਚ ਆ ਗਈ, ਰੇਟ ਵੱਧ ਗਿਆ, ਜਦੋਂ ਰੇਟ ਵੱਧ ਗਏ। ਕਿਸਾਨ ਦੇ ਜਦੋਂ ਉਹਦੀ ਕੋਠੀ 'ਚ
ਉਹ ਦਾਣੇ, ਉਦੋਂ ਬਾਕੀ ਸਭ ਸਿਆਣੇ, ਬਸ ਉਹ ਗੱਲ ਹੈ। ਮਤਲਬ ਮੈਂ ਇੱਕ ਗੱਲ ਹਮੇਸ਼ਾ ਹੀ ਸੋਚਦਾ ਰਹਿਣਾ, ਕਿਸਾਨ ਨੂੰ ਕਿਉਂ ਨਹੀਂ ਹੱਕ ਮਿਲਦਾ ਕਿ ਤੂੰ ਆਪਣੀ ਕਣਕ ਦਾ, ਤੂੰ ਆਪਣੀਆਂ ਫਸਲਾਂ ਦਾ ਮੁੱਲ ਆਪ ਤੈਅ ਕਰ। ਉਹ ਕਿਸਾਨ ਨੂੰ ਕਿਉਂ ਨਹੀਂ ਹੱਕ ਮਿਲਦਾ? ਮਤਲਬ ਉਹ ਕਹਿਣਗੇ ਕਿ ਜੇ ਉਹ ਆਪਣੇ ਆਪ ਕਰਨ ਲੱਗ ਪਿਆ ਫਿਰ ਲੋਕਾਂ ਨੂੰ ਫੂਡ ਸਪਲਾਈ ਨਹੀਂ ਮਿਲਣੀ, ਫਿਰ ਇੱਦਾਂ। ਉਹਦੇ ਵਾਸਤੇ ਕੋਈ ਨਾ ਕੋਈ ਤਰੀਕਾ ਕੱਢਿਆ ਜਾ ਸਕਦਾ। ਉਹਨੂੰ ਗਰੀਬ ਨੂੰ ਪੁੱਛ ਤਾਂ ਲਓ ਕਿ ਤੂੰ ਮਿਹਨਤ ਕੀਤੀ ਹੈ, ਤੂੰ ਲੈ ਕੇ ਆਇਆ ਇੰਨਾ ਕੁਛ ਸਹਿਨ ਕਰਕੇ, ਇੰਨਾ ਡੀਜ਼ਲ ਪੈਟਰੋਲ ਫੂਕ ਕੇ ਆਈ ਆਪਣੀ ਟਰਾਲੀ ਤੇ ਲੈ ਕੇ ਆਇਆ, ਤੇਰੇ ਮਨ ਦੀ ਕੀ ਗੱਲ ਹੈ ਇਹ ਤਾਂ ਸੁਣ ਲਓ ਉਹਦੇ ਕੋਲੋਂ। ਉਹਦੇ ਮਨ ਦੀ ਗੱਲ ਨਹੀਂ ਸੁਣਨੀ, ਆਪਣੇ ਮਨ ਦੀ ਗੱਲ ਸੁਣਾਉਣੀ ਆ। ਵਿਚਾਰੇ ਨੂੰ ਪ੍ਰੈਸ਼ਰ ਕਰਕੇ ਦਬਾ ਕਹਿੰਦੇ ਆ ਕਿ 2 ਮਰਲੇ ਦੀ ਦੁਕਾਨ ਆ ਜਿੱਥੇ, ਉਹਦੇ 'ਚ ਕੋਈ ਬੈਠਾ ਸੂਝਵਾਨ, ਜਿਸ 'ਚ ਉਹਦੇ ਕੋਲ ਸਾਜੋ ਸਮਾਨ ਆ, ਲੋਕਾਂ ਦੀ ਵਰਤੋਂ ਦਾ ਸਮਾਨ ਆ, ਰੋਜ਼ਮਰਰਾ 'ਚ ਲੋਕਾਂ ਦੀ ਗਰੋਸਰੀ ਆ, ਸਾਰਾ ਕੁਛ ਹੈਗਾ, ਉਹ ਵੇਚ ਰਿਹਾ। 25 ਏਕੜ ਵਾਲਾ ਕਿਸਾਨ ਕਰਜ਼ਾਈ ਆ, ਜਿਹੜਾ 2 ਮਰਲੇ ਦੀ ਦੁਕਾਨ ਵਾਲਾ ਬੰਦਾ ਵਾ ਉਹਦੇ ਲੋਕ ਕਰਜ਼ਾਈ ਹੈ। ਇਹ ਸਾਡਾ ਇੱਕ ਹੇਠਾਂ ਤੇ ਉੱਪਰ ਵਾਲਾ ਇਹ ਹਿੱਸਾ ਬਣਦਾ। ਜ਼ਮੀਨ ਵਾਲਾ ਬੰਦਾ ਜਿਹੜਾ ਕਰਜ਼ਾਈ ਆ, ਉਹਦੇ ਕੋਲ ਫਸਲਾਂ ਆ ਰਹੀਆਂ, ਅਨਾਜ ਆ ਰਿਹਾ, ਉਹ ਵੇਚੀ ਜਾ ਰਿਹਾ, ਵੇਚਣ ਤੋਂ ਬਾਅਦ ਕਰਜ਼ਾ ਲੈ ਰਿਹਾ, ਟਰੈਕਟਰ ਵਗਣ ਦਾ ਲੈ ਰਿਹਾ, ਤੇਲ ਦਾ ਲੈ ਰਿਹਾ, ਸਾਰਾ ਕੁਝ ਉਹ ਕਰਜ਼ਾਈ ਹੋ ਰਿਹਾ। ਜਿਹੜਾ ਬੰਦਾ ਵੇਚ ਰਿਹਾ ਸਮਾਨ, ਜਿਹਦੇ ਕੋਲ ਸਮਾਨ ਵਿਕ ਜਾ ਰਿਹਾ, ਉਹ ਉਹਦੇ ਲੋਕ ਕਰਜ਼ਾਈ। ਬਿਲਕੁਲ ਠੀਕ ਹੈ। ਚਲੋ ਇਹ ਤਾਂ ਆਪਾਂ ਪਹਿਲਾਂ ਗੱਲ ਕਰ ਹੀ ਲਈ ਹੈ ਕਿ ਬਿਜਲੀ ਸੋਧ ਬਿੱਲ ਦੇ ਬਾਰੇ। ਉਹ ਤਾਂ ਵਿਰੋਧੀ ਧਿਰਾਂ ਵੀ ਕਹਿ ਰਹੀਆਂ ਨੇ ਕਿ ਇਸ ਕਿਸਮ ਦੀ ਚੀਜ਼ ਜਿਹੜੀ ਹੈ ਉਹ ਡੈਮੋਕ੍ਰੇਸੀ ਦੇ ਵਿੱਚ ਸ਼ੋਭਾ ਨਹੀਂ ਦਿੰਦੀ। ਇਸ ਬਿੱਲ ਨੂੰ ਵਾਪਸ ਲਵੋ, ਪ੍ਰੋਪਰ ਡਿਸਕਸ਼ਨ ਡਿਬੇਟ ਹੋਵੇ, ਫਿਰ ਜਾ ਕੇ ਇਹਦੇ ਉੱਤੇ ਵਿਚਾਰ ਹੋਵੇ। ਪਾਰਲੀਮੈਂਟ ਕਾਹਦੇ ਵਾਸਤੇ ਹੁੰਦੀ ਹੈ? ਬਹਿਸ ਵਾਸਤੇ ਹੁੰਦੀ ਹੈ। ਬਹਿਸ ਤੋਂ ਬਿਨਾਂ ਤੁਸੀਂ ਬਿੱਲ ਕਿਵੇਂ ਪਾਸ ਕਰ ਸਕਦੇ ਹੋ? ਠੀਕ ਹੈ ਨਾ। ਇਸ ਕਰਕੇ ਇਹ ਵਿਰੋਧੀ ਧਿਰਾਂ ਦਾ ਮਨਸ਼ਾ ਹੈ। ਇਹ ਤੇ ਵਿਰੋਧਤਾ ਹੋਗੀ, ਲੋਕ ਕਰਨਗੇ। GST ਬਿੱਲ ਵਾਪਸ ਹੋ ਗਿਆ, ਇਹ ਵੀ ਹੋਊਗਾ। ਬਿਲਕੁਲ ਹੋਏਗਾ, ਕਿਉਂਕਿ ਜਦੋਂ ਜਨਤਾ ਦਾ ਪ੍ਰੈਸ਼ਰ ਬਣ ਜਾਂਦਾ ਫਿਰ ਗਵਰਨਮੈਂਟ ਦੀ ਨਹੀਂ ਚੱਲਦੀ, ਕਿਉਂਕਿ ਜਨਤਾ ਦੀ ਪਾਵਰ ਅਲਟੀਮੇਟ ਪਾਵਰ ਹੈ, ਮੇਨ ਪਾਵਰ, ਆਖਰੀ ਪਾਵਰ ਜਿਹੜੀ ਕਹਿੰਦੇ ਨੇ ਉਹ ਜਨਤਾ ਦੇ ਹੱਥ ਹੀ ਹੈਗੀ। ਅਸੀਂ ਜਨਤਾ ਦੀ ਪ੍ਰਤੀਨਿਧਤਾ ਉਹ ਕਰ ਰਹੇ, ਜਿਹੜੇ MP ਉੱਥੇ ਬੈਠੇ ਆ, ਸੰਸਦ 'ਚ ਮੈਂਬਰ ਬੈਠੇ, ਉਹਨਾਂ ਨੇ ਗੱਲ ਆਵਾਜ਼ ਉਠਾਉਣੀ ਆ। ਅਸੀਂ ਵੀ ਇੱਥੇ ਬੈਠ ਕੇ ਜਨਤਾ ਨੂੰ ਹੀ ਰਿਪਰੈਜ਼ੈਂਟ ਕਰ ਰਹੇ ਹਾਂ। ਉਹ ਜਨਤਾ ਦੇ ਮਨ ਦੀਆਂ ਗੱਲਾਂ ਹੀ ਨੇ ਜੋ ਸਾਡੇ ਮੂੰਹੋਂ ਨਿਕਲਦੀਆਂ ਉਹੀ ਹੈ, ਕਿਉਂਕਿ ਅਸੀਂ ਤੇ ਵੇਖਿਆ, ਜਾ ਕੇ ਘਰਾਂ 'ਚ ਵੇਖਿਆ। ਹੁਣ ਜਿਹੜੇ ਬਾਕੀ ਉੱਥੇ ਬੈਠੇ ਆ ਨੁਮਾਇੰਦੇ, ਉਹ ਸ਼ਾਇਦ ਦਿੱਲੀ ਦੇ ਧਰਤੀ ਤੇ ਬੈਠੇ, ਉਹਨਾਂ ਨੂੰ ਪਤਾ ਨਹੀਂ ਕਿ ਪੰਜਾਬ ਦੇ ਲੋਕਾਂ ਦਾ ਤੇ ਪਿੰਡਾਂ ਦੇ ਲੋਕਾਂ ਦਾ ਕੀ ਦੁਰਦਸ਼ਾ ਹੈ। ਬਿਲਕੁਲ ਜੀ। ਚਲੋ ਅੱਗੇ ਵਧਦੇ ਹਾਂ। ਉਹ ਤੁਹਾਨੂੰ ਯਾਦ ਹੈ ਨਾ, ਇੱਕ ਵਾਰੀ ਉਹ ਨੰਬਰ ਇਸ਼ੂ ਕੀਤਾ ਸੀਗਾ ਭਗਵੰਤ ਮਾਨ ਜੀ ਨੇ ਰਿਸ਼ਵਤਖੋਰੀ ਦੇ ਖਿਲਾਫ, ਹੈਲਪਲਾਈਨ ਨੰਬਰ। ਹੁਣ ਉਹ ਰਾਘਵ ਚੱਡਾ ਦੇ ਉੱਤੇ ਕਿਉਂਕਿ ਕਾਫੀ ਗੱਲਾਂ ਹੋ ਰਹੀਆਂ ਨੇ ਕਿ ਤੁਸੀਂ ਕਿਉਂ ਦਿੱਲੀ ਦਾ ਬੰਦਾ ਲਿਆ ਕੇ ਸਾਡੇ ਸਿਰ ਤੇ ਬਿਠਾ ਦਿੱਤਾ, ਐਡਵਾਈਜ਼ਰੀ ਕਮੇਟੀ ਦਾ ਮੇਨ ਕਿਉਂ ਬਣਾਤਾ। ਖੈਰ ਉਹਨਾਂ ਨੇ ਅੱਛਾ ਕਦਮ ਤਾਂ ਚੰਗਾ ਕਰ, ਜਿਹੜਾ ਧਾਰਮਿਕ ਸਰਾਵਾਂ ਨੂੰ ਲੈ ਕੇ ਕੀਤਾ ਹੈ, ਉਹ ਵਧੀਆ ਕੰਮ ਕੀਤਾ। ਨੌਜਵਾਨ ਮੁੰਡਾ ਵਾ, ਜੇ ਕੰਮ ਕਰ ਰਿਹਾ ਤਾਂ ਮਾੜੀ ਗੱਲ। ਤੇ ਅਗਲੀ ਗੱਲ ਇਹ ਹੈ ਕਿ ਰਾਘਵ ਚੱਡਾ ਜੀ ਨੇ ਵੀ ਹੁਣ ਇੱਕ ਨੰਬਰ ਇਸ਼ੂ ਕਰ ਦਿੱਤਾ ਕਿ ਇਸ ਨੰਬਰ ਦੇ ਉੱਤੇ ਮੈਨੂੰ ਪੰਜਾਬ ਦੇ ਮਸਲਿਆਂ ਬਾਰੇ, ਸਮੱਸਿਆਵਾਂ ਬਾਰੇ ਜਿਹਨੇ ਵੀ ਸੁਝਾਅ ਦੇਣਾ ਹੈ ਉਹ ਸੁਝਾਅ ਦਿਓ, ਤਾਂ ਕਿ ਮੈਂ ਉਹਨੂੰ ਪਲਾਨ ਆਊਟ ਕਰਕੇ ਕੋਈ ਪ੍ਰੋਜੈਕਟ ਤਿਆਰ ਕਰਕੇ ਪੰਜਾਬ ਦੇ ਭਲੇ ਵਾਸਤੇ ਕੰਮ ਕਰ ਸਕਾਂ। ਤੇ ਨੰਬਰ ਜਿਹੜਾ ਉਹਨਾਂ ਨੇ ਇਸ਼ੂ ਕੀਤਾ ਹੈ 99 109 12345, 5 ਵਾਰੀ 4 ਚੌਕੇ, 5 ਚੌਕੇ, 99 109 ਤੇ 5 ਵਾਰ ਚੌਕਾ, 44444। ਸਾਰੇ ਜਿਹੜੇ ਸਾਡੇ ਦਰਸ਼ਕ ਆ ਜਾਂ ਜਿਹੜੇ ਪਿੰਡਾਂ 'ਚ ਵਸ ਰਹੇ ਲੋਕ, ਉਹਨਾਂ ਨੂੰ ਚਾਹੀਦਾ ਕਿ ਕੋਈ ਮਸਲਾ ਹੈਗਾ ਤਾਂ ਸਿੱਧੀ ਕਾਲ ਕਰਨ। ਉਹ 'ਚ ਰਾਘਵ ਚੱਡਾ ਜੀ ਰਾਜ ਸਭਾ ਮੈਂਬਰ ਬੋਲਣਗੇ ਔਰ ਤੁਹਾਡੇ ਨਾਲ ਗੱਲ ਕਰਨਗੇ, ਕਿਉਂਕਿ ਉਹਨਾਂ ਨੇ ਕਹਿਤਾ ਕਿ ਜਿਹੜੇ 3 ਕਰੋੜ ਪੰਜਾਬ ਦੇ ਲੋਕ ਨੇ ਉਹ ਇਹਦੇ ਨਾਲ ਜੁੜ ਸਕਦੇ ਆ। ਪਰ ਮੈਨੂੰ ਇਹ ਉਮੀਦ ਆ, ਉਹਨੇ ਕਿਹਾ ਕਿ ਉਹ ਲੋਕ ਮੇਰੇ ਤੇ ਇਹ ਗੱਲ ਦੱਸਣਗੇ ਕਿ ਕੀ ਸਮੱਸਿਆ ਹੈ ਪਿੰਡਾਂ 'ਚ, ਕਿੱਥੇ ਕੀ ਸਮੱਸਿਆ। ਔਰ ਉਹ ਮਸਲਾ ਮੈਂ ਉੱਥੇ ਸੰਸਦ 'ਚ ਜਦੋਂ ਸਾਡੀ ਬੈਠਕ ਹੁੰਦੀ ਹੈ ਜਾਂ ਸੰਸਦ ਦਾ ਸਮਾਗਮ ਹੁੰਦਾ, ਉਹਦੇ ਵਿੱਚ ਉਠਾਇਆ ਜਾਊਗਾ ਕਿ ਉਹ ਲੋਕਾਂ ਦਾ ਮੁੱਦਾ ਹੈਗਾ, ਲੋਕਾਂ ਨੇ ਮੇਰੇ ਨਾਲ ਗੱਲ ਕੀਤੀ ਹੈ, ਔਰ ਉਹਨੂੰ ਰਿਕਾਰਡ ਵੀ ਕਰੂਗਾ, ਉੱਥੇ ਸੁਣਾ ਵੀ ਸਕਦਾ, ਉਹਦੀ ਵੀਡੀਓ ਵੀ ਬਣਾ ਸਕਦਾ। ਇਹ ਚੀਜ਼ਾਂ ਹੈਗੀਆਂ, ਪਰ ਇਹ ਤੁਹਾਡੇ ਫਾਇਦੇ ਲਈ ਹੈ। ਸਾਰੇ ਦਰਸ਼ਕਾਂ ਨੂੰ ਮੈਂ ਕਹਿ ਰਿਹਾ ਕਿ ਸਾਰੇ ਲੋਕ ਮੇਰੇ ਨਾਲ ਜੁੜਨ। ਬਿਲਕੁਲ, ਮੇਰੇ ਖਿਆਲ WhatsApp ਹੋਏਗਾ, ਇਹ WhatsApp ਭੇਜੋ, ਕਿਉਂਕਿ ਜੇ ਰਿੰਗ ਮਾਰਨ ਲੱਗੇ ਤਾਂ ਰਿੰਗ ਹੀ ਨਹੀਂ ਮਿਲਣੀ। ਹਾਂ, ਨੰਬਰ ਕਿੱਥੋਂ ਮਿਲ ਜਾਣਾ ਹੈ? ਚਲੋ ਇੰਨਾ ਬਿਜ਼ੀ ਰਹਿਣਾ ਹੈ। ਹਾਂ, ਬਿਜ਼ੀ ਤਾਂ ਰਹਿਣਾ, ਲੋਕਾਂ ਦਾ ਰਹਿਣਾ ਹੀ ਆ। ਲੋਕ ਕਹਿਣਗੇ WhatsApp ਹੈ, ਮੈਸੇਜ ਕਰੋ, ਹੋ ਸਕਦਾ ਇੰਨੇ ਮੈਸੇਜ ਹੋ ਜਾਣ ਕਿ ਨੰਬਰ ਹੀ ਹੈਂਗ ਕਰ ਜਾਵੇ, ਫਿਰ ਸਮੱਸਿਆ। ਕਰਨਗੇ ਕੋਈ। ਚਲੋ ਖੈਰ, ਦੇਰ ਆਏ ਦਰੁਸਤ ਆਏ। ਕੰਮ ਤਾਂ ਅੱਛਾ, ਕੰਮ ਅੱਛਾ। ਹੁਣ ਇਹਦਾ ਰਿਸਪੌਂਸ ਕੀ ਹੁੰਦਾ ਉਹ ਦੇਖਣ ਵਾਲੀ ਗੱਲ ਹੈ। ਪਰ ਪਹਿਲੇ ਨੰਬਰ ਦੇ ਉੱਤੇ ਜਿਹੜੀਆਂ ਕੰਪਲੇਂਟਸ ਪਹੁੰਚੀਆਂ ਨੇ ਐਂਟੀ ਕਰਪਸ਼ਨ ਵਾਸਤੇ, ਜਿਹੜਾ ਹੈਲਪਲਾਈਨ ਨੰਬਰ ਹੈ, ਉਹਦਾ ਕੀ ਬਣਿਆ ਕੁਝ ਨੂੰ ਕੁਝ ਨਹੀਂ ਪਤਾ। ਤੋ ਇਸ ਵਕਤ ਇਹ ਬਿਲਕੁਲ ਚਾਹ ਹੈ ਕਿ ਨਵਾਂ ਨੰਬਰ ਹੈ, ਹੋ ਸਕਦਾ ਹੈ ਜੇ ਇਹਦੇ 'ਚ ਵੀ ਕੁਝ ਨਹੀਂ ਬਣਿਆ, ਕੁਝ ਪਤਾ ਨਾ ਲੱਗਾ, ਤਾਂ ਫਿਰ ਇਹ ਨੰਬਰ ਦਾ ਕੀ ਫਾਇਦਾ। ਇੱਕ ਯਤਨ ਤਾਂ ਹੈ ਉਹਨਾਂ ਦਾ, ਯਤਨ ਹਮੇਸ਼ਾ ਹੈ, ਕਰਦੇ ਯਤਨ ਤਾਂ ਕਰਦੇ ਆ ਨਾ। ਪਹਿਲੇ ਸਰਕਾਰਾਂ ਤੇ ਵੀ ਨਹੀਂ ਕੀਤਾ ਨਾ ਡਾਇਰੈਕਟਲੀ। ਵੇਖੋ ਪਤਾ ਕਿ ਕਿਸੇ MP ਨੂੰ, ਕਿਸੇ ਮੰਤਰੀ ਨੂੰ, ਕਿਸੇ ਮੁੱਖ ਮੰਤਰੀ ਨੂੰ ਅਪਰੋਚ ਕਰਨਾ ਔਖੀ ਗੱਲ ਹੁੰਦੀ ਹੈ। ਜਦੋਂ ਇਹਨਾਂ ਨੇ ਦਿੱਤੀਆਂ ਲਾਈਨਾਂ ਦਿੱਤੀਆਂ, ਲੋਕਾਂ ਨਾਲ ਗੱਲਾਂ ਕੀਤੀਆਂ, ਜਦੋਂ ਇਹਨਾਂ ਨੇ ਬਜਟ ਪਾਸ ਕੀਤਾ ਉਹਦੇ 'ਤੇ ਵੀ ਇਹਨਾਂ ਨੇ ਹੈਲਪਲਾਈਨ ਦਿੱਤੀ। ਚੰਗੀ ਗੱਲ, ਕਿਉਂਕਿ ਇਸ ਵੇਲੇ ਸੋਸ਼ਲ ਮੀਡੀਆ ਦਾ ਅਪਰੋਚ ਹੈ, ਲੋਕ ਗੱਲ ਕਰਨਾ ਚਾਹੁੰਦੇ ਆ, ਔਰ ਇਹਦੇ ਨਾਲ ਹੀ ਪਹਿਲੇ ਸਰਕਾਰਾਂ ਵੇਲੇ ਸੋਸ਼ਲ ਮੀਡੀਆ ਡਿਪੈਂਡ ਇਹ ਕਰਦਾ ਨਾ ਕਿ ਇਹਨਾਂ ਨੇ ਪਹਿਲਾਂ ਇੰਨਾ ਆਪਾਂ ਆਲੋਚਨਾ ਨਹੀਂ ਕਰ ਸਕਦੇ, ਤੇ ਨਾ ਉਹਨਾਂ ਨੂੰ ਆਪਾਂ ਇਹਦੇ 'ਤੇ ਕੋਈ ਦੂਸ਼ਣ ਲਾ ਸਕਦੇ, ਕਿਉਂਕਿ ਉਹਦਾ ਇੱਦਾਂ ਦਾ ਸੋਸ਼ਲ ਮੀਡੀਆ ਨਹੀਂ। ਹੁਣ ਸੋਸ਼ਲ ਮੀਡੀਆ ਬਹੁਤ ਹਾਵੀ ਹੈ,
ਔਰ ਗੱਲਾਂ ਹੁੰਦੀਆਂ ਇਹਦੇ ਤੇ। ਗੱਲ ਇਹ ਹੈ ਨਾ ਕਿ ਇਹ ਜਿਹੜਾ ਨੰਬਰ ਹੈ ਇੱਕ ਦਿਖਾਵਾ ਹੈ, ਆਈ ਵਾਸ਼ ਹੈ, ਜਾਂ ਵਾਕਈ ਇਹਦੇ ਉੱਤੇ ਕੋਈ ਕੰਮ ਹੋਣਾ, ਇਹਦਾ ਟਾਈਮ ਪ੍ਰੈਕਟੀਕਲੀ ਪਤਾ ਲੱਗੂ, ਇਹਦਾ ਪ੍ਰੈਕਟੀਕਲੀ ਕੰਮ ਪਤਾ ਲੱਗੂਗਾ। ਅਗਲੀ ਟਾਕ ਵੇਖਾਂ ਕੀ ਇਹਦਾ ਯੈਸ, ਪਹਿਲੀ ਨਜ਼ਰੇ ਤਾਂ ਚੰਗਾ ਕੰਮ ਲੱਗਦਾ ਪਿਆ, ਅੱਗੇ ਜਾ ਕੇ ਦੇਖਾਂਗੇ ਕੀ ਬਣਦਾ ਇਹਦਾ। ਚਲੋ ਆਪਾਂ ਅੱਗੇ ਵਧੀਏ। ਫਰੀਦਕੋਟ ਦੇ ਵਿੱਚ ਜਿਹੜੇ ਜੇਲ੍ਹ ਸੁਪਰੀਡੈਂਟ ਨੇ, ਜੇਲ੍ਹ ਸੁਪਰੀਡੈਂਟ ਦੇ ਘਰੋਂ 6 ਲੱਖ ਦੀ ਡਰੱਗਸ ਮਿਲੀ ਹੈ ਵਾਹ, ਤੇ 70,000 ਰੁਪਏ ਘਰ ਚੋਂ ਮਿਲੇ ਨੇ। ਹਾਂ, ਇੱਕ ਤੇ ਬਾਕੀ 3 ਆਈਫੋਨ ਮਿਲੇ ਨੇ, ਬਿਲਕੁਲ 3 ਆਈਫੋਨ ਮਿਲੇ ਨੇ। ਮੈਨੂੰ ਤੁਸੀਂ ਦਰੁਸਤ ਕੀਤਾ, ਥੈਂਕ ਯੂ ਵੈਰੀ ਮਚ। ਸੋ ਇਹ ਸਭ ਜੋ ਫਰੀਦਕੋਟ ਦੇ ਜੇਲ੍ਹ ਸੁਪਰੀਡੈਂਟਸ ਨੇ, ਕਿਉਂਕਿ ਪਿੱਛੇ ਇਹ ਵੀ ਨਿਊਜ਼ ਸੀ 6 ਮੋਬਾਈਲ ਫੋਨ ਜੇਲ੍ਹ ਦੇ ਵਿੱਚੋਂ ਮਿਲੇ ਔਰ ਡੋਪ ਟੈਸਟ ਹੋਏ ਤਾਂ ਕੈਦੀ ਨਸ਼ੇ ਦੇ ਆਦੀ ਮਿਲੇ। ਮਤਲਬ ਇਹ ਜੇਲ੍ਹਾਂ ਦੇ ਵਿੱਚ ਹਾਲ ਹੋ ਰਿਹਾ ਔਰ ਜੇਲ੍ਹ ਸੁਪਰੀਡੈਂਟ ਦੇ ਘਰੋਂ ਆ ਸਮਾਨ ਮਿਲਦਾ ਪਿਆ। ਮਤਲਬ ਵਿੱਚ ਹੀ ਇਨਵੋਲਵ ਹੈਗੇ ਹੋ। ਪੈਸਾ ਕਮਾਉਣਾ ਇੰਨਾ ਵਧੀਆ ਲੱਗਦਾ, ਤਨਖਾਹਾਂ ਨਾਲ ਪੂਰੀ ਨਹੀਂ ਪੈਂਦੀ ਪਈ ਕਿ ਉੱਤੋਂ ਪੈਸੇ ਕਮਾਉਣੇ ਵੀ ਜ਼ਰੂਰੀ ਨੇ। ਐਡਾ ਮਹਿੰਗਾ ਲਾਈਫ ਸਟਾਈਲ ਰੱਖਿਆ ਹੋਇਆ। ਇਹ ਘਰਦਿਆਂ ਨੂੰ ਤੁਸੀਂ ਗੱਡੀਆਂ ਵੀ ਲੈ ਕੇ ਦੇਣੀਆਂ ਨੇ, ਇੰਪੋਰਟਡ ਕੱਪੜੇ ਵੀ ਲੈ ਕੇ ਦੇਣੇ ਨੇ, ਸੋਨੇ ਚਾਂਦੀ ਵੀ ਪਵਾਉਣੇ ਨੇ। ਪਿਛਲੀ ਵਾਰ ਆਪਾਂ ਇੱਕੋ ਨਿਊਜ਼ ਨਹੀਂ ਦੇਖੀ ਸੀ, ਘਰ ਦੇ ਵਿੱਚ 2-2 ਹਜ਼ਾਰ ਤੇ 5-500 ਦੇ ਨੋਟਾਂ ਦੇ ਢੇਰ ਲੱਗੇ ਪਏ। ਕਮਾਲ ਹੋ ਗਈ ਯਾਰ। ਇਹ ਦੇਖੋ, ਪਤਾ ਅੱਗੇ IAS ਆਫੀਸਰ ਫੜੇ ਜਿਨ੍ਹਾਂ ਕੋਲ ਨੋਟਾਂ ਦੀਆਂ ਪੰਡਾਂ ਫੜੀਆਂ ਔਰ ਪਤਾ ਨਹੀਂ ਕਿੰਨੇ ਕਿਲੋ ਸੋਨਾ ਫੜਿਆ ਗਿਆ ਅੰਦਰੋਂ। ਔਰ ਇੰਨੀ ਜਿਹੜੀ ਹੈ ਪ੍ਰੋਪਰਟੀ, ਤੁਸੀਂ ਇਮੈਜਿਨ ਕਰੋਗੇ ਕਿ ਕੋਈ ਇੰਪਲਾਈ ਬਣਾ ਦੂਗਾ, ਭਾਵੇਂ ਉਹ ਪੰਜਾਬ ਦਾ ਕੋਈ ਵੱਡਾ ਬਾਦਸ਼ਾਹ ਵੀ ਹੋਵੇ, ਉਹਦੇ ਘਰੋਂ ਇੰਨਾ ਸੋਨਾ ਕੱਢਣਾ ਔਖਾ ਹੁੰਦਾ। ਦੂਜੀ ਗੱਲ ਰਹੀ ਜਿਹੜੇ ਸੁਧਾਰ ਘਰ ਹੈ, ਜਿਨ੍ਹਾਂ ਨੂੰ ਅਸੀਂ ਨਾਂ ਸੁਧਾਰ ਕਰ ਰਹੇ ਹਾਂ, ਉੱਥੇ ਵਿਗੜਾਅ ਪਾਉਣ ਲਈ ਤੇ ਸਾਡੇ ਜਿਹੜੇ ਜੇਲ੍ਹ ਸੁਪਰਡੈਂਟ, ਡਿਪਟੀ ਜੇਲ੍ਹ ਸੁਪਰਡੈਂਟ ਹੈ ਜਿਨ੍ਹਾਂ ਦਾ ਇਹ ਮੁੱਦਾ ਆਇਆ, ਜਿਨ੍ਹਾਂ ਨੇ ਫੜੇ ਗਏ ਆ, ਜਿਹੜੇ ਗ੍ਰਿਫਤਾਰ ਹੋ ਗਏ, ਇਹਨਾਂ ਨੂੰ ਬਰਖਾਸਤ ਕਰ ਦਿੱਤਾ। ਔਰ ਇਹਨਾਂ ਕੋਲ ਇਹ ਤਸਕਰੀ ਕਰਦੇ ਸੀ ਅੰਦਰ ਹੀ, ਇਹ ਨਸ਼ਾ ਆਪ ਲਿਆ ਕੇ ਵੇਚਦੇ ਸੀ, ਜਿਹਦੇ 'ਚੋਂ ਇਹਨਾਂ ਕੋਈ ਹੀਰੋਇਨ ਫੜੀ ਆ ਔਰ ਉਹਦੇ 'ਚੋਂ ਉਹ ਆਪ ਵੇਚ ਕੇ ਤੇ ਮਹਿੰਗੇ ਮੁੱਲ 'ਤੇ ਉਹਨਾਂ ਕੋਲ ਲੈਂਦੇ ਹੈਗੇ। ਉਹ ਵਿਚਾਰੇ ਜਰਾਬਾਂ 'ਚ ਪਾ ਉੱਧਰੋਂ ਪਾ, ਫਿਰ ਜਿਹੜੇ ਉਹਦੇ 'ਤੇ ਟੈਸਟ ਵੀ ਹੋਏ ਆ, ਟੌਪ ਟੈਸਟ ਹੋਏ ਆ, ਉਹਦੇ 'ਚੋਂ ਬਾਕੀ 50% ਜਿੱਥੇ ਲੇਡੀ ਆ ਬੰਦੇ ਆ ਉਹ ਨਸ਼ੇ ਦੇ ਆਦੀ ਨਿਕਲੇ। ਔਰ ਦੇਖੋ ਜਿਹੜੇ ਬੰਦੇ ਜਿੱਥੇ ਸੁਧਾਰ ਘਰ ਆ, ਜਿੱਥੇ ਉਹਨਾਂ ਨੂੰ ਲੋਕਾਂ ਨੂੰ ਸੁਧਾਰਨਾ, ਜਿੱਥੇ ਪਨਿਸ਼ਮੈਂਟ ਆ, ਉੱਥੇ ਨਜ਼ਾਰੇ ਲੈ ਰਹੇ। ਮੋਬਾਈਲ ਵੀ ਉਹਨਾਂ ਦੀ ਜੇਬਾਂ 'ਚ, ਨਸ਼ਾ ਵੀ ਉਹ ਖਾ ਰਹੇ ਆ, ਸੁਧਾਰ ਪਾਣੀ ਸਰਕਾਰ ਦਾ ਖਾ ਰਹੇ ਆ। ਤੇ ਇਹ ਜੇਲ੍ਹ ਹੋਈ ਕਿ ਕੀ ਇਹ ਤੀਆਂ ਦਾ ਮੇਲਾ ਹੋਇਆ ਫਿਰ। ਬਿਲਕੁਲ ਆਰਾਮਗਾਹ ਬਣੀ ਹੋਈ ਹੈ ਉਹਨਾਂ ਵਾਸਤੇ ਔਰ ਟੈਕਸ ਪੇਡਸ ਦੀ ਮਨੀ ਦੇ ਉੱਤੇ ਉਹਨਾਂ ਨੂੰ ਤੁਸੀਂ ਰੋਟੀ ਖਵਾਉਂਦੇ ਹੋ, ਫੈਸਿਲਿਟੀਆਂ ਦਿੰਦੇ ਹੋ ਤੇ ਕਾਰਗੁਜ਼ਾਰੀ ਤੁਹਾਡੀ ਆ ਹੈ ਕਿ ਤੁਸੀਂ ਆਪ ਵੀ ਇਨਵੋਲਵ ਹੋ ਕੇ ਪੈਸੇ ਵੀ ਛਾਪਦੇ ਪਏ ਹੋ, ਨੋਟ ਛਾਪਦੇ ਪਏ ਹੋ। ਮਤਲਬ ਸ਼ਰਮ ਆਉਣੀ ਚਾਹੀਦੀ ਹੈ ਵੀ ਕੀ ਹਰਕਤਾਂ ਨੇ। ਜਿਹਨੇ ਨਿਗਰਾਨੀ ਕਰਨੀ ਹੈ, ਜੇ ਜੇਲ੍ਹ ਸੁਪਰਡੈਂਟ ਇਹ ਕਰ ਰਿਹਾ ਤੇ ਜਿਹੜੇ ਬਾਕੀ ਉੱਥੇ ਆਰਮੀ ਜਾਂ ਪੁਲਿਸ ਲਾਈ ਹੈ ਸਿਕਿਉਰਿਟੀ ਲਈ, ਸੁਰੱਖਿਆ ਬਾਲਾ, ਉਹ ਤਾਂ ਆਪ ਕਰਨਗੇ। ਭਾਈ ਗੁਰਦਾਸ ਜੀ ਨੇ ਕਿੰਨਾ ਸੋਹਣਾ ਲਿਖਿਆ ਹੈ ਨਾ, ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਏ। ਇਹ ਹੋਏਗਾ, ਇਹ ਹੁੰਦਾ ਪਿਆ, ਵਾੜ ਹੀ ਖੇਤ ਨੂੰ ਖਾਂਦੀ ਪਈ। ਸੋ ਇਹ ਕੋਈ ਚੰਗੀਆਂ ਗੱਲਾਂ ਤਾਂ ਨਹੀਂ ਹੈਗੀਆਂ, ਕਿਉਂਕਿ ਜੇਲ੍ਹ ਕੋਈ ਮਾਰਕੀਟ ਮਿਲ ਗਈ ਤੁਹਾਨੂੰ ਡਰੱਗ ਸਪਲਾਈ ਕਰਨ ਵਾਸਤੇ, ਕਿ ਇੱਕ ਰੈਡੀਮੇਡ ਮਾਰਕੀਟ ਹੈ, ਸਾਨੂੰ ਉਹਦੇ ਵਾਸਤੇ ਕੋਈ ਮਿਹਨਤ ਮੁਸ਼ੱਕਤ ਨਹੀਂ ਕਰਨੀ ਪਈ। ਅੰਦਰ ਸਾਰੇ ਕੈਦੀਆਂ ਨੂੰ ਪਾ ਦਿਓ ਆਦਤ, ਲੱਤ ਲਗਾ ਦਿਓ, ਨਸ਼ੇ ਦਾ ਆਦੀ ਬਣਾ ਦਿਓ। ਇਹ ਸੁਧਾਰ ਕਰ ਹੈ। ਸੁਧਾਰ ਤਾਂ ਤੁਸੀਂ ਆਪਣੀ ਸਥਿਤੀ ਦੇ ਵਿੱਚ ਕਰਦੇ ਪਏ ਹੋ, ਆਪਣੇ ਬੈਂਕ ਬੈਲੈਂਸ ਦੇ ਵਿੱਚ ਸੁਧਾਰ ਕਰਦੇ ਪਏ ਹੋ, ਆਪਣੀਆਂ ਪ੍ਰਾਪਰਟੀਆਂ ਬਣਾਉਂਦੇ ਪਏ ਹੋ, ਆਪਣੀ ਲਾਈਫ ਦਾ ਸੁਧਾਰ ਕਰਦੇ ਪਏ ਹੋ। ਤੁਹਾਡੇ ਵਾਸਤੇ ਸੁਧਾਰ ਕਰ ਹੈ, ਉਹਨਾਂ ਨੂੰ ਤਾਂ ਤੁਸੀਂ ਵਿਗਾੜਦੇ ਪਏ ਹੋ ਜਿਹੜੇ ਅੰਦਰ ਬੈਠੇ ਹੋਏ ਨੇ। ਔਰ 2-2 ਲੱਖ ਰੁਪਏ ਤਨਖਾਹ ਲੈ ਰਹੇ, ਤੁਹਾਡਾ ਉਹਦੇ ਨਾਲ ਤਾਂ ਘਰ ਨਹੀਂ, ਸ਼ਰਮ ਨਹੀਂ ਆਉਂਦੀ? ਕੀ ਹਰਕਤਾਂ ਨੇ। ਤੁਸੀਂ ਗਵਰਨਮੈਂਟ ਦੇ ਸਰਵੈਂਟ ਜੇ, ਪਬਲਿਕ ਸਰਵੈਂਟ ਜੇ, ਤੁਹਾਡਾ ਧਿਆਨ ਉਸ ਗੱਲ ਹੋਣਾ ਚਾਹੀਦਾ ਕਿ ਅਸੀਂ ਸਰਕਾਰੀ ਨੌਕਰ ਹਾਂ, ਅਸੀਂ ਕੰਮ ਕਰਨਾ ਲੋਕਾਂ ਦੇ ਲਈ, ਕਿ ਲੋਕ ਸਾਡੇ ਤੇ ਉਂਗਲ ਨਾ ਚੁੱਕਣ। ਤੇ ਉਂਗਲ ਤੁਸੀਂ ਆਪ ਚੁਕਾਉਂਦੇ, ਜਿਸ ਕੰਮ ਲਈ ਤੁਸੀਂ ਰੋਕਣਾ। ਨਸ਼ੇ ਦੇ ਤੇ ਆਦੀ ਬੰਦੇ ਉੱਥੇ ਬੈਠੇ ਆ, ਨਸ਼ਾ ਵੇਚਣ ਵਾਲੇ ਤੇ ਬੈਠੇ ਆ, ਤੁਸੀਂ ਉਹਨਾਂ ਨੂੰ ਫਿਰ ਨਸ਼ਾ ਵੇਚ ਰਹੇ ਜੀ। ਇਹ ਕਿੱਧਰ ਦਾ ਸੁਧਾਰ ਕਰ ਹੋਇਆ? ਇਹ ਦੇਖੋ, ਲੋਕਾਂ ਦੇ ਲਈ ਇਹ ਗੱਲ ਹੈਗੀ। ਆਪਾਂ ਲੀਡਰਾਂ ਨੂੰ, ਨੇਤਾ ਤੇ ਤਾਂ ਆਪਾਂ ਉਂਗਲੀ ਚੁੱਕਦੇ ਹਾਂ। ਇਹ 'ਚ ਜਿਹੜੇ ਬੈਂਸ ਜੀ ਨੇ, ਜਿਹੜੇ ਆਪਣੇ ਜੇਲ੍ਹ ਮੰਤਰੀ, ਉਹਨਾਂ ਨੇ ਵੀ ਇੱਥੇ ਉਹਨਾਂ ਨੇ ਬੜੀ ਖੜਕਾਈ ਕੀਤੀ ਹੈ, ਬੜਾ ਆਲੇ ਦੁਆਲੇ ਭੱਜੇ ਆ। ਉਹਨਾਂ ਨੇ ਦੇਖਿਆ ਵੀ, ਉਹਨਾਂ ਦੀ ਸਖਤਾਈ ਨਾਲ ਹੀ ਸਾਰਾ ਕੁਝ ਰੇਡ ਹੋਇਆ। ਗੱਲ ਇਹ ਹੈ ਨਾ ਬਲਕਾਰ ਜੀ, ਜੇ ਹੁਣ ਫਰੀਦਕੋਟ ਦੇ ਜੇਲ੍ਹ ਸੁਪਰੀਟੈਂਡੈਂਟ ਦਾ ਇਹ ਹਾਲ ਹੈ ਤਾਂ ਇਹ ਪੱਕੀ ਤੌਰ ਤੇ ਜੇ ਇਨਵੈਸਟੀਗੇਸ਼ਨ ਹੋਏਗੀ ਨਾ, ਕੋਈ ਨਾ ਕੋਈ ਪੋਲੀਟੀਕਲ ਲੀਡਰ ਵੀ ਵਿੱਚ ਇਨਵੋਲਵ ਮਿਲੇਗਾ। ਪਟਿਆਲੇ ਵੀ ਹੋ ਗਿਆ ਨਾ ਨਾਲ ਹੀ, ਪਟਿਆਲੇ ਵੀ ਉਹਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਫੜੇ ਮੋਬਾਈਲ ਫੜੇ ਆ, ਉਹਦੇ 'ਚ ਵੀ ਨਸ਼ਾ ਫੜਿਆ ਗਿਆ ਹੁਣੇ ਜਸਟ ਇਹਦੇ ਨਾਲ ਹੀ ਪੈਰਲਲ ਗੱਲ ਉੱਥੇ। ਬਿਲਕੁਲ ਜੀ। ਔਰ ਪਟਿਆਲੇ ਦੇਖੋ, ਸਾਡੇ ਵੱਡੇ ਜਿਹੜੇ ਉਸੇ ਜੇਲ੍ਹ 'ਚ ਨਵਜੋਤ ਸਿੱਧੂ ਜੀ ਆ, ਉਸੇ ਜੇਲ੍ਹ 'ਚ ਹੀ ਵਿਕਰਮਜੀਤ ਜੀ ਮਜੀਠੀਆ ਵਾ, ਉਸੇ 'ਚ ਹੀ ਦਲੇਰ ਮਹਿੰਦੀ ਆ, ਉਸੇ ਜੇਲ੍ਹ 'ਚ ਇਹ ਸਾਰਾ ਕੁਝ ਹੋ ਰਿਹਾ। ਇਹ ਦੇਖ ਲਓ ਕੰਮ। ਜੇ ਅੱਗੇ ਤੁਸੀਂ ਨੇਤਾ ਦੀ ਗੱਲ ਕੀਤੀ, ਨੇਤਾ ਤਾਂ ਅਰੈਸਟ ਉੱਥੇ ਹੈਗਾ। ਵਿਕਰਮਜੀਤ ਸਿੰਘ ਮਜੀਠੀਆ ਤੇ ਤਸਕਰੀ ਦਾ ਦੋਸ਼ ਲੱਗਿਆ ਨਾ, ਉਹੀ ਦੋਸ਼ ਦਾ ਕਰਕੇ ਅਰੈਸਟ ਆ ਉੱਥੇ ਫਿਰ ਫੜੇ ਗਏ ਕੱਲ੍ਹ।
ਇਹ ਗੱਲ ਹੈ। ਬਸ ਰੱਬ ਹੀ ਰੱਬ ਹੈ ਹੁਣ ਤੇ, ਵਾਹ ਵਾਹ, ਹੋਰ ਕੋਈ ਹਾਲ ਨਹੀਂ ਹੈਗਾ। ਦੇਖੋ ਤੁਸੀਂ ਕੀ ਡਿਸਕਸ ਕਰਾਂਗੇ ਆਪਾਂ ਹਰ ਥਾਂ ਦੇ ਉੱਤੇ ਉਹੀ, ਸਹੀ ਗੱਲ ਹੈ। ਠੀਕ ਹੈ ਨਾ। ਪਰ ਇਹ ਹੈਗਾ ਕਿ ਗੱਲ ਕਰਨ ਲਈ, ਤੁਹਾਡੇ ਕੋਲ ਗੱਲ ਕਰਨ ਲਈ ਇੰਨਾ ਮਟੀਰੀਅਲ ਔਰ ਇੰਨਾ ਸਮੱਗਰੀ ਹੁੰਦੀ ਹੈ ਕਿ ਤੁਸੀਂ, ਤੁਹਾਡੇ ਕੋਲ 1 ਘੰਟਾ ਵੀ ਘੱਟ ਹੁੰਦਾ। ਜਿਹੜਾ ਤੁਸੀਂ ਹੁਣ 10 ਪੁਆਇੰਟ ਡਿਸਕਸ ਕਰ ਰਹੇ ਜੀ, ਹੈ ਨਾ, ਉਹਦੇ ਵਿੱਚ ਉਹ ਨਹੀਂ ਪੂਰੇ ਹੋਣਗੇ ਕਿ ਉਹਦੇ ਬਾਅਦ ਫਿਰ ਬਾਕੀ ਬਚੇ ਰਹਿਣਗੇ ਕਿ ਕਿੰਨਾ ਕੁ ਹੈਗੇ ਲੋਕ, ਕਿੰਨੇ ਲੋਕਾਂ ਦੀ ਇਨਵੋਲਵਮੈਂਟ ਆ। ਬਿਲਕੁਲ ਇਨਵੋਲਵਮੈਂਟ ਹੈ। ਦੇਖੋ ਗੱਲ ਇਹ ਹੈ ਕਿ ਅਸੀਂ ਨੈਸ਼ਨਲ ਕਰੈਕਟਰ ਨਹੀਂ ਪੈਦਾ ਕਰ ਸਕੇ। ਜਾਂ ਬਸ ਕਈ ਵਾਰ ਮੈਂ ਸੋਚਦਾ ਹੁੰਦਾ ਕਿ ਇੰਨੇ ਸ਼ਹੀਦ ਹੋਏ ਨੇ ਸਾਡੇ, ਜਿਨ੍ਹਾਂ ਨੇ ਆਜ਼ਾਦੀ ਵਾਸਤੇ ਸ਼ਹੀਦੀਆਂ ਦਿੱਤੀਆਂ ਨੇ, ਔਰ ਅੱਜ ਦਾ ਜੋ ਭਾਰਤ ਦੇ ਅੰਦਰ 8 ਅਗਸਤ ਹੈ, ਇੱਕ ਕੁਇਟ ਇੰਡੀਆ ਮੂਵਮੈਂਟ ਇਸ ਦਿਨ ਲਾਂਚ ਕੀਤਾ ਗਿਆ ਸੀ। ਅੰਦੋਲਨ ਦਾ ਹੋਇਆ, ਭਾਰਤ ਛੋੜੋ ਅੰਦੋਲਨ ਸ਼ੁਰੂਆਤ ਹੋਈ ਸੀ, ਔਰ 1947 ਦੇ ਵਿੱਚ ਅਸੀਂ ਆਜ਼ਾਦੀ ਲਿੱਤੀ, 1942 ਦੇ ਵਿੱਚ ਇਹ ਭਾਰਤ ਛੋੜੋ ਅੰਦੋਲਨ ਚੱਲਿਆ, ਔਰ ਅਸੀਂ ਕਿੱਡੀ ਵੱਡੀ ਮੁਹਿੰਮ ਚਲਾਈ ਆ। ਸ਼ਹੀਦ ਆਜ਼ਮ ਭਗਤ ਸਿੰਘ ਦੀ ਅਸੀਂ ਗੱਲ ਕਰਦੇ ਹਾਂ, ਹੋਰ ਸ਼ਹੀਦਾਂ ਦੀ ਗੱਲ ਕਰਦੇ ਹਾਂ, ਸ਼ਹੀਦ ਊਧਮ ਸਿੰਘ, ਬਸ ਲਿਸਟ ਬਹੁਤ ਲੰਬੀ ਹੈ। ਇਹਨਾਂ ਨੇ ਕਦੀ ਨਹੀਂ ਕਿਹਾ, ਜਾਨ ਵੀ ਦੇ ਦਿੱਤੀ, ਕਦੀ ਨਹੀਂ ਕਿਹਾ ਮੇਰੇ ਦੇਸ਼ ਨੇ ਮੇਰੇ ਲਈ ਕੀ ਕੀਤਾ, ਕਦੀ ਨਹੀਂ ਕਿਹਾ। ਔਰ ਅਸੀਂ ਕੱਖ ਨਹੀਂ ਕੀਤਾ, ਫਿਰ ਵੀ ਮੇਰੇ ਦੇਸ਼ ਨੇ ਮੇਰੇ ਲਈ ਕੀ ਕੀਤਾ, ਮੇਰਾ ਦੇਸ਼ ਮੇਰੇ ਲਈ ਕੀ ਕਰਦਾ ਪਿਆ, ਹਮੇਸ਼ਾ ਇੱਦਾਂ ਦੇ ਸਵਾਲ ਕਰਦੇ ਆ। ਤੁਸੀਂ ਆਪਣੇ ਦੇਸ਼ ਲਈ ਕੀ ਕਰਦੇ ਪਏ ਹੋ? ਤੁਸੀਂ ਜੋ ਕਰਦੇ ਹੋ ਆਪਣੀ ਫੈਮਿਲੀ ਵਾਸਤੇ ਕਰਦੇ ਹੋ, ਲੁੱਟਣ ਡਏ ਹੋ ਦੇਸ਼ ਨੂੰ ਦੋਵਾਂ ਹੱਥਾਂ ਦੇ ਨਾਲ, ਔਰ ਆਪਣੀਆਂ ਨਿੱਜੀ ਸੰਪਤੀਆਂ, ਨਿੱਜੀ ਜਾਇਦਾਦਾਂ ਬਣਾਉਂਦੇ ਪਏ ਹੋ। ਔਰ ਤੁਹਾਡੀ ਹਾਲ ਇਹ ਹੈ ਕਿ ਤੁਸੀਂ ਡਰੱਗਸ ਦੇ ਵਿੱਚ ਇਨਵੋਲਵ ਹੈਗੇ ਹੋ, ਨੌਜਵਾਨਾਂ ਨੂੰ ਖਰਾਬ ਕਰਦੇ ਪਏ ਹੋ, ਦੇਸ਼ ਦੀ ਜਨਤਾ ਨੂੰ ਖਰਾਬ ਕਰਦੇ ਪਏ ਹੋ, ਆਪਣੇ 4 ਪੈਸਿਆਂ ਵਾਸਤੇ, ਕਾਲੀ ਕਮਾਈ ਵਾਸਤੇ ਤੁਸੀਂ ਜਾਇਦਾਦਾਂ ਬਣਾਉਂਦੇ ਪਏ ਹੋ। ਸ਼ਰਮ ਆਉਣੀ ਚਾਹੀਦੀ ਤੁਹਾਨੂੰ ਇਹ ਹਰਕਤਾਂ ਕਰਦੇ ਹੋਏ। ਇਸ ਕਰਕੇ ਤਾਂ ਨਹੀਂ ਤੁਹਾਨੂੰ ਪਬਲਿਕ ਨੇ ਪਾਵਰ ਦਿੱਤੀ ਕਿ ਤੁਸੀਂ ਪਾਵਰ ਦਾ ਗਲਤ ਇਸਤੇਮਾਲ ਕਰੋ, ਮਿਸਯੂਜ਼ ਕਰੋ। ਸੋ ਇਹਨਾਂ ਲੋਕਾਂ ਨੂੰ ਆਪਾਂ ਡਿਸਕਸ ਕਰਨ ਲਈ ਕਈ ਵਾਰ ਸੋਚਦੇ ਹਾਂ ਵੀ ਕਿਹੋ ਜਿਹੇ ਲੋਕ ਨੇ, ਕੀ ਇਹਨਾਂ ਲੋਕਾਂ ਦਾ ਲੈਵਲ ਹੈ ਜਿਨ੍ਹਾਂ ਨੂੰ ਅਸੀਂ ਡਿਸਕਸ ਕਰਦੇ ਹਾਂ। ਤੁਸੀਂ ਸ਼ਹੀਦਾਂ ਦੀ ਗੱਲ ਕੀਤੀ ਹੈ ਨਾ, ਜਿਨ੍ਹਾਂ ਨੇ ਆਪਣੇ ਦੇਸ਼ ਲਈ ਆਪਣੀ ਜਾਨਾਂ ਵਾਰੀਆਂ, ਹੈ ਨਾ, ਔਰ ਫਾਂਸੀਆਂ ਦੇ ਰੱਸੇ ਚੁੰਮੇ ਆ। ਬਿਲਕੁਲ ਜੀ। ਔਰ ਉਹਨਾਂ ਸ਼ਹੀਦਾਂ ਦੇ ਲਈ ਸਾਡੇ ਇੱਥੇ ਬੱਚਾ ਜਿਹੜੇ ਕਹਿੰਦੇ ਨੇ ਕਿ ਸਾਡੇ ਆਦਰਸ਼ ਆ, ਸਾਡੇ ਰਹਿਣ ਲਈ ਸਾਡੇ ਮਾਡਲ ਆ, ਅਸੀਂ ਉਹਨਾਂ ਨੂੰ ਪੂਜਦੇ ਹਾਂ। ਔਰ ਜਿਹੜੇ ਸਿਲੇਬਸ ਵੀ ਉਹਨਾਂ ਦੇ ਬੱਚੇ ਪੜ੍ਹਦੇ ਵੀ ਆ, ਆਪਾਂ ਵੀ ਪੜ੍ਹਿਆ ਉਹਨਾਂ 'ਚ ਸਾਨੂੰ ਪਤਾ ਕਿ ਇਹਨਾਂ ਨੇ ਦੇਸ਼ ਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ। ਪਰ ਰਹਿੰਦੀ ਗੱਲ ਜਾਂ ਸਾਡੇ ਨੁਮਾਇੰਦੇ ਆ, ਜਿਹੜੇ ਸਾਡੇ ਲੀਡਰ ਆ, ਉਹ ਉਹਨਾਂ 'ਤੇ ਕਿਸ ਤਰ੍ਹਾਂ ਦਾ ਗੱਲ ਕਰਕੇ ਔਰ ਕਿਸ ਤਰ੍ਹਾਂ ਦਾ ਬਿਆਨਬਾਜ਼ੀ ਕਰ ਦਿੰਦੇ ਆ, ਫਿਰ ਲੋਕਾਂ ਕੋਲ ਆਲੋਚਨਾ ਕਰਾਉਂਦੇ ਆ, ਫਿਰ ਸੰਵਿਧਾਨ ਦੇ ਵਿਰੁੱਧ ਬੋਲ ਕੇ ਗੱਲਾਂ ਕਰਦੇ ਆ। ਉਹਦੇ ਵਿੱਚ ਹੁਣ ਮੈਂ ਨਾਂ ਨਹੀਂ ਲੈਣਾ ਚਾਹੂੰਗਾ ਕਿ ਹੁਣ ਗੱਲ ਜਿਹੜੀ ਆ ਉਹਦੇ 'ਤੇ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਠੰਡੀ ਹੋ ਗਈ ਗੱਲ, ਪਰ ਅਸੀਂ ਚਾਹੁੰਦੇ ਨੇ ਕਿ ਉਹਨੂੰ ਫਿਰ ਉਸ ਗੱਲ 'ਤੇ ਫਿਰ ਉੱਦਾਂ ਦਾ ਤੇਲ ਸੁੱਟਿਆ ਜਾਵੇ। ਪਰ ਅਸੀਂ ਇਹ ਗੱਲ ਕਰਦੇ ਹਾਂ, ਸ਼ਹੀਦਾਂ ਦਾ ਨਾਂ ਇਹ ਜਾ ਕੇ ਸਟੇਜ 'ਤੇ ਲੈਂਦੇ ਉਦੋਂ, शहीदों की चिताओं पे लगेगे हर बरस मेले, वतन पे मिटने वालों का बाकी यही निशान होगा। उन्होंने नाम लैणगे, सारा कुछ करनगे, प्रचार करनगे, मुड़ के दोबारा आलोचना करनगे जाके। इन्हां दा एक पासे नहीं हैगा, जिद्दां दातरी नूं 2 पासे एक पासे दिंदे आ ते इन्हां नूं 2 पासे, ये 2 पासे वड़दे, 2 पासे वड़दे ने। हुण आपां देखो ना, जो भगत सिंह जी दी गल कीती है, उन्हां दे गुरु जिन्हां नूं अपने गुरु भी कहंदे ने, मित्र भी कहंदे ने, चंद्र शेखर आजाद। हाँ, क्या बात, 13-14 ਸਾਲ ਦੇ ਸੀ ਜਦੋਂ ਆਜ਼ਾਦੀ ਦੇ ਅੰਦੋਲਨ ਵਿੱਚ ਆ ਗਏ। ਇੱਕ ਥਾਂ ਤੇ ਧਰਨੇ 'ਚ ਫੜੇ ਗਏ ਤੇ ਜੱਜ ਨੇ ਕਿਹਾ ਇਹ ਤਾਂ ਸਭ ਤੋਂ ਛੋਟੀ ਉਮਰ ਦਾ ਨਿੱਕਾ ਜਿਹਾ ਮੁੰਡਾ ਹੀ ਹੈ, ਬੱਚਾ ਹੈ, ਤੂੰ ਮਾਫੀ ਮੰਗ ਲੈ ਯਾਰ, ਤੈਨੂੰ ਛੱਡ ਦਿੰਦੇ ਆ। ਕਹਿੰਦੇ ਮੈਂ ਮਾਫੀ ਨਹੀਂ ਮੰਗਣੀ। ਤੇਰਾ ਨਾਂ ਕੀ ਹੈ? ਕਹਿੰਦਾ ਆਜ਼ਾਦ। ਤੇ ਤੇਰਾ ਪਤਾ ਕੀ ਹੈ? ਜੇਲ੍ਹ। ਤੇ ਤੇਰੇ ਮਾਂ-ਬਾਪ ਦਾ ਨਾਂ ਆਜ਼ਾਦੀ। ਇਹੋ ਜਿਹੇ ਤਾਂ ਸਵਾਲਾਂ ਦੇ ਜਵਾਬ ਦਿੱਤੇ। ਕਹਿੰਦੇ ਇਹਨਾਂ ਨੂੰ ਬੈਂਤਾਂ ਮਾਰੋ, ਛਟੀਆਂ ਨਾਲ ਕੁੱਟੋ। ਉਹ ਛਟੀਆਂ ਵੀ ਕਿੱਦਾਂ ਦਾ, ਇੱਕ ਸਪੈਸ਼ਲ ਦਰਖਤ ਹੈਗਾ ਰਾਜਸਥਾਨ ਦੇ ਵਿੱਚ, ਉਹਦੀਆਂ ਛਟੀਆਂ ਘੜੀਆਂ ਜਾਂਦੀਆਂ ਸੀ, ਉਹਨੂੰ ਪਾਣੀ 'ਚ ਭਿਓ ਕੇ ਰੱਖਦੇ ਸੀ 24 ਘੰਟੇ, ਤੇ ਜਦੋਂ ਮਾਰਦੇ ਸੀ ਨਾ ਪੂਰੀ ਲਾਸ਼ ਪੈਂਦੀ ਸੀ, ਉਹ ਚਮੜੀ ਉੱਧੜ ਜਾਂਦੀ ਸੀ। 15 ਮਾਰੀਆਂ ਨੇ ਨੰਗੇ ਪਿੰਡੇ ਦੇ ਉੱਤੇ। ਔਰ ਉਸ ਨਿੱਕੇ ਦੇ 13-14 ਸਾਲ ਦੇ ਬੱਚੇ ਨੇ ਉਹ ਸਾਰੀਆਂ ਬਰਦਾਸ਼ਤ ਕੀਤੀਆਂ। ਤੇ ਉਸ ਤੋਂ ਬਾਅਦ ਫਿਰ ਜੈਕਾਰੇ ਛੱਡਦਾ ਹੋਇਆ ਜੇਲ੍ਹ ਤੋਂ ਬਾਹਰ ਆਇਆ ਤੇ ਫਿਰ ਜਾ ਕੇ ਪੰਗਾ ਲੈਂਦਾ, ਕਹਿੰਦਾ ਨਹੀਂ ਮੈਂ ਆਜ਼ਾਦੀ ਦੀ ਲੜਾਈ ਲੜੂੰਗਾ, ਮੈਂ ਪਿੱਛੇ ਨਹੀਂ ਹਟਣ ਵਾਲਾ। ਉਹਨੂੰ 13-14 ਸਾਲ ਦਾ ਬੱਚਾ, ਇਹ ਜਜ਼ਬਾ ਹੈ ਉਹਦਾ। ਚੰਦਰ ਸ਼ੇਖਰ ਆਜ਼ਾਦ। ਇੱਕ ਉਦਾਹਰਨ ਹੋਰ ਵੀ ਹੈ, ਜਿਹੜਾ ਕੂਕਾ ਅੰਦੋਲਨ ਹੋਇਆ, ਬਾਬਾ ਰਾਮ ਸਿੰਘ ਜੀ ਉਹਦੇ ਫਾਊਂਡਰ ਰਹੇ ਆ, ਉਹਨਾਂ ਨੇ ਉਹਨਾਂ ਨੂੰ ਚਲਾਇਆ ਵਾ। ਫਿਰ ਉਹਨਾਂ ਨੂੰ ਭੇਜਿਆ ਸੀਗਾ ਕਾਲੇ ਪਾਣੀ 'ਚ, ਦੇਸ਼ ਨਿਕਾਲਾ ਦਿੱਤਾ ਸੀਗਾ। ਔਰ ਉਹ 'ਚ 66 ਕੂਕੇ ਜਦੋਂ ਉਹਨਾਂ ਨੂੰ ਤੋਪਾਂ ਦੇ ਅੱਗੇ ਲੈ ਕੇ ਉਡਾ ਰਹੇ ਸੀਗੇ, ਔਰ ਅੰਗਰੇਜ਼ ਹਕੂਮਤ ਸੀ ਉਦੋਂ, ਤਾਂ ਉਹਨਾਂ ਨੇ ਇੱਕ ਬੱਚੇ ਨੂੰ ਜਿਹਦਾ ਵਾਰੀ ਆਈ ਲਿਆਂਦਾ, ਉਹਨੂੰ ਉਹ ਕਹਿੰਦੇ ਇਹ ਤਾਂ ਬੱਚਾ ਆਊਗਾ ਨਹੀਂ, ਬੈਰਲ ਦੇ ਥੱਲੇ ਨਹੀਂ ਆਊਗਾ, ਕਿਉਂਕਿ ਜਿਹੜਾ ਤੋਪ ਦਾ ਬੈਰਲ ਆ ਉੱਚਾ ਵਾ। ਉਹਨੇ ਕਿਹਾ ਨਹੀਂ, ਤੁਸੀਂ ਇੱਦਾਂ ਕਰੋ, ਮੇਰੇ ਥੱਲੇ ਕੋਈ ਠੁੰਮਣਾ ਦੇ ਦਿਓ, ਕੋਈ ਇੱਟਾਂ ਦਾ ਥੜਾ ਬੰਨ ਦਿਓ, ਮੈਂ ਇੱਦਾਂ ਜਾਣਾ ਚਾਹੁੰਦਾ, ਮੇਰੀ ਵਾਰੀ ਹੈ, ਮੈਂ ਤੇ ਇਸ ਗੱਲ ਤੋਂ ਪਿੱਛੇ ਨਹੀਂ ਹਟੂੰਗਾ, ਮੈਂ ਸ਼ਹਾਦਤ ਦੇਣੀ ਹੈ। ਵੇਖੋ ਕਿਆ ਹੌਸਲਾ ਔਰ ਬੱਚੇ ਦਾ। ਔਰ ਉਹਨੇ ਉਸੇ ਤਰ੍ਹਾਂ ਹੀ ਆਪਣਾ ਨੂੰ ਬੈਰਲ ਦੇ ਅੱਗੇ ਤੱਕ ਸਿਰ ਰੱਖ ਕੇ ਉਨੀ ਹਾਈਟ ਲੈ ਕੇ ਆਪ ਉਹ ਬੈਰਲ ਦੇ ਅੱਗੇ ਜਾ ਕੇ ਉੱਡਿਆ। ਇਹ ਹੁੰਦੀ ਹੈ ਸ਼ਹੀਦੀ ਭਾਵਨਾ। ਇਹ ਗੱਲਾਂ ਨਾਲ ਨਹੀਂ ਕੰਮ ਹੁੰਦਾ। ਬਿਲਕੁਲ ਸਹੀ ਗੱਲ ਹੈ। ਇੱਕ ਪਾਸੇ ਇਹ ਸ਼ਹੀਦ ਤੇ ਇੱਕ ਪਾਸੇ ਇਹ ਲੋਕ
ਜਿਹੜੇ ਦੇਸ਼ ਨੂੰ ਲੁੱਟਦੇ ਨੇ। ਔਰ ਅੰਕੜੇ ਕਹਿੰਦੇ ਨੇ ਕਿ ਅੰਗਰੇਜ਼ਾਂ ਨੇ ਜਦੋਂ ਹਕੂਮਤ ਕੀਤੀ ਸਾਡੇ ਦੇ ਉੱਤੇ, ਇੰਗਲੈਂਡ ਨੇ ਹਕੂਮਤ ਕੀਤੀ ਆ, 190 ਸਾਲ ਦੇ ਵਿੱਚ ਈਸਟ ਇੰਡੀਆ ਕੰਪਨੀ ਨੇ ਸਾਨੂੰ ਇੰਨਾ ਨਹੀਂ ਲੁੱਟਿਆ ਜਿੰਨਾ 75 ਸਾਲਾਂ ਦੇ ਵਿੱਚ ਆਪਣੇ ਭਾਰਤੀਆਂ ਨੇ ਆਪਣੇ ਦੇਸ਼ ਨੂੰ ਲੁੱਟ ਲਿਆ ਦੋਵਾਂ ਹੱਥਾਂ ਦੇ ਨਾਲ। ਸ਼ਰਮ ਦੀ ਗੱਲ ਹੈ। ਬਜ਼ੁਰਗ ਲੋਕ ਜਿਹੜੇ ਆ ਜਾਂ ਸਿਆਣੇ ਲੋਕ ਜਿਹੜੇ ਆ ਬੈਠੇ ਹੁੰਦੇ ਨਹੀਂ ਯਾਰ, ਐਸ ਹਕੂਮਤ ਨਾਲੋਂ ਸਾਡੇ ਕੋਲ ਬ੍ਰਿਟਿਸ਼ ਹਕੂਮਤ ਰੂਲ ਅੱਛਾ ਸੀਗਾ, ਅਸੀਂ ਉਹ ਸੁਖੀ ਸੀਗੇ। ਬਿਲਕੁਲ ਅਜੇ ਵੀ ਜੋ ਕੁਝ ਬਣਾਂਗੇ ਉਹਨਾਂ ਦਾ ਬਣਾਇਆ। ਸਹੀ ਗੱਲ ਹੈ। ਲਾਈਨਾਂ ਬਣਾਂਗੇ, ਪੁਲ ਬਣਾਂਗੇ, ਬੜਾ ਕੁਝ ਕਰਕੇ ਆਪਾਂ ਪੰਜਾਬੀ ਚ ਬੋਲੀਏ ਨਾ, ਬੋਲਦੇ ਪੰਜਾਬੀ ਪਏ ਆ, ਜੇ ਠੇਠ ਪੰਜਾਬੀ ਵਾਲੀ ਪੰਜਾਬੀਆਂ ਵਾਲੀ ਗੱਲ ਕਰੀਏ ਨਾ, ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਹੈ। ਚੁੱਲੂ ਪਰ ਪਾਣੀ ਚ ਡੁੱਬ ਕੇ ਮਰਨ ਵਾਲੀ ਗੱਲ ਹੈ। ਚੱਪਣੀ ਚ ਨੱਕ ਡੁਬੋ ਕੇ ਉਹਨੂੰ ਚੁੱਲੂ ਵੀ ਬੋਲ ਦਿੰਦੇ ਆ, ਕਿਉਂਕਿ ਜੇ ਖਾਣਾ ਸਹਿੰਦਾ ਸਹਿੰਦਾ ਖਾ ਲਓ, ਪਰ ਇਹ ਨਾ ਕਿ ਤੁਸੀਂ ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਖਾਣਾ ਸਾਰੇ ਨੂੰ ਉਹਨਾਂ ਨਾ ਉਹ ਨਾ ਢਾਈ ਘਰ ਤਾਂ ਡੈਣ ਵੀ ਛੱਡ ਦਿੰਦੀ। ਰੋਟੀ ਓਨੀ ਖਾਓ ਜਿੰਨੀ ਹਜ਼ਮ ਹੋਵੇ। ਹਾਂ, ਡੈਣ ਆਂਦੇ ਨਹੀਂ ਜਿਹੜੀ ਹੁੰਦੀ ਹੈ, ਉਹ ਢਾਈ ਘਰ ਵੀ ਛੱਡ ਦਿੰਦੀ ਹੈ ਵੀ ਮੈਨੂੰ ਦੇਖਦੇ ਆ ਇਹਨਾਂ ਨੂੰ, ਮੈਂ ਮੱਥੇ ਲੱਗਣਾ, ਇਹਨਾਂ ਨੂੰ ਮੈਂ ਛੱਡਦਾ। ਉਹ ਨਹੀਂ ਹੈਗੀ ਗੱਲ। ਚਲੋ ਅੱਗੇ ਵਧਦੇ ਹਾਂ। ਕਿਸਾਨਾਂ ਤੇ ਨੌਜਵਾਨਾਂ ਵੱਲੋਂ ਅਗਨੀਪਥ ਯੋਜਨਾ ਖਿਲਾਫ ਅੰਮ੍ਰਿਤਸਰ ਕੰਪਨੀ ਬਾਗ ਵਿੱਚ ਰੈਲੀ ਕੀਤੀ ਗਈ ਹੈ। ਸੋ ਹਜੇ ਵੀ ਅਗਨੀਪਥ ਦਾ ਮਾਮਲਾ ਠੰਡਾ ਨਹੀਂ ਹੋਇਆ, ਹਜੇ ਵੀ ਰੈਲੀਆਂ ਚੱਲਦੀਆਂ ਪਈਆਂ। ਠੀਕ ਹੈ, ਰਿਸਪੌਂਸ ਤੇ ਮਿਲਣਾ ਹੀ ਹੈ ਇਸ ਸਕੀਮ ਨੂੰ ਨੌਜਵਾਨਾਂ ਵੱਲੋਂ, ਕਿਉਂਕਿ ਬੇਰੁਜ਼ਗਾਰੀ ਹੈ। ਚਲੋ ਕੁਝ ਨਾ ਹੋਣ ਨਾਲੋਂ ਕੁਝ ਤਾਂ ਹੈ, ਸ਼ਾਇਦ ਚਾਂਸ ਮਿਲ ਜਾਵੇ। 25% ਜਿਹੜੇ ਰੱਖਣੇ ਨੇ ਕੰਟੀਨਿਊ ਕਰਨਗੇ ਸਰਵਿਸ ਨੂੰ, ਉਹ 'ਚ ਸਾਡਾ ਨੰਬਰ ਵੀ ਲੱਗ ਜਾਏ। ਜੇ ਨਾ ਲੱਗਿਆ ਚਲੋ ਕੋਈ ਨਹੀਂ, 4 ਸਾਲ ਬਾਅਦ ਫਿਰ ਦੇਖਾਂਗੇ ਕੀ ਕਰਨਾ। ਉਹ ਐਕਸਪੀਰੀਅੰਸ ਤੇ ਹੋ ਜਾਏਗਾ ਨਾ, ਐਕਸਪੀਰੀਅੰਸ ਸਰਟੀਫਿਕੇਟ ਵੀ ਹੋ ਜਾਏਗਾ। ਉਹਦੇ ਬੇਸ ਦੇ ਉੱਤੇ ਸ਼ਾਇਦ ਕਿਤੇ ਕੋਈ ਹੋਰ ਕੰਮ ਬਣ ਜਾਏ, ਕਿਤੇ ਹੋਰ ਕੋਈ ਕੰਮ ਮਿਲ ਜਾਏ। ਬੜੀਆਂ ਆਸਾਂ ਉਮੀਦਾਂ ਹੁੰਦੀਆਂ ਨੇ, ਬੜੀਆਂ ਪਲੈਨਿੰਗਸ ਹੁੰਦੀਆਂ ਨੇ ਦਿਮਾਗ ਦੇ ਅੰਦਰ, ਕਲਪਨਾਵਾਂ ਕਰਦਾ ਇਨਸਾਨ, ਇੱਥੋਂ ਇੱਦਾਂ ਫਾਇਦਾ ਹੋ ਸਕਦਾ, ਇੱਧਰੋਂ ਇੱਦਾਂ ਫਾਇਦਾ ਹੋ ਸਕਦਾ। ਸੋ ਰਿਸਪੌਂਸ ਤਾਂ ਮਿਲਦਾ ਪਿਆ ਕਿ ਲੋਕੀ ਐਪਲੀਕੇਸ਼ਨਸ ਦੇ ਰਹੇ ਨੇ, ਕੁੜੀਆਂ ਨੇ ਵੀ ਵੱਧ ਚੜ੍ਹ ਕੇ ਐਪਲੀਕੇਸ਼ਨਸ ਦਿੱਤੀਆਂ ਨੇ, ਪਰ ਜਿਹੜਾ ਵਿਰੋਧ ਹੈ ਉਹ ਆਪਣੀ ਜਗ੍ਹਾ ਹਜੇ ਵੀ ਕਾਇਮ ਹੈ। ਹਾਂ, ਗੱਲ ਸਹੀ। ਜਿੱਦਾਂ ਆਂਦੇ ਨੇ ਕਿ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਤੀਲੇ ਦਾ ਸਹਾਰਾ ਉਹ ਹੈ। ਕਿਉਂਕਿ ਉਹ ਫਿਰ ਜਦੋਂ ਬੰਦਾ ਡੁੱਬ ਰਿਹਾ, ਜਦੋਂ ਪੈਰ ਥੱਲੇ ਚਲੇ ਗਿਆ, ਜਦੋਂ ਉਹਨੂੰ ਪਾਣੀ ਸਿਰ 'ਤੇ ਆ ਗਿਆ, ਤਾਂ ਜਦੋਂ ਉਹਦੀ ਮੌਤ ਦਾ ਉਹਨੂੰ ਪਤਾ ਲੱਗਦਾ, ਸੰਕੇਤ ਆ ਗਿਆ, ਫਿਰ ਉਹ ਤੀਲਾ ਜਾਂ ਕਿਤੇ ਨਾ ਕਿਤੇ ਹੱਥ ਮਾਰਦਾ ਡੁੱਬਦੇ ਟਾਈਮ 'ਤੇ। ਤੁਸੀਂ ਵੇਖੋ ਕਈ ਵਾਰੀ ਬੱਚੇ ਜਦੋਂ ਪਾਣੀ 'ਚ ਡੁੱਬਦੇ ਆ, ਤਰਨਾ ਨਹੀਂ ਆਉਂਦਾ ਤੇ ਹੱਥ ਬਾਰ ਮਾਰਦੇ ਆ। ਇਹ ਹੁਣ ਹੱਥ ਪਾਰ ਹੀ ਮਾਰ ਰਹੇ ਆ। ਉਹੀ ਗੱਲ ਹੈਗੀ ਆ। ਇਹ ਹੁਣ ਰੈਲੀ ਜਿਹੜੀ ਹੈਗੀ ਆ, ਇਹ ਅੰਮ੍ਰਿਤਸਰ ਹੋਈ ਆ। ਅੰਮ੍ਰਿਤਸਰ ਉਹਨਾਂ ਨੇ ਇਕੱਠੇ ਹੋਏ, ਜਿਸ 'ਚ ਰਿਟਾਇਰਡ ਸੈਨਿਕ ਨੇ, ਆਰਮੀ ਦੇ ਆਫੀਸਰ ਆ, ਔਰ ਉਹਦੇ 'ਚ ਯੂਥ ਆ, ਉਹਦੇ 'ਚ ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦੇ ਆ। ਉਹਨਾਂ ਨੇ ਇਕੱਠੇ ਹੋ ਕੇ ਗੱਲ ਕੀਤੀ ਆ। ਰਹੀ ਗੱਲ ਜਿਹੜਾ ਤੁਸੀਂ ਕਿਹਾ ਵੀ ਇਹਦੇ 'ਚ ਅਜੇ ਚਿਣਗ ਹੈਗੀ ਆ, ਜਦੋਂ ਨਾ ਹੀ ਅਗਨੀਪਥ, ਜਦੋਂ ਰਾਹ ਹੀ ਅੱਗ ਦਾ ਹੈਗਾ, ਅੱਗ ਦੇ ਰਾਹ 'ਤੇ ਅੱਗ ਦੇ ਵਿੱਚ ਲਪਟਾਂ 'ਚ ਤੁਰਨਾ, ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦਾ ਉਹਦਾ ਖਮਿਆਜ਼ਾ ਹੁੰਦਾ, ਉਹਦਾ ਕੀ ਸਿੱਟਾ ਨਿਕਲਣਾ, ਉਹਦੇ ਵਿੱਚੋਂ ਕੀ ਲੋਕਾਂ ਦੇ ਅੱਗੇ ਆਉਣਾ। ਹੁਣ ਉਹ ਸਾਰੀ ਜਿਹੜੀ ਗੱਲ ਆ ਉਹ ਬੱਚਿਆਂ ਦੇ ਅੰਦਰ ਬਿਲਕੁਲ ਸਾਫ਼ ਸੁਥਰੀ ਕਲੀਅਰ ਹੈਗੀ ਆ। ਔਰ ਜਿੰਨੇ ਸਟੂਡੈਂਟ ਆ ਜਾਂ ਜਿੰਨੇ ਜਵਾਨ ਮੁੰਡੇ ਆ ਜਿਨ੍ਹਾਂ ਨੇ ਭਰਤੀ ਹੋਣਾ ਸੀ, ਉਹ ਇਸ ਗੱਲ 'ਤੇ ਰੋਸ ਪ੍ਰਗਟਾ ਰਹੇ ਆ। ਪਰ ਰਹੀ ਗੱਲ ਕਿਸਾਨ ਅੰਦੋਲਨ ਵਾਲੇ ਜਿਹੜੇ ਉਹਨਾਂ ਨੂੰ ਅੱਗੇ ਜਾ ਕੇ ਉਹਨਾਂ ਨੂੰ ਅੱਗੇ ਤੋਰਿਆ ਵੀ ਗੱਲ ਗਲਤ ਹੋਈ ਤੁਹਾਡੇ ਨਾਲ, ਕਿਉਂਕਿ ਅਸੀਂ ਵੀ ਅੱਗੇ ਆਂਦੇ ਦੁਖੀ ਹੈਗੇ ਹਾਂ। ਦੁੱਖ ਦੀ ਤੇ ਜਿਹੜੀ ਰਗ ਹੁੰਦੀ ਹੈ ਉਹ ਅੱਗੇ ਨਾਲ ਮਿਲਦੀ ਹੈ ਸਾਰੀ। ਕਿਸਾਨ ਤੇ ਜਿਹੜੇ ਆਰਮੀ ਅਫੀਸਰ ਉਹ ਤਾਂ ਜਾਣਦੇ ਆ, ਉਹਨਾਂ ਨੂੰ ਪਤਾ ਕਿ ਅਸੀਂ ਤਾਂ ਪੂਰੀ ਨੌਕਰੀ ਕੀਤੀ ਹੈ, ਅਸੀਂ ਫੌਜ ਦੀ ਰਿਕਰੂਟਮੈਂਟ ਤੋਂ ਲੈ ਕੇ ਅਫਸਰ ਵੀ ਕੀਤੀ ਹੈ, ਸਾਰਾ ਕੁਝ ਕੀਤਾ, ਪੈਨਸ਼ਨ ਵੀ ਲੈ ਰਹੇ ਹਾਂ। ਔਰ ਇਹਨਾਂ ਬੱਚਿਆਂ ਦੇ ਹੱਥ ਕੀ ਆਊਗਾ? ਬੱਚਿਆਂ ਦੇ ਹੱਥ ਨਾ ਤਾਂ ਪੈਨਸ਼ਨ ਆਉਣੀ, ਨਾ ਮੈਡੀਕਲ ਆਉਣਾ, ਨਾ ਲੀਵ ਆਉਣੀ ਆ, ਨਾ ਕੋਈ ਫੈਸਿਲਿਟੀ ਆਉਣੀ ਆ। ਉਹ ਨਾ ਮੌਜਾਂ ਲੈ ਰਹੇ ਆ ਲੋਕ ਜਿਹੜੇ ਪੁਰਾਣੇ ਫੌਜੀ ਆ। ਜਿਹੜੇ ਨਵੇਂ ਮੁੰਡਿਆਂ ਨੇ 4 ਸਾਲ ਬਾਅਦ ਕੀ ਕਰਨਗੇ? ਉਹਨਾਂ ਨੂੰ ਕੈਂਟੀਨ ਦੀ ਫੈਸਿਲਿਟੀ ਵੀ ਨਹੀਂ ਹੈਗੀ। ਸੀਐਸ ਦੀ ਕੰਟੀਨ ਜਿਹੜੀ ਉਹਦੀ ਵੀ ਨਹੀਂ ਮਿਲਣੀ, ਮੈਡੀਕਲ ਫੈਸਿਲਿਟੀ ਵੀ ਨਹੀਂ ਮਿਲਣੀ, ਕੋਈ ਸਹੂਲਤ ਨਹੀਂ ਮਿਲਣਾ, ਫੈਮਿਲੀ ਪੈਨਸ਼ਨ ਨਹੀਂ ਮਿਲਣੀ, ਕੁਛ ਨਹੀਂ। ਫੌਜੀ ਸ਼ਹੀਦ ਹੋ ਜਾਂਦਾ, ਨੌਕਰੀ ਤੋਂ ਬਾਅਦ ਆ ਜਾਂਦਾ, ਆ ਕੇ ਫਿਰ ਸਿਵਲ 'ਚ ਆ ਕੇ ਕਿਸੇ ਤਰੀਕੇ ਨਾਲ ਐਕਸੀਡੈਂਟ ਨਾਲ ਜਾਂ ਉਮਰ ਨਾਲ ਮਰ ਜਾਂਦਾ, ਤਾਂ ਉਹਦੀ ਵਾਈਫ ਜਿੰਦੀ ਉਹਨੂੰ ਮਿਲਦੀ ਹੈ। ਪਰ ਇਹ ਬੱਚੇ ਕੀ ਕਰਨਗੇ? ਇਸੇ ਤਰ੍ਹਾਂ 2004 ਤੋਂ ਬਾਅਦ ਜਿਹੜੇ ਵੀ ਸਿਵਲ 'ਚ ਜਿਹੜੇ ਵੀ ਬੱਚੇ ਰਿਕਰੂਟ ਹੋ ਗਏ ਆ ਆਰਮੀ, ਜਿਹੜੇ ਸਿਵਲ 'ਚ ਨੌਕਰੀ ਕਰਦੇ ਆ, ਨਾ ਮੈਡੀਕਲ ਨਾ ਲੀਵ ਆ ਉਹਨਾਂ ਦੀ, ਨਾ ਪੈਨਸ਼ਨ ਆ, ਕੁਛ ਨਹੀਂ ਹੈਗਾ। 2004 ਤੋਂ ਪਹਿਲਾਂ ਵਾਲੇ ਲੈ ਰਹੇ ਆ ਪੈਨਸ਼ਨ, ਫੈਮਿਲੀ ਪੈਨਸ਼ਨ। ਇਹ ਵਿਚਾਰੇ ਇਹ ਵੀ ਨਹੀਂ, ਇਹ ਨਾ ਕੇਵਲ ਠੇਕੇ ਤੇ ਰੱਖੇ ਹੋਏ ਮਜ਼ਦੂਰ ਨੇ। ਬਸ ਇੰਨੀ ਕੁ ਗੱਲ ਹੈ। ਬਸ ਜਿਵੇਂ ਮਜ਼ਦੂਰ ਨਹੀਂ ਠੇਕੇ ਤੇ ਰੱਖੀ ਦੇ, ਉਵੇਂ ਰੱਖਣਾ ਹੈ। ਬਾਕੀ ਤੁਸੀਂ ਜਿੰਨੀ ਐਡਵਰਟਾਈਜ਼ਮੈਂਟ ਮਰਜ਼ੀ ਕਰੀ ਜਾਓ, ਇਹ ਉਹ ਤਰ੍ਹਾਂ ਦੀਆਂ ਤੋਪਾਂ ਮਿਜ਼ਾਈਲਾਂ ਦਿਖਾਈ ਜਾਓ, ਐਰੋਪਲੇਨਸ ਦਿਖਾਈ ਜਾਓ, ਪਰ ਉਸ ਤੋਂ ਬਾਅਦ ਇੰਨਾ ਖਰਚਾ ਕਰਨ ਤੋਂ ਬਾਅਦ ਉਹਨਾਂ ਦੀ ਟ੍ਰੇਨਿੰਗ ਦੇ ਉੱਤੇ ਉਹ ਵੇਸਟੇਜ ਨਹੀਂ। ਉਸ ਤੋਂ ਬਾਅਦ ਉਹਨਾਂ ਦਾ ਕਰਨਾ ਕੀ? ਉਹ ਐਸੈਟ ਤਿਆਰ ਹੋਣਗੇ, ਸਾਡੇ ਕੋਲ ਖਜ਼ਾਨੇ ਨੇ ਉਹ ਸਾਡੇ, ਉਹਨਾਂ ਦਾ ਇਸਤੇਮਾਲ ਕਿੱਥੇ ਕਰਨਾ? ਉਹ ਆਰਮੀ ਵਾਲਿਆਂ ਨੂੰ ਕਿਤੇ ਕਲਰਕ ਥੋੜ੍ਹਾ ਲਗਾਉਣਾ ਅਸੀਂ, ਜਾਂ ਕਿਤੇ ਟਰੱਕ ਚਲਾਉਣ, ਜਾਂ ਕਿਤੇ ਆਟੋ ਚਲਾਉਣਗੇ, ਉਹ ਕੀ ਕਰਨਗੇ? ਪਰ ਜੇ ਕੇਂਦਰ ਕਹਿੰਦੇ ਕਿ ਸਾਡੇ ਕੋਲ ਖਜ਼ਾਨੇ 'ਚ ਕੁਝ ਨਹੀਂ ਹੈਗਾ, ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਜਿਹੜਾ ਪੈਸਾ ਅਜਾਈ ਨਾ ਜਾਵੇ। ਪਰ ਅਜਾਈ ਬਲਕਾਰ ਜੀ ਜਾ ਰਿਹਾ, ਇੰਨੇ ਵੱਡੇ ਸਟੈਚੂ ਬਣਾ ਦੇਣੇ, ਪਾਰਲੀਮੈਂਟ ਦੀ ਜਿਹੜੀ ਹੈ ਬਿਲਡਿੰਗ ਆ, ਉਹ ਹਾਲ ਜਾਂ ਉਹ ਸਾਰਾ ਕੁਝ ਪਹਿਲਾਂ ਹੀ ਨਕਾਰ ਦੇਣੀ ਉਹਨਾਂ ਨੇ, ਜਿਹੜੀ ਅੰਗਰੇਜ਼ਾਂ ਨੇ ਬਣਾਈਆਂ, ਜਿਹਦੀ ਬਣਤਰ ਬਹੁਤ ਅੱਛੀ ਹੈ, ਜਿਹਦਾ ਨਕਸ਼ਾ ਬਹੁਤ ਵਧੀਆ,
ਔਰ ਬਹੁਤ ਸੋਹਣੇ ਤਰੀਕੇ ਨਾਲ ਬਣਾਈਆਂ। ਤੁਸੀਂ ਦੇਖੋ ਕਿਸੇ ਵੇਲੇ ਜਾ ਕੇ ਕਰੋੜਾਂ ਦੇ ਐਰੋਪਲੇਨ, ਹਾਂ, ਜਿਹੜਾ ਅਸ਼ੋਕਾ ਰੋਡ ਤੋਂ ਅੰਦਰ ਨੂੰ ਆਪਾਂ ਜਾਣੇ, ਪਾਰਲੀਮੈਂਟ ਸਟਰੀਟ ਆ ਜਿਹੜੀ, ਤੇ ਅੰਦਰ ਜਾ ਕੇ ਤੁਸੀਂ ਅੰਦਰ ਜਾ ਕੇ ਵੇਖੋ ਕਿਆ ਬਣਾਈਆਂ। ਇੱਕ ਪਾਸੇ ਰਾਸ਼ਟਰਪਤੀ ਭਵਨ ਆ, ਇੱਕ ਪਾਸੇ ਉਹ ਪੈਸਾ ਵੇਸਟ ਨਹੀਂ ਹੋਣਾ। ਉਹ ਤੋੜ ਦੇਣਗੇ, ਨਵੀਂ ਬਣਾਤੀ, ਉਹ ਪੈਸਾ ਵੇਸਟ ਨਹੀਂ ਗਿਆ। ਤਾਂ ਉਹ ਪੈਸਾ ਜਿਹੜਾ ਲੋਕਾਂ ਤੇ ਬੱਚਿਆਂ ਤੇ ਖਰਚਣਾ, ਸਹੂਲਤਾਂ ਤੇ ਖਰਚਣਾ, ਵਿਕਾਸ ਤੇ ਖਰਚਣਾ, ਸੂਬੇ ਨੂੰ ਦੇਣਾ, ਉਦੋਂ ਸਾਡਾ ਪੱਲੇ ਕੁਝ ਨਹੀਂ ਹੈਗਾ। ਸਾਡਾ ਭਾਂਡਾ ਮੁੱਦਾ ਹੈਗਾ, ਇਹਨਾਂ ਲਈ ਹੈਗਾ, ਉਹ ਜਾਈ ਨਹੀਂ ਹੈ। ਜਿਹੜੇ ਐਰੋਪਲੇਨ ਖਰੀਦਦੇ ਪਏ ਨੇ ਕਰੋੜਾਂ ਦੇ, ਹਾਂ ਸਫ਼ਰ ਕਰਨ ਵਾਸਤੇ, ਆਰਮੀ ਦੀ ਮੈਂ ਗੱਲ ਨਹੀਂ ਕਰ ਰਿਹਾ, ਆਪਣੇ ਸਫ਼ਰ ਕਰਨ ਵਾਸਤੇ, ਆਪਣੇ ਸਫ਼ਰ, ਮਤਲਬ ਇਦਾਂ ਲੱਗਦਾ ਕਿ ਜਿਵੇਂ ਨਾ ਇਹ ਸਮਾਰਕ ਬਣਾਉਂਦੇ ਪਏ ਨੇ ਕਿ ਲੋਕ ਯਾਦ ਰੱਖਣ ਇਹ ਉਹਨਾਂ ਨੇ ਬਣਾਇਆ ਸੀ, ਇਹ ਉਹਨਾਂ ਨੇ ਬਣਾਇਆ ਸੀ, ਲੋਕ ਯਾਦ ਰੱਖਣ ਸਾਨੂੰ, ਅਸੀਂ ਸਮਾਰਕ ਬਣਾਉਣੇ ਪਏ। ਲੋਕ ਕੰਮਾਂ ਨੂੰ ਯਾਦ ਰੱਖਦੇ ਹੁੰਦੇ ਨੇ, ਸਮਾਰਕ ਥੋੜਾ ਯਾਦ ਰੱਖਦੇ ਹੁੰਦੇ ਨੇ। ਸਮਾਰਕ ਯਾਦ ਰੱਖ ਕੇ ਕੀ ਕਰਾਂਗੇ? ਅੱਜ ਅਸੀਂ ਤਾਜ ਮਹਿਲ ਨੂੰ ਦੇਖਦੇ ਹਾਂ, ਤਾਰੀਫ ਕਰਦੇ ਹਾਂ, ਲੇਕਿਨ ਨਾਲ ਹਿਸਟਰੀ ਜੁੜੀ ਹੋਈ ਹੈ। ਮਜ਼ਦੂਰਾਂ ਦਾ ਜੋ ਹਾਲ ਕੀਤਾ ਗਿਆ, 20 ਸਾਲ ਦੇ ਅੰਦਰ ਇੰਨੇ ਜ਼ਿਆਦਾ ਟੈਕਸ ਲਗਾਏ ਗਏ। ਜਦੋਂ ਤਾਜ ਮਹਿਲ ਬਣਦਾ ਸੀ 20 ਇਅਰਸ ਲੱਗੇ ਨੇ ਲਗਭਗ, ਔਰ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਤੁਸੀਂ ਟੈਕਸ ਲਗਾ ਕੇ। ਕਰਦੀ ਸੀ ਮੁਗਲ ਹਕੂਮਤ ਨੇ ਕੀਤਾ, ਕਿਉਂ ਨਹੀਂ? ਔਰ ਕਈ ਥਾਂ ਤੇ ਆਉਂਦਾ ਕਿ ਉਹ ਮਜ਼ਦੂਰਾਂ ਨਾਲ ਵੀ ਬਦਸਲੂਕੀ ਹੋਈ ਹੈ। ਔਰ ਬਹੁਤ ਫ੍ਰੀ ਆਫ ਕਾਸਟ ਲੋਕਾਂ ਕੋ ਕੰਮ ਕਰਾਇਆ। ਪੱਥਰ ਤੋੜਨ ਵਾਲਿਆਂ ਕੋ ਉਹਨਾਂ ਦੇ ਹੱਥ ਪੜ ਗਏ ਆ, ਉਹਨਾਂ ਦੇ ਥੋੜਾ ਚਲਾਉਂਦੇ, ਕਈ ਕੁਝ ਹੋਇਆ, ਦਿੱਤਾ ਇੱਕ ਉਹਨਾਂ ਨੂੰ ਪਾਈ ਨਹੀਂ ਗਿਆ। ਉਹ ਹੈਗੇ ਇਦਾਂ ਕਿੰਨੀਆਂ ਡੈਥਸ ਹੋਈਆਂ ਨੇ, ਔਰ ਸੰਗਮਰਮਰ ਕਿੱਥੋਂ ਲੈ ਕੇ ਆਉਣਾ ਉੱਥੇ ਤੱਕ। ਮਤਲਬ ਸ਼ੌਕ ਹੈ ਤੁਹਾਨੂੰ ਇਹ ਬਿਲਡਿੰਗ ਬਣਾਉਣ ਦਾ, ਇਹ ਸ਼ੌਕਾ ਨਹੀਂ। ਤੁਸੀਂ ਹੁਣ ਤਾਜ ਮਹਿਲ ਤੇ ਅਜੂਬਾ ਤਾਂ ਮੰਨ ਲਓ ਯੂਨੀਕ ਚੀਜ਼ ਹੈਗੀ ਆ, ਪਰ ਉਹ ਉਹਨਾਂ ਲਈ ਹੈ ਜਿਨ੍ਹਾਂ ਦੇ ਪੇਟ 'ਚ ਰੋਟੀ ਹੈ, ਜਿਹੜੇ ਵਿਚਾਰੇ ਭੁੱਖੇ, ਉਹਨਾਂ ਨੂੰ ਤਾਜ ਮਹਿਲ ਦਾ ਕੋਈ ਦੇਖਦਾ ਕੋਈ ਮਤਲਬ ਨਹੀਂ। ਉਹਨਾਂ ਨੂੰ ਤਾਂ ਇੱਕ ਪੱਥਰ ਲੱਗੂਗਾ, ਉਹਨਾਂ ਨੂੰ ਇਹ ਨਹੀਂ ਲੱਗੂਗਾ। ਜਿਹੜੇ ਬੰਦੇ ਨੇ ਭੁੱਖੇ, ਇਹਨੂੰ ਨੀਂਦ ਨਹੀਂ ਆਉਣੀ, ਵਿਚਾਰੇ ਨੇ ਕੰਮ ਕਰਦਾ, ਜਿਹੜਾ ਰੋਜ਼ੀ ਰੋਟੀ ਨੂੰ ਤੜਫ ਰਿਹਾ, ਉਹ ਕੀ ਵੇਖੂਗਾ? ਇਹ ਅਜੂਬੇ ਉਹਨਾਂ ਲਈ ਹੈ ਜਿਨ੍ਹਾਂ ਕੋਲ 4 ਪੈਸੇ ਆ, ਜਿਨ੍ਹਾਂ ਕੋਲ ਬਹੁਤ ਮਾਇਆ ਵਾ, ਜਿਨ੍ਹਾਂ ਕੋਲ ਮਹਿਲ ਆ, ਸ਼ੀਸ਼ ਮਹਿਲ ਨੇ, ਉਹਨਾਂ ਨੂੰ ਪਤਾ ਲੱਗੂ। ਬਿਲਕੁਲ, ਇਹ ਸ਼ੌਕਾਂ ਦੇ ਤੁਸੀਂ ਤਮਾਸ਼ੇ ਕਰੋਗੇ ਤਾਂ ਇਸ ਤਰ੍ਹਾਂ ਚਲਾਓਗੇ ਦੇਸ਼ ਨੂੰ ਕਿ ਪਬਲਿਕ ਦੇ ਢਿੱਡ 'ਚ ਰੋਟੀ ਨਹੀਂ ਹੈ ਤੇ ਤੁਸੀਂ ਉਸਾਰੀਆਂ ਕਰਦੇ ਪਏ ਹੋ, ਬਿਲਡਿੰਗਾਂ ਬਣਾਉਂਦੇ ਪਏ ਹੋ। ਹੁਣ ਦੇਖੋ ਕਈ ਜਗ੍ਹਾ ਤੇ ਇਹਨਾਂ ਨੇ ਕੀ ਕੁਝ ਕੀਤਾ ਜਿੱਥੇ ਵੇਸਟ ਆਫ ਮਨੀ ਗਈ। ਉਹਨਾਂ ਬਿਲਡਿੰਗਾਂ ਦੀ ਕੋਈ ਲੋੜ ਨਹੀਂ ਹੈ, ਨਾ ਲੋੜ ਹੈ ਕੰਮ ਕਰਨ ਦੀ। ਜਦੋਂ ਗਰੀਬ ਦੇਸ਼ ਹੈ, ਜਦੋਂ ਡਿਵੈਲਪਿੰਗ ਹੋ ਰਹੀ ਹੈ, ਡਿਵੈਲਪ ਹੋ ਰਿਹਾ, ਤਾਂ ਪਹਿਲਾਂ ਰੋਟੀ ਦਿਖਾਓ। ਜਿਨ੍ਹਾਂ ਨੇ ਕੰਮ ਕਰਨਾ ਉਹ ਤੁਰਨਗੇ ਸੜਕਾਂ ਤੇ ਕਿੱਦਾਂ? ਬੱਚੇ ਕਿੱਦਾਂ ਜਾ ਕੇ ਆਪਣਾ ਪੈਰ ਪੁੱਟਣਗੇ? ਪੈਰ ਭੁੱਖ ਨਾਲ ਨਹੀਂ ਪੁੱਟਿਆ ਜਾਊਗਾ, ਨਾ ਗੱਲ ਹੋਊਗੀ, ਹੈ ਨਾ। ਉਹਦੇ ਨਾਲ ਕੀ ਹੋਊਗਾ? ਉਹਨਾਂ ਦਾ ਨਹੀਂ ਫਿਕਰ ਹੈਗਾ। ਉਹ ਕਹਿੰਦੇ ਵੋਟਰ ਆ ਸਾਡੇ, ਵੋਟ ਪਾਉਣੀ ਉਹਨਾਂ ਨੇ, ਉਹਨਾਂ ਦਾ ਲੋਕਤੰਤਰ ਹੈ, ਜਮਹੂਰੀਅਤ, ਉਹਨਾਂ ਦਾ ਹੱਕ ਹੈ। ਇੱਕ ਸਿੰਪਲ ਜੀ ਗੱਲ ਹੈ, ਮੈਨੇਜਮੈਂਟ ਆ। ਬੈਸਟ ਯੂਜ਼ ਆਫ ਮਟੀਰੀਅਲ ਅਵੇਲੇਬਲ, ਜਿਹੜਾ ਸਾਡੇ ਕੋਲ ਮਟੀਰੀਅਲ ਹੈ ਉਹਦਾ ਬੈਸਟ ਯੂਜ਼ ਕਰੋ, ਇਹੀ ਹੈ ਮੈਨੇਜਮੈਂਟ। ਹੁਣ ਤੁਸੀਂ ਕਹੋਗੇ ਘਰ ਹੈ, ਇੱਕ ਘਰ ਦੇ ਵਿੱਚ ਗਰੀਬੀ ਹੈ ਔਰ ਰੋਟੀ ਦੇ ਲਾਲੇ ਪਏ ਹੋਏ ਨੇ, ਤੇ ਘਰ ਦਾ ਇੱਕ ਮੈਂਬਰ ਕਵੇ ਮੈਂ ਤੇ ਵਧੀਆ ਕੱਪੜੇ ਪਾਊਂਗਾ, ਮੈਂ ਤਾਂ ਬਾਹਰ ਘੁੰਮਣ ਵੀ ਜਾਊਂਗਾ, ਤੇ ਭਾਜੀ ਸਾਰਾ ਪੈਸਾ ਤੁਹਾਡੇ ਤੇ ਖਰਚ ਹੋ ਜਾਊਗਾ ਤੇ ਬਾਕੀਆਂ ਨੇ ਰੋਟੀ ਕਿੱਥੋਂ ਖਾਣੀ ਹੈ? ਤੁਸੀਂ ਆਪਣੀ ਐਸ਼ ਪ੍ਰਸਤੀ ਦੇ ਉੱਤੇ ਸਾਰਾ ਕੁਝ ਖਰਚ ਕਰੀ ਜਾਂਦੇ ਹੋ ਤੇ ਲੋਕਾਂ ਨੂੰ ਤੁਸੀਂ ਰੋਟੀ ਵੀ ਨਹੀਂ ਖਾਣ ਦਿੰਦੇ ਪਏ ਹੋ, ਇਹ ਕਿੱਦਾਂ ਚੱਲੂ? ਸੋ ਇਹ ਸਿੰਪਲ ਗੱਲਾਂ ਨੇ। ਇੱਕ ਪਾਸੇ ਅਸੀਂ ਨਾਰੇ ਲਗਾਉਣੇ ਪਏ, ਗਰੀਬੀ ਦੂਰ ਕਰੋ। ਕਿੱਦਾਂ ਗਰੀਬੀ ਦੂਰ ਕਰੋਗੇ? ਐਦਾਂ ਗਰੀਬੀ ਦੂਰ ਕਰੋਗੇ, ਐਦਾਂ ਭਾਰਤ ਨੂੰ ਚਲਾਓਗੇ, ਐਦਾਂ ਭਾਰਤ ਦਾ ਪ੍ਰਸ਼ਾਸਨ ਤੁਸੀਂ ਚਲਾਉਣਾ। ਮਤਲਬ ਇਹ ਗੱਲ ਨਾ ਵੱਸੋਂ ਬਾਹਰ ਹੋ ਗਈ ਹੈ, ਪਬਲਿਕ ਦੀ ਚੱਲਦੀ ਨਹੀਂ, ਔਰ ਇਹਨਾਂ ਦੇ ਹੱਥ 'ਚ ਹਕੂਮਤ ਹੈ। ਇਹ ਆਪਣੀ ਮਨਮਰਜ਼ੀ ਕਰਦੇ ਨੇ, ਕਿਸੇ ਦੀ ਸੁਣਨੀ ਨਹੀਂ, ਕਿਸੇ ਤੋਂ ਕੁਝ ਪੁੱਛਣਾ ਨਹੀਂ, ਬਸ ਜੋ ਅਸੀਂ ਕਹਿ ਦਿੱਤਾ ਉਹੀਓ ਹੋਣਾ ਔਰ ਉਹੀਓ ਹੋਣਾ ਚਾਹੀਦਾ। ਜਦੋਂ ਤਾਣੀ ਉਲਝ ਜਾਂਦੀ ਹੈ ਨਾ, ਫਿਰ ਤੁਹਾਨੂੰ ਅਗਲੇ ਸਿਰੇ ਤੱਕ ਆਉਣਾ ਔਖਾ ਹੋਗਾ। ਬਿਲਕੁਲ ਸਹੀ ਗੱਲ ਹੈ। ਕਈ ਵਾਰੀ ਪੰਜਾਬ 'ਚ ਵੀ ਕਹਿੰਦੇ ਵੀ ਯਾਰ ਇਹ ਗੱਲ ਦਾ ਨਹੀਂ ਕਰੋ, ਇਹ ਆਵਾ ਊਤ ਗਿਆ, ਹੈ ਨਾ। ਉਹ ਊਤਣ ਵਾਲੀ ਗੱਲ ਹੈ ਕਿ ਇੱਕ ਪਾਸੇ ਨਹੀਂ ਹੈਗਾ ਕਿ ਸਾਰਾ ਆਵਾਜ਼ ਚਿੱਟਾਂ ਗਰਮ ਕਰਦੇ ਨਾ, ਪੱਕੀਆਂ ਕਰਦੇ ਹੁੰਦੇ, ਊਤ ਗਿਆ ਜਿੱਤੇ ਠੰਡਾ ਹੋ ਗਿਆ, ਜਦੋਂ ਹੋਣਾ ਹੀ ਕੱਖ ਨਹੀਂ ਗਾ, ਉਹ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਸੋ ਆਪਾਂ ਅੱਗੇ ਵਧਦੇ ਹਾਂ। ਸੋ ਆਪਾਂ ਗੱਲ ਕਰਦੇ ਹੁੰਦੇ ਸੀ ਰਿਸ਼ੀ ਸੁਨਕ ਜੀ, ਪ੍ਰਾਈਮ ਮਿਨਿਸਟਰ ਬਣਨਗੇ ਬ੍ਰਿਟੇਨ ਦੇ, ਪਰ ਇਸ ਵਕਤ ਜਿੱਦਾਂ ਹਾਲਾਤ ਚੱਲਦੇ ਪਏ ਨੇ, ਪਿਛੜਦੇ ਜਾ ਰਹੇ ਨੇ, ਟਰੱਸ ਅੱਗੇ ਆ ਰਹੇ ਨੇ, ਤੇ ਹੁਣ ਥੋੜੇ ਜਿਹੇ ਹਾਲਾਤ, ਥੋੜੇ ਜਿਹੇ ਚਾਂਸਸ ਘੱਟ ਹੀ ਲੱਗਦੇ ਨੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਬਣਨ ਦੇ। ਕੀ ਖਿਆਲ ਹੈ ਤੁਹਾਡਾ? 5 ਸਤੰਬਰ ਨੂੰ ਤਾਂ ਖੈਰ ਕਲੀਅਰ ਹੋ ਹੀ ਜਾਣਾ ਹੈ। 5 ਸਤੰਬਰ ਨੂੰ ਤਾਂ ਇਲੈਕਸ਼ਨ ਹੋ ਕੇ 10 ਡਾਊਨਿੰਗ ਸਟਰੀਟ ਦੇ ਵਿੱਚ ਆ ਜਾਣਾ ਹੈ। ਰਿਸ਼ੀ ਸੁਨਕ ਜੀ ਜਿਹੜਾ ਇੱਕ ਤਾਂ ਵਿਰੋਧਤਾ ਇਹਨਾਂ ਦੀ ਹੋਈ ਹੈ ਕਿ ਇਹਨਾਂ ਨੇ ਰਿਜ਼ਾਈਨ ਕੀਤਾ ਸੀ, ਅਸਤੀਫਾ ਦਿੱਤਾ ਸੀ ਜਦੋਂ ਆਜ਼ਾਦ ਬੋਸਨ ਦਾ ਸੀਗੇ ਪ੍ਰਧਾਨ ਮੰਤਰੀ। ਹਾਂਜੀ, ਉਹਨਾਂ ਨੇ ਉਹ ਟਾਈਮ ਤੇ ਇਹਨਾਂ ਨੇ ਅਸਤੀਫਾ ਦੇ ਦਿੱਤਾ ਹੈਗਾ। ਉਹ ਉਹਨਾਂ ਨੂੰ ਬੜੀ ਸੈਟਬੈਕ ਲੱਗੀ, ਉਹਨਾਂ ਨੂੰ ਜਾਣਾ ਪਿਆ। ਔਰ ਉਹਦੇ ਕਰਕੇ ਵੀ ਕੰਜ਼ਰਵੇਟਿਵ ਪਾਰਟੀ ਜਿਹੜੀ ਹੈਗੀ, ਉਹਦੇ ਨੁਮਾਇੰਦੇ ਜਿਹੜੇ, ਉਹ ਲੋਕ ਜਿਹੜੇ ਉਹਨਾਂ ਦੇ ਪੱਖੀ ਸੀਗੇ, ਉਹ ਉਸ ਪੱਖ ਨੂੰ ਕਰਦੇ ਇਹਨਾਂ ਦੇ ਅਗੇਂਸਟ ਚਲੇ ਗਏ। ਤਾਂ ਹੀ ਜਦੋਂ ਇਹਨਾਂ ਨੂੰ ਸਾਰੀਆਂ 23 ਵੋਟਾਂ ਮਿਲੀਆਂ, ਉਹ 58 ਦੇ ਨੇੜੇ ਪਹੁੰਚ ਗਈ। ਪਰ ਉਹਦੇ ਵਿੱਚ ਵੀ ਅੱਜ ਜਿਹੜਾ ਹੈਗਾ ਉਹਦੇ 'ਚ ਕੰਜ਼ਰਵੇਟਿਵ ਪਾਰਟੀ ਦਾ 10 ਬੰਦਿਆਂ 'ਚੋਂ 6 ਬੰਦੇ ਜਾਂ 7 ਬੰਦੇ ਉਹ ਜਿਹੜੇ ਨੁਮਾਇੰਦੇ ਆ, ਉਹ ਉਹਦੇ ਨਾਲ ਟਰਸਟ ਨਾਲ ਹੈਗੇ। ਜਿਹੜੇ ਬਾਕੀ 2-4 ਬਚੇ ਉਹ ਇਹਨਾਂ ਨਾਲ ਹੈਗਾ, ਕਿਉਂਕਿ ਅਬਵ 50% 60% ਉਹਦੇ ਨਾਲ ਹੈ। ਨੰਬਰ 2 ਪਤਾ ਕੀ ਹੈਗਾ? ਰੇਸ਼ੀਅਲ ਉਹ ਵੀ ਹੈਗਾ, ਜਿਹੜੀ ਤੁਹਾਡੀ ਨਸਲਵਾਦ, ਰੇਸਿਜ਼ਮ ਜਿਹੜਾ ਹੈਗਾ ਉਹਦੇ 'ਚ ਹੋ ਗਿਆ।
ਕਿ ਇਹ ਤਾਂ ਹੈ ਹੀ ਕਾਲੀ ਚਮੜੀ ਵਾਲੇ ਲੋਕਾਂ ਦਾ ਹੈਗੇ ਆ, ਅਸੀਂ ਗੋਰੇ ਆ ਜਿਹੜੀ ਅਜੇ ਬ੍ਰਿਟਿਸ਼ ਲੋਕਾਂ ਦੇ ਮਨ 'ਚੋਂ ਵੱਸੀ ਪਈ ਗੱਲ ਉਹ ਅਜੇ ਨਹੀਂ ਨਿਕਲੀ, ਉਹਦਾ ਕਰਕੇ ਵੀ ਹੈਗਾ, ਇੱਕ ਫੈਕਟਰ ਵੱਡਾ ਹੈਗਾ। ਦੂਜਾ ਉਹ ਕਹਿਣਗੇ ਜਿੱਦਾਂ ਆਪਾਂ ਉਸ ਦਿਨ ਗੱਲ ਕੀਤੀ ਕਿ ਜਿਹੜਾ ਆਪਣੇ ਤੋਂ ਹੁੰਦਾ ਕਿ ਜਿੱਦਾਂ ਅਸੀਂ ਬਾਹਰਲੇ ਬੰਦੇ ਨੂੰ ਨਹੀਂ ਨੇੜੇ ਆਉਣ ਦਿੰਦੇ, ਜਿੱਦਾਂ ਹੁਣ ਆਪਣੇ ਇੱਥੇ 3-4 ਨੁਮਾਇੰਦੇ ਲਏ ਗਏ ਸੀ ਜਿਹੜੇ ਪੰਜਾਬ ਨੂੰ ਨੋਮੀਨੇਟ ਨਹੀਂ ਸੀ ਕਰਦੇ, ਰਾਜ ਸਭਾ 'ਚ ਗਏ ਸੀ, ਲੋਕਾਂ ਨੇ ਵਿਰੋਧਤਾ ਕੀਤੀ ਹੈ ਨਾ। ਉਹ 'ਚ ਸੋਨੀਆ ਗਾਂਧੀ ਦਾ ਉਸ ਵੇਲੇ ਵਿਰੋਧਤਾ ਹੋਈ ਕਿਉਂਕਿ ਜਦੋਂ ਪ੍ਰਾਈਮ ਮਿਨਿਸਟਰ ਬਣਨਾ ਹੈਗਾ, ਰਾਹੁਲ ਗਾਂਧੀ ਛੋਟੀ ਉਮਰ ਦਾ ਸੀਗਾ ਔਰ ਵਿਰੋਧਤਾ ਆਈ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਬਣ ਗਏ, 2 ਟਰਮਸ ਉਹਨਾਂ ਨੇ ਨਿਭਾਈਆਂ। ਇਹ ਵੀ ਉਦੋਂ ਰਹੀ ਵਿਰੋਧਤਾ, ਉਹੀ ਵੇਖ ਲਓ ਹੁਣ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੈ, ਪੰਜਾਬ ਨੂੰ ਬਿਲੋਂਗ ਕਰਦੇ ਆ, ਅੰਮ੍ਰਿਤਸਰ ਦੇ ਹੈਗੇ ਉਹ, ਪਿਛੋਕੜ ਉਹਨਾਂ ਦਾ ਪਾਕਿਸਤਾਨ 'ਚ ਪੜ੍ਹੇ ਆ, ਉਹਨਾਂ ਨੂੰ ਐਕਸੈਪਟ ਕਰ ਲਿਆ ਬੀਇੰਗ ਪੰਜਾਬੀ ਔਰ ਹਿੰਦੁਸਤਾਨ ਦੇ। ਸੋਨੀਆ ਗਾਂਧੀ ਨੂੰ ਨਹੀਂ ਸੀ ਕੀਤਾ, ਤੇ ਹੁਣ ਉਹ ਕਿੱਦਾਂ ਕਰਨਗੇ ਜਿਹੜੇ ਉੱਥੇ ਬ੍ਰਿਟਿਸ਼ ਵਾਲੇ ਲੋਕ ਬੈਠੇ ਆ, ਬ੍ਰਿਟਿਸ਼ ਪਾਰਲੀਮੈਂਟ 'ਚ ਆਬਵੀਅਸ ਕਿੱਦਾਂ ਕਰਨਗੇ, ਇਹ ਵੀ ਹੈਗਾ। ਇਹ ਕਈ ਵਾਰੀ ਨਾ ਲੋਕਾਂ ਦਾ ਜਿਹੜਾ ਹਜੂਮ ਆ, ਬੋਲੇ ਆ ਗਿਆ ਜੀ ਆ ਗਿਆ ਉਹ ਕਰਕੇ ਰੌਲਾ ਪੈ ਗਿਆ। ਪ੍ਰੈਕਟੀਕਲੀ ਜਦੋਂ ਇਲੈਕਸ਼ਨ ਹੋਈ ਹੈ, ਜਦੋਂ ਨੁਮਾਇੰਦਗੀ ਹੋਈ ਹੈ, ਉਹ 'ਚ ਫਿਰ ਪਿੱਛੇ ਰਹਿ ਗਏ। ਹੁਣ ਜਿਹੜੀ ਲਿਜ ਟਰਸਟ ਆ ਉਹ ਅੱਗੇ ਦੀ ਅੱਗੇ ਜਾਊਗੀ, ਉਹਦਾ ਹੁਣ 5 ਸਤੰਬਰ ਨੂੰ ਤਾਂ ਵੈਸੇ ਪੂਰਾ ਦਾ ਪੂਰਾ ਅੱਗੇ ਕਲੀਅਰ ਹੋ ਹੀ ਜਾਣਾ ਕਿੱਥੇ ਜਾਣਾ ਉਹਨਾਂ ਨੇ। ਪਰ ਇੱਕ ਗੱਲ ਹੈਗੀ ਹੈ ਕਿ ਇਸ ਨੁਮਾਇੰਦਗੀ ਲਈ ਜਿਹੜਾ ਉੱਥੋਂ ਦਾ ਪ੍ਰਧਾਨ ਮੰਤਰੀ ਬਣ ਲਈ ਉਹਨਾਂ ਨੇ ਆਪਣੇ ਆਪ ਨੂੰ ਨੋਮੀਨੇਟ ਕੀਤਾ ਵਾ, ਪਰ ਹੁਣ ਉਹਦੇ 'ਚ ਨੈਗੇਟਿਵਿਟੀ ਉਹ ਜਾ ਰਹੀ ਹੈ ਕਿ ਜਦੋਂ ਇਹਨਾਂ ਨੇ ਅਸਤੀਫਾ ਦੇ ਦਿੱਤਾ ਹੈਗਾ, ਅਸਤੀਫਾ ਦੇਣ ਨਾਲ ਸੈਟਬੈਕ ਲੱਗ ਗਈ ਉਹਨਾਂ ਨੂੰ, ਹੈ ਨਾ। ਤਾਂ ਉਹਨਾਂ ਨੇ ਉਹ ਗੱਲ ਕੀਤੀ, ਪ੍ਰਧਾਨ ਮੰਤਰੀ ਚਲੇ ਗਏ, ਇਹਨਾਂ ਵਿਰੋਧਤਾ ਖੱਟਣ ਨਾਲ ਜੇ ਸ਼ਾਇਦ ਉਦੋਂ ਆਪਣਾ ਅਸਤੀਫਾ ਨਾ ਦਿੰਦੇ ਤਾਂ ਲੋਕ ਇਹਨਾਂ ਨੂੰ ਕਰਦੇ, ਕਿਉਂਕਿ ਇਹਨਾਂ ਦਾ ਨਾਮ ਬਹੁਤ ਅੱਛਾ ਹੈ ਉੱਥੇ ਕੰਮ, ਉਹ ਵਿਦੇਸ਼ ਮੰਤਰੀ, ਇਹਨਾਂ ਦੀ ਕਾਬਲੀਅਤ ਦੇ ਉੱਤੇ ਭਰੋਸਾ ਹੈ ਲੋਕਾਂ ਨੂੰ। ਇਹ ਫਾਈਨਾਂਸ ਮਿਨਿਸਟਰ ਰਹੇ ਉੱਥੇ, ਔਰ ਕਿਹਾ ਜਾਂਦਾ ਹੈ ਕਿ ਜੇ ਪ੍ਰਾਈਮ ਮਿਨਿਸਟਰ ਬਣਦੇ ਨੇ ਤਾਂ ਵਧੀਆ ਪ੍ਰਾਈਮ ਮਿਨਿਸਟਰ ਹੋਣਗੇ ਬੰਦੇ ਆ। ਔਰ ਇਹਨਾਂ ਨੇ ਨੀਤੀਆਂ ਦੀ ਵੀ ਇਹ ਗੱਲ ਕੀਤੀ ਹੈ ਕਿ ਮੈਂ ਜਿਹੜੇ ਆਮ ਲੋਕ ਨੇ ਉਹਨਾਂ ਦੇ ਉੱਤੇ ਟੈਕਸ ਦੀ ਕਟੌਤੀ ਕਰੂੰਗਾ। ਕਿਹਾ ਇਹਨਾਂ ਨੇ, ਯਾਨੀ ਕਿ ਟਰੱਸ ਇਹ ਕਹਿ ਰਹੇ ਨੇ ਕਿ ਤੁਹਾਡੀ ਜਿਹੜੀ ਪਾਲਿਸੀ ਆ ਉਹ ਕਿਤੇ ਨਾ ਕਿਤੇ ਬ੍ਰਿਟੇਨ ਨੂੰ ਦਿਵਾਲੀਆ ਕਰ ਸਕਦੀ ਹੈ ਜੇ ਤੁਸੀਂ ਟੈਕਸ ਦੀ ਉੱਤੇ ਗੱਲ ਕਰਦੇ ਹੋ। ਤਾਂ ਇਹ ਅੱਗੋਂ ਸੁਨਕ ਜੀ ਕਹਿੰਦੇ ਨੇ ਟਰੱਸ ਨੂੰ ਕਿ ਤੁਹਾਡੀਆਂ ਜਿਹੜੀਆਂ ਪਾਲਿਸੀਜ਼ ਨੇ ਨਾ ਉਹ ਪ੍ਰੋ ਐਲੀਟ ਨੇ, ਕਿ ਜਿਹੜੇ ਉੱਥੇ ਰੂਲਿੰਗ ਕਲਾਸ ਹੈ ਜਾਂ ਅਮੀਰ ਵਰਗ ਹੈ, ਤੁਸੀਂ ਉਹਨਾਂ ਦੀ ਗੱਲ ਕਰਦੇ ਹੋ, ਆਮ ਲੋਕਾਂ ਦੀ ਗੱਲ ਨਹੀਂ ਕਰਦੇ ਹੋ, ਜਦ ਕਿ ਮੈਂ ਆਮ ਲੋਕਾਂ ਨੂੰ ਜੋੜਨ ਦੀ ਗੱਲ ਕਰਦਾ ਪਿਆ। ਸੋ ਚਲਦੀਆਂ ਤੇ ਪਈਆਂ ਨੇ ਗੱਲਾਂ, ਪਰ ਚਾਂਸਸ ਘੱਟ ਹੀ ਲੱਗਦੇ ਨੇ, ਚਾਂਸਸ ਟਰੱਸ ਦੇ ਹੀ ਲੱਗਦੇ ਨੇ। ਪਰ ਇਸ ਵਕਤ ਇਹ ਸਾਨੂੰ ਖੁਸ਼ੀ ਹੈ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਦੌੜ ਵਿੱਚ ਤੇ ਕੋਈ ਦੌੜਿਆ ਨਾ, ਵੱਡੀ ਆਬਾਦੀ ਲਈ ਕੀਤਾ ਹੈ ਨਾ। ਭਾਵੇਂ ਚਲੋ ਜੇ 400 ਮੀਟਰ ਦੀ ਰੇਸ ਹੈ ਜੇ ਅੱਗੇ ਚਲ ਗਏ ਤਾਂ ਥੋੜਾ ਬਹੁਤ ਤਾਂ ਨਗਲੇ ਫਾਲੋ ਤਾਂ ਕਰਨਗੇ ਨਾ, ਰੇਸ ਦੇ ਵਿੱਚ ਬਾਅਦ ਫਿਰ ਆ ਕਿਤੇ ਕਿਤੇ ਆਉਣਗੇ ਨਾ। ਰੇਸ ਦੇ ਵਿੱਚ ਹਿੱਸਾ ਤਾਂ ਲਿੱਤਾ ਨਾ, ਬਣਨਾ ਤੇ ਇੱਕ ਨਹੀਂ ਆ, ਦੌੜ ਦੇ ਵਿੱਚ ਹਿੱਸਾ ਤੇ ਲਿੱਤਾ। ਔਰ ਸ਼ਾਇਦ ਇਸ ਤੋਂ ਪਹਿਲਾਂ ਕਦੀ ਕੋਈ ਇੰਡੀਅਨ, ਕਦੀ ਕੋਈ ਭਾਰਤੀ ਮੂਲ ਦਾ ਨਾਗਰਿਕ ਕਦੀ ਵੀ ਪ੍ਰਾਈਮ ਮਿਨਿਸਟਰਸ਼ਿਪ ਦੀ ਦੌੜ ਵਿੱਚ ਨਹੀਂ ਸੀ ਬ੍ਰਿਟੇਨ ਦੇ ਵਿੱਚ, ਪਹਿਲੀ ਵਾਰ ਹੈ। ਇਹ ਇਤਿਹਾਸ ਤੇ ਰਚ ਦਿੱਤਾ ਕਿ ਅਸੀਂ ਦੌੜ 'ਚ ਹਿੱਸਾ ਲਿਆ, ਜਿੱਤੀਏ ਭਾਵੇਂ ਹਾਰੀਏ ਉਹ ਵੱਖਰੀ ਗੱਲ ਹੈ। ਪਰ ਡਿਫੈਂਸ ਮਿਨਿਸਟਰ ਰਹੇ ਆ ਉਹ ਕੈਨੇਡੀਅਨ ਗਵਰਨਮੈਂਟ ਦੇ ਵਿੱਚ ਰਹੇ, ਜਸਟਿਨ ਟਰੂਡੋ ਦੇ ਅੰਡਰ। ਜੀ ਉਹਦੇ 'ਚ ਸੱਜਣ ਸਿੰਘ ਔਰ ਜਸਟਿਨ ਟਰੂਡੋ ਵਰਗੇ ਜਿਹੜੇ ਲੋਕ ਏਸ਼ੀਅਨ ਕੰਟਰੀ ਨੂੰ ਥੋੜਾ ਜਿਹਾ ਪ੍ਰੈਫਰੈਂਸ ਵੀ ਦਿੰਦੇ, ਉਹਨਾਂ ਨੂੰ ਥੋੜਾ ਜਿਹਾ ਰੱਖਣ ਵੀ ਨਾਲ ਉਹ ਆਪਣਾ ਇੱਕ ਪੂਰੇ ਦਾ ਪੂਰਾ ਬਣਾ ਕੇ ਰੱਖਦੇ ਲੌਬੀ, ਕਿਉਂਕਿ ਇਹਦੇ ਵਿੱਚ ਲੋਕ ਹੈਗੇ ਆ। ਔਰ ਉਹ ਜਦੋਂ ਉਹਨਾਂ ਦੀ ਸਰਕਾਰ ਬਣਦੀ ਉਦੋਂ ਵੀ ਇਹ ਲੋਕ ਉਹਨਾਂ ਨੂੰ ਬਹੁਤ ਫਾਇਦਾ ਦਿੰਦੇ ਆ, ਉਹ 'ਚ ਵੋਟਿੰਗ ਵੀ ਇਹ ਤੇ ਪਾਉਂਦੇ ਆ ਔਰ ਉਹ ਭੁੱਲਦੇ ਨਹੀਂ ਹੈਗੇ। ਅੱਜ ਵੀ ਜੇ ਜਾ ਰਹੇ ਆ ਸਾਡੇ ਬੱਚੇ ਪੜ੍ਹਨ ਲਈ ਜਾ ਰਹੇ ਆ ਜਾਂ ਵੀਜ਼ੇ ਲੱਗ ਰਹੇ ਆ, ਸਟੱਡੀ ਵੀਜ਼ੇ ਲੱਗ ਰਹੇ ਆ, PR ਮਿਲ ਰਹੀ ਹੈ, ਸਿਟੀਜ਼ਨਸ਼ਿਪ ਮਿਲ ਰਹੀ ਹੈ, ਇਹ ਬਦੌਲਤ ਇਹੀ ਹੈ ਕਿ ਲੋਕਾਂ ਲਈ ਉਹ ਆਪਣੀ ਫੇਵਰ 'ਚ ਹੈਗੇ ਆ ਜਸਟਿਨ ਟਰੂਡੋ। ਇਹ ਸਾਰਿਆਂ ਲੋਕਾਂ ਨੂੰ ਪਤਾ ਕਿ ਜੇ ਟਰੂਡੋ ਸਾਹਿਬ ਨਹੀਂ ਰਹਿਣਗੇ ਜੇ ਉਦੋਂ ਬਾਅਦ ਦੂਜੇ ਆ ਗਏ ਤਾਂ ਫਿਰ ਇਹਨਾਂ ਦਾ ਸਫਾਇਆ ਵੀ ਹੋਊਗਾ। ਬੜਾ ਕੁਛ ਅਮਰੀਕਾ 'ਚ ਹੋ ਰਿਹਾ, ਬਾਈਡਨ ਦੇ ਟਾਈਮ ਤੇ, ਟਰੰਪ ਦੇ ਟਾਈਮ ਤੇ ਬੜਾ ਕੁਛ ਹੋਇਆ, ਉਦੋਂ ਵੀ ਬੜਾ ਕੁਛ ਹੋਇਆ, ਉਦੋਂ ਵੀ ਰੱਦੋ ਬਦਲ ਪਾਲਿਸੀਜ਼ ਨੇ, ਵੀਜ਼ਾ ਵੀ ਜਿਹੜਾ ਹੋ ਗਿਆ। ਹਮੇਸ਼ਾ ਸਾਰੇ ਡਿਸੀਜਨ ਇਕਨੋਮੀ ਨੂੰ, ਟ੍ਰੇਡ ਨੂੰ, ਬਿਜ਼ਨਸ ਨੂੰ, ਮਨੀ ਨੂੰ ਧਿਆਨ 'ਚ ਰੱਖ ਕੇ ਕੀਤੇ ਜਾਂਦੇ ਨੇ, ਕਿਉਂਕਿ ਦ ਬਾਟਮ ਲਾਈਨ ਇਜ਼ ਪ੍ਰੋਫਿਟ। ਔਰ ਹਰ ਦੇਸ਼ ਆਪਣੇ ਕੰਟਰੀ ਨੂੰ ਇੱਕ ਕੰਪਨੀ ਵਾਕਨ ਚਲਾ ਰਿਹਾ, ਹਰ ਦੇਸ਼ ਅੱਜ ਕੰਪਨੀ ਬਣ ਚੁੱਕਾ ਹੈ, ਹਰ ਦੇਸ਼ ਅੱਜ ਬਿਜ਼ਨਸ ਹੈ। ਸੋ ਹਮੇਸ਼ਾ ਪ੍ਰੋਫਿਟ ਦੀ ਗੱਲ ਹੋਏਗੀ, ਤਾਂ ਉਸ ਪ੍ਰੋਫਿਟ ਨੂੰ ਧਿਆਨ 'ਚ ਰੱਖ ਕੇ ਵਾਰਸ ਲੜੀਆਂ ਜਾਂਦੀਆਂ ਨੇ। ਵਾਰ ਇਜ਼ ਅ ਬਿਜ਼ਨਸ, ਔਰ ਹਮੇਸ਼ਾ ਬਿਜ਼ਨਸ ਨੂੰ ਧਿਆਨ 'ਚ ਰੱਖ ਕੇ ਲੜਾਈਆਂ ਹੋਣਗੀਆਂ ਕਿ ਅਸੀਂ ਕਿੱਦਾਂ ਕਾਬਜ਼ ਕਰੀਏ ਉਸ ਮਾਰਕੀਟ ਦੇ ਉੱਤੇ ਜਿੱਥੇ ਸਾਨੂੰ ਰੈਡੀਮੇਡ ਕਸਟਮਰ ਮਿਲਣ, ਰੈਡੀਮੇਡ ਮਾਰਕੀਟ ਮਿਲੇ ਤੇ ਅਸੀਂ ਆਪਣੇ ਸਮਾਨ ਨੂੰ ਸੇਲ ਕਰੀਏ, ਹੋਰ ਪੈਸਾ ਕਮਾਈਏ, ਕਿਉਂਕਿ ਪੂੰਜੀਵਾਦੀ ਅਰਥ ਵਿਵਸਥਾ ਹੈ, ਪੂੰਜੀਪਤੀਆਂ ਦੀ ਗੱਲ ਹੈ, ਪੈਸੇ ਵਾਲੇ ਲੋਕਾਂ ਦੀ, ਵੱਡੇ ਲੋਕਾਂ ਦੀ ਗੱਲ ਹੈ, ਫਾਇਦਾ ਮੰਗਦੇ ਹੋ, ਬਿਲਕੁਲ ਫਾਇਦਾ ਮੰਗਦੇ ਆ, ਕਿਧਰੋਂ ਸਾਡਾ ਬੈਨੀਫਿਟ ਹੋਊਗਾ, ਬੈਨੀਫਿਟ ਸਾਨੂੰ ਪੈਸਾ। ਯੈਸ, ਸੋ ਇਹ ਹੁਣ ਬੈਨੀਫਿਟ ਅੱਗੇ ਲੈ ਕੇ ਚੱਲੀਏ। ਜਿਵੇਂ ਆਪਣੇ ਸਿਆਣੇ ਕਹਿੰਦੇ ਹੁੰਦੇ ਨੇ ਨਾ ਕਿ ਖਾ ਪੀ ਲਓ, ਪਤਾ ਨਹੀਂ ਕੀ ਬਣਨਾ ਹੈ, ਪਤਾ ਨਹੀਂ ਜਿਉਂਦੇ ਵੀ ਰਹਿਣਾ ਕਿ ਨਹੀਂ ਰਹਿਣਾ, ਪਤਾ ਨਹੀਂ ਕਦੋਂ ਤੱਕ। ਆਂਦੇ ਖਾਦਾ ਪੀਤਾ ਲਾਹੇਦਾ ਤੇ ਬਾਕੀ ਸ਼ਾਹਿਦ, ਉਹ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਨਾ ਲੁੱਟਣ ਵਾਸਤੇ, 17 ਹਮਲੇ ਹੋਏ ਨਾ, ਲੋਕਾਂ ਨੂੰ ਪਤਾ ਹੈ ਵੀ ਜਿਹੜਾ ਸੋਏ ਆ ਨਾ ਕੱਟੋ ਤੇ ਫਿਰ ਹੋ ਜਾਂਦੇ, ਫਿਰ ਕੱਟੋ ਤਾਂ ਆਂਦਾ ਤੇ ਅਸੀਂ ਮਨੂ ਦੀ ਦਾਤਰੀ
ਤੇ ਅਸੀਂ ਮਨੂੰ ਦੇ ਸੋਏ, ਜੋ ਸਾਨੂੰ ਕੱਟੇ ਮਨੂੰ ਤੇ ਅਸੀਂ ਦੂਣ ਸਵਾਏ ਹੋਏ। ਉਹ ਦੂਣ ਸਵਾਏ ਹੁੰਦੇ ਕੱਟ ਸੋ ਦੂਣ ਸਵਾਏ ਵਾਲੀ ਗੱਲ ਅੱਗੇ ਲੈ ਕੇ ਤੁਰੀਏ ਆਪਾਂ। ਜ਼ਰੂਰ ਉਹ ਦੂਣ ਸਵਾਏ ਵਾਲੀ ਗੱਲ ਹਰ ਥਾਂ ਲਾਗੂ ਹੁੰਦੀ ਪਈ ਹੈ। ਆ ਹੁਣ ਚੀਨ ਤੇ ਤਾਈਵਾਨ ਦੀ ਤਾਣੀ ਫੇਰ ਉਲਝ ਗਈ ਪੂਰੀ, ਕਿੱਥੇ ਦੀ ਕਿੱਥੇ। ਨੈਂਸੀ ਪੋਲਿਸੀ, ਉਹਨਾਂ ਨੂੰ ਲੈ ਕੇ ਚੇਤਾਵਨੀਆਂ, ਉਸ ਤੋਂ ਬਾਅਦ ਚੀਨ ਨੇ ਆਪਣੀਆਂ ਧਮਕੀਆਂ, ਔਰ ਉਹ ਮਿਲਟਰੀ ਐਕਸਰਸਾਈਜ਼ ਕਰਾਂਗੇ। ਇਹ ਐਕਸਰਸਾਈਜ਼ ਕਿਸੇ ਹੋਰ ਕਿਸਮ ਦੀ ਐਕਸਰਸਾਈਜ਼ ਸ਼ੁਰੂ ਹੋ ਗਈ ਹੈ। ਪੂਰਾ ਜਿਮਨੇਜ਼ੀਅਮ ਹੀ ਸ਼ੁਰੂ ਹੋ ਗਿਆ ਸ਼ਾਇਦ ਉੱਥੇ ਤਾਂ ਬੰਬਾਰਮੈਂਟ ਸ਼ੁਰੂ ਹੋ ਚੁੱਕੀ ਹੈ, ਔਰ ਇਹ ਉਲਝ ਗਈ। ਹੁਣ ਦੱਸੋ ਕਿੱਦਾਂ ਸੁਲਝਾਈਏ ਇਹਨੂੰ? ਹਾਂ, ਇਹ ਤਾਂ ਸੁਲਝਣ ਦਾ ਹੈ ਨਹੀਂ ਇਹਦੇ ਤੇ ਕੋਈ ਅਜੇ ਤੱਕ, ਕਿਉਂਕਿ ਜਿਹੜੀ ਸੁਪਰ ਪਾਵਰਾਂ ਇਨਵੋਲਵ ਹੋ ਗਈਆਂ, ਬਿਲਕੁਲ ਹੋ ਗਈਆਂ। ਉਹਨਾਂ ਨੇ ਤਾਈਵਾਨ ਨੂੰ ਤਾਂ ਅਮਰੀਕਾ ਨੇ ਕਹਿ ਹੀ ਦਿੱਤਾ ਕਿ ਅਸੀਂ ਸਾਰਾ ਕੁਝ ਕਰਾਂਗੇ। ਹਥਿਆਰ ਤਾਂ ਆ ਹੀ ਰਹੇ ਆ, ਹੈ ਨਾ, ਹਥਿਆਰ ਉੱਥੇ ਪਹੁੰਚ ਗਿਆ। ਸਾਰਾ ਕੁਝ ਜਦੋਂ ਹੁੰਦੀ ਹੈ, ਜੋ ਚੱਲ ਰਹੀਆਂ ਮਿਜ਼ਾਈਲਾਂ, ਜੋ ਕੁਝ ਉਹ ਮੂੰਹ ਤੋੜ ਜਵਾਬ ਦੇ ਰਿਹਾ ਉੱਧਰੋਂ, ਸਾਰਾ ਕੁਝ ਬਰਾਬਰ ਦੀ ਗੱਲ ਹੈ। ਕਿੰਨੇ ਮਹੀਨੇ ਹੋ ਗਏ, ਕਦੋਂ ਤੱਕ ਇਹ ਚੱਲ ਰਹੀ ਹੈ ਜਿਹੜੀ ਮਿਜ਼ਾਈਲਾਂ ਦੀ ਲੜਾਈ ਆ, ਜਿਹੜੀ ਬੰਬਾਰਮੈਂਟ ਹੈ, ਤੇ 2 ਦਿਨ ਨਹੀਂ ਚੱਲਦੀ। 2 ਦਿਨ ਤੱਕ ਬੜਾ ਕੁਝ ਹੋ ਜਾਂਦਾ ਉੱਥੇ। ਬੱਚੇ ਬੁੱਢੇ ਬਹੁਤ ਮਾਰੇ ਗਏ ਆ, ਬਹੁਤ ਤੈਸ਼-ਨੈਸ਼ ਹੋਇਆ ਕੰਮ, ਪਰ ਉਹਦੇ ਬਾਵਜੂਦ ਵੀ ਅਜੇ ਛਾਤੀ ਤਾਣ ਕੇ ਖੜੇ ਆ ਉੱਥੇ। ਇਸ ਕਰਕੇ ਖੜੇ ਕਿ ਉਹਨਾਂ ਦੇ ਪਿੱਛੇ ਹੋਰ ਵੀ ਗਏ, ਜਿੱਦਾਂ ਆਪਾਂ ਇਹਨੇ ਦਾ ਕਿੱਲਾ ਕਾਇਮ ਆ। ਉਹਦਾ ਕਿੱਲਾ ਜਿਹੜਾ ਹੈਗਾ ਅਮਰੀਕਾ ਵਾ, ਅਮਰੀਕਾ ਤੋਂ ਸਾਰਾ ਪੈਸਾ ਆ ਰਿਹਾ, ਟੈਂਕ ਉੱਥੋਂ ਆ ਰਿਹਾ, ਹੈ ਨਾ, ਮਿਜ਼ਾਈਲਾਂ ਉੱਥੋਂ ਆ ਰਹੀਆਂ, ਔਰ ਟ੍ਰੇਨਿੰਗ ਉੱਥੋਂ ਲੈ ਰਹੇ ਲੋਕ, ਉਹ ਸਾਰਾ ਕੁਝ ਹੈਗਾ। ਨਹੀਂ ਤਾਂ ਰਸ਼ੀਆ ਵਰਗੀ ਕੰਟਰੀ ਤਾਂ ਅੱਗੇ ਉੱਥੇ ਲੜ ਰਹੀ ਹੈ, ਤੇ ਇਹ ਚਾਈਨਾ ਜਿਹੜਾ ਹੈਗਾ, ਚਾਈਨਾ ਵੀ ਬੜੀ ਵੱਡੀ ਪਾਵਰ ਹੈ, ਸੁਪਰ ਪਾਵਰ ਹੈ। ਇਹਦੇ ਸਾਹਮਣੇ ਜਿਹੜੀ ਹੁਣ ਇਹ ਚਲਾਉਣਾ, ਇਹਨਾਂ ਸਾਰਾ ਕੁਝ ਕਰਨਾ ਹੈਗਾ। ਅੱਜ ਚੱਲ ਰਹੀਆਂ ਨੇ, ਐਕਸਰਸਾਈਜ਼ ਸ਼ੁਰੂ ਹੋ ਗਈਆਂ। ਹੁਣ ਉਹਨਾਂ ਨੇ ਗੁਰੀਲਾ ਯੁੱਧ ਰੱਖ ਲਿਆ। ਗੁਰੀਲਾ ਯੁੱਧ ਜਿਹੜਾ ਇਹਦਾ ਦਾ ਹੈਗਾ ਕਿ ਲੁੱਕ ਕੇ ਵਾਰ ਕਰਨਾ, ਹੈ ਨਾ। ਅਜੇ ਆਪਣੀ ਕਮਿਊਨਿਟੀ 'ਚ ਜਿਹੜੀ ਆ ਮਹਾਰਾਜਾ ਰਣਜੀਤ ਸਿੰਘ ਗੁਰੀਲਾ ਯੁੱਧ ਨਹੀਂ ਸੀ ਕਰਦੇ, ਵਾਰ ਇੱਦਾਂ ਨਹੀਂ ਸੀ ਕਰਦੇ। ਬਿਲਕੁਲ ਸਹੀ ਗੱਲ ਹੈ। ਦੇਖੋ ਸੋਚਾਂ, ਦੇਖੋ ਜਿੱਦਾਂ ਆਪਾਂ ਗੱਲ ਕੀਤੀ ਸੀ ਅੱਜ ਭਾਰਤ ਛੋੜੋ ਅੰਦੋਲਨ ਦੀ, ਭਾਰਤ ਛੱਡੋ ਅੰਦੋਲਨ, ਅੰਗਰੇਜ਼ੋ ਕੁਇਟ ਇੰਡੀਆ, ਤਾਂ ਉਹਦੇ 'ਚ ਇੱਕ, ਕਿਉਂਕਿ ਸਾਰਾ ਮਾਹੌਲ ਬਣਿਆ ਹੋਇਆ ਸੀ ਨਾ ਵਰਲਡ ਵਾਰ 2, 1942 ਦੀਆਂ ਗੱਲਾਂ ਨੇ, ਵਰਲਡ ਵਾਰ 2 ਚੱਲ ਰਹੀ ਸੀ। ਸੋ ਉਹਦੇ 'ਚ ਕੀ ਸਟ੍ਰੈਟਜੀ ਰਹੀ ਕਿ ਜਿਹੜਾ ਇਲਾਕਾ ਜਿੱਤ ਲਿਆ, ਉਸ ਇਲਾਕੇ ਦੀ ਜਿਹੜੀ ਸਾਰੀ ਕੁਦਰਤੀ ਚੀਜ਼ ਹੈ ਉਹਨੂੰ ਨਸ਼ਟ ਕਰ ਦਿਓ, ਤਾਂ ਕਿ ਜੇ ਹਾਰਨ ਲੱਗੀਏ ਤਾਂ ਦੁਸ਼ਮਣ ਦੇ ਹੱਥ ਆਵੇ ਤਾਂ ਉਹਨੂੰ ਕੋਈ ਫਾਇਦਾ ਨਾ ਹੋਵੇ ਉਹਦਾ। ਇਸ ਕਰਕੇ ਸਾਰੇ ਡਿਸਟਰੋਏ ਕਰੀ ਜਾਓ। ਹੁਣ ਦੇਖੋ ਭਲਿਓ ਲੋਕੋ, ਤੁਸੀਂ ਕੁਦਰਤ ਨੂੰ ਡਿਸਟਰੋਏ ਕਰਦੇ ਪਏ ਹੋ, ਆਪਣੀਆਂ ਦੁਸ਼ਮਣੀਆਂ ਪਿੱਛੇ ਕੁਦਰਤ ਨੂੰ ਡਿਸਟਰੋਏ ਕਰਦੇ ਪਏ ਹੋ। ਤੁਸੀਂ ਆਉਣ ਵਾਲੀ ਜਨਰੇਸ਼ਨ ਦਾ ਨਹੀਂ ਸੋਚਦੇ ਪਏ ਹੋ ਕਿ ਜੇ ਕੁਦਰਤ ਨੂੰ ਇਦਾਂ ਨਸ਼ਟ ਕਰਾਂਗੇ, ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਇਸ ਧਰਤੀ ਦੇ ਉੱਤੇ ਕਿਵੇਂ ਰਹੇਗੀ, ਉਹ ਨਹੀਂ ਸੋਚਣਾ। ਨੋ ਜੀ, ਯੁੱਧ 'ਚ ਤਾਂ ਸਭ ਕੁਝ ਹੁੰਦਾ, ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ। ਮਤਲਬ ਅਜੀਬ ਜਿਹੀਆਂ ਸੋਚਾਂ ਨੇ ਸਾਡੀ। ਲੜਾਈ ਦਾ ਅਸਲ 'ਚ ਦੂਜਾ ਨਾਂ ਤਾਂ ਲੜਾਈ ਦੀ ਸਟ੍ਰੈਟਜੀ ਆ, ਤਬਾਹੀ ਹੈ। ਤਬਾਹੀ ਦਾ ਮਤਲਬ ਹੁੰਦਾ ਕਿ ਜਿਹੜਾ ਉਹਨਾਂ ਨੇ ਡਿਸਟਰਕਸ਼ਨ ਕਰਨੀ ਆ, ਆਲੇ ਦੁਆਲੇ ਕਰਨੀ ਆਲੇ ਦੁਆਲੇ ਇਹਨਾਂ ਨੇ ਸਾਰਾ ਕੁਝ ਸਾੜ ਫੂਕ ਦੇਣਾ। ਉਹ ਹੁੰਦਾ ਕਿ ਦੇਖੋ ਯੁੱਧ ਹੋਵੇ, ਕੀੜੇ ਤੱਕ ਵੀ ਨਹੀਂ ਲੱਭਦੇ ਉੱਤੇ। ਯੁੱਧ ਹੋਵੇਗਾ ਤਾਂ ਨੇਚਰ ਖਤਮ ਕਰੋਗੇ। ਜੇ ਸ਼ਹਿਰਾਂ ਦਾ ਵਿਕਾਸ ਕਰਨਾ, ਦੇਸ਼ ਦਾ ਵਿਕਾਸ ਕਰਨਾ, ਤਾਂ ਜੰਗਲ ਕੱਟੋ, ਨੇਚਰ ਨੂੰ ਖਤਮ ਕਰੋ। ਮਤਲਬ ਹਰ ਪਾਸੇ ਤੁਸੀਂ ਨੇਚਰ ਦੇ ਉੱਤੇ ਹਾਵੀ ਹੋ। ਬਿਜ਼ਨਸ ਨੂੰ ਤਰੱਕੀ ਕਰਵਾਉਣੀ ਹੈ, ਵੱਡੀਆਂ ਵੱਡੀਆਂ ਕਾਨਫਰੰਸਿਸ ਹੁੰਦੀਆਂ ਪੂਰੇ ਵਰਲਡ ਦੇ ਵਿੱਚ, ਜਲਵਾਯੂ ਨਿਰੰਤਰਣ ਕਰੋ, ਜਲਵਾਯੂ ਨੂੰ ਸੰਭਾਲੋ। ਵੀ ਜਦੋਂ ਬਿਜ਼ਨਸ ਦੀ ਗੱਲ ਆ ਜਾਂਦੀ ਹੈ ਇਹਦੇ ਨਾਲ ਤੇ ਪ੍ਰੋਫਿਟ ਘਟ ਜਾਣਾ, ਤੇ ਜਲਵਾਯੂ ਦਾ ਜਿਹੜਾ ਸਮਝੌਤਾ ਹੈ ਉਹ ਪਿਆ ਖੂਹ ਖਾਤੇ 'ਚ। ਤੁਸੀਂ ਬਿਜ਼ਨਸ ਦੇਖੋ, ਪੈਸਾ ਕਮਾਓ। ਮਤਲਬ ਹਰ ਥਾਂ ਦੇ ਉੱਤੇ ਤੁਸੀਂ ਕੁਦਰਤ ਦਾ ਘਾਣ ਕਰਦੇ ਪਏ ਹੋ, ਠੀਕ ਹੈ ਨਾ। ਔਰ ਫਿਰ ਤੁਸੀਂ ਦੱਸੋ ਸਾਡੀਆਂ ਜ਼ਿੰਦਗੀਆਂ ਕਿਵੇਂ ਬਚ ਸਕਦੀਆਂ ਨੇ, ਕਿੱਦਾਂ ਅਸੀਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ, ਕਿੱਦਾਂ ਸਾਡੀ ਫੂਡ ਪ੍ਰੋਬਲਮ ਹੱਲ ਹੋ ਸਕਦੀ ਹੈ, ਕਿੱਦਾਂ ਸਾਡੀ ਜੀਵਨ ਦੀ ਕੁਆਲਿਟੀ ਆਫ ਲਾਈਫ ਸਾਡੀ ਵਧੀਆ ਹੋ ਸਕਦੀ ਹੈ। ਜੇ ਸਭ ਕੁਝ ਯੁੱਧਾਂ ਨੇ ਖਾ ਲਿਆ ਤੇ ਅਸੀਂ ਕਿੱਥੇ ਬਚਾਂਗੇ, ਅਸੀਂ ਕਿੱਥੇ ਜਾਵਾਂਗੇ? ਜਿੱਦਾਂ ਕਹਿੰਦੇ ਨੇਪੋਲੀਅਨ ਨੇ ਕਿਹਾ ਸੀ, ਕਹਿੰਦੇ ਕਿ ਜਿਹੜੇ ਬੰਬ ਆ ਨਾ, ਇਹ ਕਬੂਤਰ ਮਾਰਨ ਲਈ ਨਹੀਂ ਰੱਖੇ। ਜਿਹੜੇ ਬੰਬਾਰਮੈਂਟ ਹੁੰਦੀ ਹੈ, ਇਹ ਦੁਨੀਆ ਨੂੰ ਤਬਾਹ ਕਰਨ ਲਈ ਹੈ। ਜਦੋਂ ਉਹਨੇ 500 ਜਹਾਜ਼ ਚੜਾ ਕੇ ਪਾਕਿਸਤਾਨ ਦੇ ਹੀਰੋਸ਼ੀਮਾ ਨਾਗਾਸਾਕੀ ਨੂੰ ਤਬਾਹ ਕਰ ਦਿੱਤਾ, ਜਿੱਥੇ ਜਿੱਥੇ ਲੋਕ ਖੜੇ ਸੀ ਉਹ ਮਿੱਟੀ ਹੋ ਗਏ। ਉਸ ਤੋਂ ਬਾਅਦ ਜਦੋਂ ਪੈਦਾਇਸ਼ ਹੁੰਦੀ ਸੀ, ਬੱਚੇ ਸੀ ਵਿੰਗੇ ਟੇਢੇ ਜੰਮਦੇ ਰਹੇ ਆ, ਉਹ ਜ਼ਮੀਨ, ਉਹ ਸਾਰੀ ਕੁਛ ਇਹਨੇ ਐਸੀ ਅੱਗ ਦੀ ਲਪੇਟ 'ਚ ਲੈਣ ਦੀ ਉਹ ਗੱਲਾਂ ਕਹਿੰਦਾ। ਇਹ ਕਬੂਤਰ ਮਾਰਨ ਲਈ ਨਹੀਂ ਰੱਖਿਆ ਹੁੰਦਾ, ਇਹ ਤਾਂ ਦੁਨੀਆ ਨੂੰ ਤਬਾਹ ਕਰਨ ਲਈ, ਵਾਕਿਆ ਨੂੰ ਤਬਾਹ ਕਰ ਦਿੱਤਾ ਵਰਲਡ ਵਾਰ ਦੇ ਵਿੱਚ। ਅਜੇ ਤੱਕ ਉਸ ਸੀਨ ਨੂੰ ਜੇ ਲੋਕ ਦੁਬਾਰਾ ਦ੍ਰਿਸ਼ ਨੂੰ ਦੇਖਦੇ ਆ ਤਾਂ ਲੋਕ ਕੰਬ ਉੱਠਦੇ ਆ, ਰੌਂਗਟੇ ਖੜੇ ਹੋ ਜਾਂਦੇ ਆ। ਇਹ ਲੜਾਈ ਦਾ ਦੂਜਾ ਨਾਮ ਇਹ ਹੁੰਦਾ ਕਿ ਤਬਾਹੀ ਸਾਰੇ ਪਾਸੇ। ਵਰਲਡ ਵਾਰ ਤੋਂ ਜਿਹੜੇ ਮਹਾਂਯੁੱਧ ਹੈ ਤੋਂ ਦੁਨੀਆ ਨੂੰ, ਲੋਕਾਂ ਨੂੰ ਬਚਾ ਕੇ ਰੱਖੇ, ਤੇ ਉਸੇ ਤਰ੍ਹਾਂ ਦੀ ਸ਼ਾਂਤੀ ਫਿਰ ਬਹਾਲ ਹੋ ਜੇ, ਲੋਕ ਸੁਖੀ ਵਸਣ, ਪਿਆਰ 'ਚ ਰਹਿਣ, ਲੋਕ ਇੱਕ ਦੂਜੇ ਨੂੰ ਗੱਲ ਵੱਕੜੀ ਪਾਉਣ ਤੇ ਮੁਹੱਬਤ ਨਾਲ ਰਹਿਣ, ਉਹ ਤੋਂ ਬਚ ਜਾਣ। ਹੁਣ ਜੇ ਇਹ 2 ਲੜਾਈਆਂ ਲੱਗਣਗੀਆਂ, ਤਾਇਵਾਨ ਚੀਨ ਦੀ ਜੇ ਲੱਗਦੀ ਹੈ ਜਾਂ ਉੱਧਰ ਲੱਗੀ ਹੈ ਯੂਕਰੇਨ ਰਸ਼ੀਆ ਦੀ, ਉਹ ਉਹਨਾਂ ਦੇ ਆਪਣੇ ਖਿੱਤੇ 'ਚ ਹੈਗਾ। ਅਜੇ ਸਾਡੇ ਮੋਦੀ ਸਾਹਿਬ ਕਹਿੰਦੇ ਆ ਵੀ ਉਹਦਾ ਕਰਕੇ ਪੈਸਾ ਮਹਿੰਗਾਈ ਹੋ ਗਈ ਆ, ਉਹਦੇ ਤਾਂ ਕਰਕੇ ਗੱਲ ਹੋ ਗਈ ਹੈ, ਕਿਉਂਕਿ ਨੇਤਾ ਦਾ ਕਹਿਣਾ ਬਣਦਾ ਵੀ ਹੁੰਦਾ, ਕਹਿ ਵੀ ਦਿੰਦੇ, ਕਹਿਣਾ ਬਣਦਾ ਹੁੰਦਾ, ਉਹਨਾਂ ਨੂੰ ਪਤਾ। ਇਹ ਤੁਹਾਡੀ ਗੱਲ ਬਹੁਤ ਵਧੀਆ, ਕਹਿਣਾ ਬਣਦਾ ਹੁੰਦਾ, ਉਹਨਾਂ ਨੂੰ ਬਣਦਾ ਹੁੰਦਾ, ਕੋਈ ਲੋਕਾਂ ਨੂੰ ਦੱਸਣਾ ਪੈਣਾ ਕਿ ਆਹ ਹੈਗਾ, ਇਸ ਕਰਕੇ ਹੈਗਾ। ਭਾਵੇਂ ਉਹਨਾਂ ਦੇ ਹੱਥ ਵੱਸ ਤੋਂ ਬਾਹਰ ਹੋ ਜਾਂਦੀ ਗੱਲ, ਗਰੋਥ ਬਾਹਰ ਹੋ ਰਹੀ ਆ,
ਜਿਹੜੀ ਡਿਵੈਲਪਮੈਂਟ ਆ ਉਹ ਤੋਂ ਉਹਨਾਂ ਤੋਂ ਦੂਰ ਚਲੇ ਜਾਂਦੀ ਹੈ। ਪਰ ਉਹ ਕਈ ਵਾਰੀ ਇੱਕ ਬਹਾਨਾ ਤਾਂ ਬਣ ਜਾਂਦਾ, ਕਿਉਂਕਿ ਵਰਲਡ ਵਾਈਡ ਲੜਾਈ ਹੈ, ਵੱਡੀ ਲੜਾਈ ਹੈ। ਦੇਖੋ ਦੋ ਤਰ੍ਹਾਂ ਦਾ ਇਤਿਹਾਸ ਹੁੰਦਾ ਹੈ। ਇੱਕ ਇਤਿਹਾਸ ਉਹ ਜਿਹੜਾ ਰਾਜਨੀਤੀ ਲਿਖਵਾਉਂਦੀ ਹੈ, ਬਿਲਕੁਲ। ਇੱਕ ਇਤਿਹਾਸ ਉਹ ਜਿਹੜੇ ਕਲਾਕਾਰ ਲਿਖਦੇ ਨੇ, ਸਹੀ ਗੱਲ, ਰਾਈਟਰਸ ਲਿਖਦੇ ਨੇ, ਉਹ ਇਤਿਹਾਸ। ਔਰ ਉਹਦੇ ਵਿੱਚੋਂ ਕਿਸੇ ਨੇ ਲਿਖਿਆ ਹੈ ਕਿ ਜਿਹੜੀ ਜੰਗ ਹੈ ਉਹ ਤਾਂ ਆਪ ਹੀ ਇੱਕ ਮਸਲਾ ਹੈ, ਉਹ ਮਸਲਿਆਂ ਦਾ ਹੱਲ ਕਿੱਥੋਂ ਦੇ ਦੇਗੀ? ਬਸ ਉਹ ਮਸਲਿਆਂ ਦਾ ਹੱਲ ਨਹੀਂ ਦੇ ਸਕਦੀ, ਕਿਉਂਕਿ ਜੰਗ ਆਪ ਹੀ ਇੱਕ ਮਸਲਾ ਹੈ। ਮਸਲਾ ਉਹਦੇ ਦੁਆਲੇ ਮਸਲੇ ਆਉਣੇ, ਮਸਲੇ ਹੋਰ ਲਿਪਟ ਜਾਣੇ ਉਹਦੇ ਨਾਲ। ਜਦੋਂ ਲੋਕ ਲੜਦੇ ਆ ਨਾ, ਕੋਈ ਵੀ ਛੋਟੀ ਲੜਾਈ ਹੋਵੇ, ਜ਼ਮੀਨ ਤੋਂ ਲੜ ਰਹੇ ਆ, ਜਦੋਂ ਡਾਂਗ ਛੋਟਾ ਹੋ ਰਿਹਾ, ਚਾਦਰਾਂ ਥੱਲੇ ਕੱਢ ਕੇ ਤੇ ਡੰਡੇ ਮਾਰ ਕੇ ਸਿਰਾਂ 'ਚ ਪਾੜ ਦਿੰਦੇ ਆ, ਉਹ ਪੁੱਛਦੇ ਵਿੱਚ ਛਡਾਵੇ ਵੀ ਯਾਰ ਕੀ ਹੋਇਆ, ਕੀ ਹੋਇਆ? ਆਂਦਾ ਅਜੇ ਨਹੀਂ ਦੱਸਣਾ, ਇੱਕ ਮਿੰਟ ਰੁਕ ਜਾਓ। ਉਹ ਲਹੂ ਲੁਹਾਨ ਹੋ ਜਾਂਦੇ ਆ, ਫਿਰ ਜਾ ਕੇ ਪੁਲਿਸ ਦੇ ਬਿਆਨ ਹੁੰਦੇ, ਫਿਰ ਦੱਸਦੇ ਲੜਾਈ ਦੇ ਵਿੱਚ ਨਹੀਂ ਪਤਾ ਲੱਗਦਾ ਕੀ ਹੋ ਗਿਆ। ਉਹਦੇ ਅਸੀਂ ਨਹੀਂ ਇੱਥੇ ਵੇਲੇ, ਕੋਈ ਨਹੀਂ, ਅਜੇ ਤਮਾਸ਼ਾ ਪੂਰਾ ਹੋ ਲੈਣ ਦਿਓ, ਬਸ ਫਿਰ ਦੱਸਾਂਗੇ। ਜਦੋਂ ਇੱਕ ਦੂਜੇ ਦਾ ਸਿਰ ਫਾੜ ਲੈਣਗੇ, ਪੁਲਿਸ ਆ ਜਾਊਗੀ, ਕੇਸ ਦਰਜ ਹੋ ਜਾਊਗਾ, ਉਹ ਬਿਆਨ ਦਿੰਦੇ, ਫਿਰ ਆਪਾਂ ਗੱਲ ਕਰਾਂਗੇ। ਸਟੇਟਮੈਂਟ ਲੈਂਦੇ, ਫਿਰ ਦੱਸਦੇ ਯਾਰ ਆ 4 ਬੰਦੇ ਆ ਗਏ, ਸਾਡੀ ਵੱਟ ਕੱਟ ਰਹੇ ਹੈਗੇ, ਇਧਰੋਂ ਦਾਤਰੀਆਂ ਚੁੱਕ ਲੀਆਂ, ਉਧਰ ਰੰਬੇ ਚੁੱਕ ਲਿਆ, ਕਈਆਂ ਚੁੱਕ ਲੀਆਂ, ਸਾਡੇ ਰੱਸੇ ਨਹੀਂ ਲੱਭਦੇ, ਉਹ ਗੱਲਾਂ ਨੇ। ਹੁਣ ਟਾਈਮ ਹੋ ਗਿਆ, ਹੁਣ ਬਿਲਕੁਲ ਟਾਈਮ ਹੋ ਗਿਆ। ਮਤਲਬ ਐਂਡ 'ਚ ਅਸੀਂ ਇਹੀ ਕਵਾਂਗੇ, ਜਿਹੜਾ ਕ੍ਰਕਸ ਹੈ ਨਾ, ਮਤਲਬ ਇਹ ਹੋ ਕੀ ਰਿਹਾ ਹੈ? ਬਿਲਕੁਲ ਜੋ ਹੋ ਰਿਹਾ ਬਸ ਸਾਰਾ ਮਾੜਾ ਹੋ ਰਿਹਾ, ਚੰਗੀ ਗੱਲ ਨਹੀਂ ਹੋ ਰਹੀ। ਚੰਗੀ ਗੱਲ ਤਾਂ ਤਦ ਹੋਊਗੀ ਜੇ ਲੋਕਾਂ ਦੇ ਭਲੇ ਲਈ ਹੋਵੇ, ਲੋਕਾਂ ਦੇ ਪਿਆਰ ਲਈ ਹੋਵੇ, ਲੋਕਾਂ ਦੇ ਸਤਿਕਾਰ ਲਈ ਹੋਵੇ, ਲੋਕਾਂ ਨੂੰ ਚੰਗਾ ਕੁਆਲਿਟੀ ਆਫ ਲਾਈਫ ਹੋਵੇ। ਬਸ ਫਿਰ ਮਤਲਬ ਬੁਨਿਆਦੀ ਸਹੂਲਤਾਂ ਸਭ ਨੂੰ ਮਿਲਣੀਆਂ ਚਾਹੀਦੀਆਂ, ਬੁਨਿਆਦੀ ਜ਼ਰੂਰਤਾਂ ਜ਼ਿੰਦਗੀ ਦੀਆਂ ਸਭ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਚਲਿਏ ਜੀ ਫਿਰ। ਹਾਂ ਬਿਲਕੁਲ, ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।